ਦੋਸਤੋ, ਬੀਇੰਗ ਏ ਸਟੂਡੈਂਟ ਦੀ ਵਿਦਿਆਰਥੀ ਰੂਬਰੂ ਲੜੀ ਦੇ ਵਿੱਚ ਤੁਹਾਡਾ ਬਹੁਤ-ਬਹੁਤ ਸਵਾਗਤ ਹੈ। ਥੋੜ੍ਹੀ ਜਿਹੀ ਟੈਕਨੀਕਲ ਸਮੱਸਿਆ ਆ ਗਈ ਸੀ, ਉਹਦੇ ਕਰਕੇ ਸਾਨੂੰ ਜਿਹੜਾ ਉਹ ਲਾਈਵ ਪਿਛਲਾ ਉਹ ਕੈਂਸਲ ਕਰਨਾ ਪਿਆ ਔਰ ਮੁੜ ਤੋਂ ਜਿਹੜਾ ਉਹ ਲਾਈਵ ਜਿਹੜਾ ਉਹ ਸ਼ੁਰੂ ਕਰਨਾ ਪਿਆ। ਸੋ ਇਹਦੇ ਲਈ ਅਸੀਂ ਖਿਮਾ ਦਾ ਜਾਚਕ ਹਾਂ ਔਰ ਬਾਬਾ ਜੀ ਸਾਡੇ ਨਾਲ ਜੁੜ ਚੁੱਕੇ ਆ ਔਰ ਮੈਂ ਬਾਬਾ ਜੀ ਬਾਰੇ ਬੇਸਿਕਲੀ ਗੱਲ ਕਰ ਰਿਹਾ ਸੀ ਪਹਿਲਾਂ ਕਿ ਪੰਜਾਬੀ ਗਾਇਕੀ ਤੇ ਗੀਤਕਾਰੀ ਦੇ ਖੇਤਰ ਦੇ ਵਿੱਚ ਇਹਨਾਂ ਦਾ ਇੱਕ ਵੱਖਰਾ ਨਾਮ ਆ, ਆਪਣੀ ਇੱਕ ਉੱਘੇ ਸਥਾਕਰ ਆ ਔਰ ਆਪਣੀ ਪਛਾਣ ਬਣਾਈ ਆ। ਔਰ ਜਿਵੇਂ ਕਿ ਪੰਜਾਬੀ ਗਾਇਕੀ ਦੇ ਵਿੱਚ ਹੁੰਦਾ ਕਿ ਜਿਸ ਮਰਜ਼ੀ ਕਲਾਕਾਰ ਨੂੰ ਤੁਸੀਂ ਪੁੱਛ ਲਓ, ਉਹ ਇਹੀ ਕਹੂਗਾ ਕਿ ਮੈਂ ਮਾਂ ਬੋਲੀ ਦੀ ਸੇਵਾ ਕਰਦਾ, ਮੈਂ ਸੱਭਿਆਚਾਰ ਦੀ ਸੇਵਾ ਕਰਦਾ। ਪਰ ਅਸਲ ਵਿੱਚ ਪੰਜਾਬੀ ਕਲਾਕਾਰੀ ਨਹੀਂ, ਗਾਇਕੀ ਨਹੀਂ, ਕਲਾਕਾਰੀ ਨਹੀਂ, ਇਹ ਇੱਕ ਵਿਦਿਆਰਥੀ ਦੇ ਤੌਰ ਤੇ ਵੀ ਇਹਨਾਂ ਨੇ ਆਪਣਾ ਨਾਮਣਾ ਖੱਟਿਆ ਔਰ ਪੰਜਾਬੀ ਗਾਇਕੀ ਦੇ ਵਿੱਚ ਡਾਕਟਰ ਸਤਿੰਦਰ ਸਰਤਾਜ ਹੋਰਾਂ ਤੋਂ ਬਾਅਦ ਦੂਸਰੇ ਸ਼ਖਸ ਹੋਣਗੇ ਜਿਨ੍ਹਾਂ ਨੇ ਡਾਕਟਰੇਟ ਦੀ ਡਿਗਰੀ ਕੀਤੀ ਔਰ ਬਹੁਤਿਆਂ ਨੂੰ, ਸ਼ਾਇਦ ਮੈਨੂੰ ਵੀ ਪਹਿਲਾਂ ਇਹ ਭੁਲੇਖਾ ਸੀ ਕਿ ਇਹਨਾਂ ਨੇ ਆਪਣੀ ਜਿਹੜੀ ਡਾਕਟਰੇਟ ਆ ਉਹ ਸ਼ਾਇਦ ਪੰਜਾਬੀ ਸਾਹਿਤ ਵਿੱਚ ਜਾਂ ਸੰਗੀਤ ਦੇ ਵਿੱਚ ਕੀਤੀ ਹੋਊਗੀ, ਪਰ ਪਬਲਿਕ ਐਡਮਿਨਿਸਟ੍ਰੇਸ਼ਨ ਦੇ ਵਿੱਚ ਇਹਨਾਂ ਨੇ ਜਿਹੜੀ ਆਪਣੀ ਡਾਕਟਰੇਟ ਦੀ ਡਿਗਰੀ ਕੀਤੀ। ਔਰ ਇੱਕ ਵਿਦਿਆਰਥੀ ਦੇ ਤੌਰ ਤੇ ਔਰ ਇੱਕ ਕਲਾਕਾਰ ਦੇ ਤੌਰ ਤੇ ਅੱਜ ਅਸੀਂ ਇਹਨਾਂ ਨਾਲ ਜਿਹੜਾ ਉਹ ਰੂਬਰੂ ਹੋਣ ਜਾ ਰਹੇ ਹਾਂ ਔਰ ਪਹਿਲਾਂ ਇਹਨਾਂ ਦੇ ਥੋੜੇ ਜਿਹੇ ਵਿਦਿਆਰਥੀ ਜੀਵਨ ਬਾਰੇ ਜਾਣਨ ਦੀ ਕੋਸ਼ਿਸ਼ ਕਰਾਂਗੇ। ਔਰ ਜਿਸ ਤਰ੍ਹਾਂ ਮੈਂ ਪਹਿਲਾਂ ਵੀ ਗੱਲ ਕੀਤੀ ਸੀ ਕਿ ਪੰਜਾਬ ਅੱਜ ਕੱਲ੍ਹ ਇੱਕ ਬੜੇ ਇਤਿਹਾਸਕ ਦੌਰ ਦੇ ਵਿੱਚੋਂ ਲੰਘ ਰਿਹਾ ਔਰ ਇਸ ਦੌਰ ਦੀ ਖਾਸੀਅਤ ਇਹ ਕਿ ਇਹਦੇ ਵਿੱਚ ਜਿੱਥੇ ਵਿਦਿਆਰਥੀ ਵਰਗ, ਉੱਥੇ ਕਲਾਕਾਰਾਂ ਦੀ ਜਿਹੜੀ ਭੂਮਿਕਾ ਉਹ ਬਹੁਤ ਅਹਿਮ ਰਹੀ ਹੈ। ਅਸੀਂ ਦੇਖ ਰਹੇ ਹਾਂ ਕਿ ਕਿਸਾਨੀ ਅੰਦੋਲਨ ਦੇ ਵਿੱਚ ਜਿਸ ਤਰ੍ਹਾਂ ਸਾਡੇ ਵਿਦਿਆਰਥੀ ਵਰਗ ਨੇ ਔਰ ਕਲਾਕਾਰ ਭਾਈਚਾਰੇ ਨੇ ਆਪਣੀ ਹਾਜ਼ਰੀ ਲਵਾਈ ਹੈ, ਇਹ ਇੱਕ ਬਹੁਤ ਚੰਗਾ ਯਤਨ ਹੈ ਔਰ ਬਹੁਤ ਸਾਰਥਕ ਸਿੱਟਾ। ਔਰ ਆਉਣ ਵਾਲੇ ਸਮੇਂ ਦੇ ਵਿੱਚ ਵੀ ਇਹ ਚੀਜ਼ ਸ਼ਾਇਦ ਅੱਗੇ ਵਧੇ। ਸੋ ਜਿਵੇਂ ਕਿ ਅੱਜ ਕੱਲ੍ਹ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੀ ਸੈਂਕੜੇ ਗੀਤ ਆ ਚੁੱਕੇ ਆ ਔਰ ਇਹ ਸ਼ਾਇਦ ਫਸਲੀ ਬਟੇਰੇ ਮੈਂ ਉਹਨਾਂ ਕਲਾਕਾਰਾਂ ਨੂੰ ਕਹੂੰਗਾ ਕਿ ਜਿਨ੍ਹਾਂ ਨੇ ਮੌਕੇ ਦੀ ਹਵਾ ਨੂੰ ਵੇਖਦਿਆਂ ਹੋਇਆ ਇਹ ਰੁੱਖ ਅਪਣਾਇਆ। ਪਰ ਸਾਡੇ ਬਾਬਾ ਬੇਲੀ ਜੀ ਇਸ ਤਰ੍ਹਾਂ ਦੇ ਨਹੀਂ ਰਹੀ। ਉਹ ਮੈਨੂੰ ਯਾਦ ਹੈ ਇਹਨਾਂ ਦਾ ਇੱਕ ਗੀਤ ਕਿ ਗੌਰਮੈਂਟ ਸਾਡੇ ਬਾਰੇ ਕਿਉਂ ਨਹੀਂ ਸੋਚਦੀ, ਇਹ ਸ਼ਾਇਦ ਅੱਜ ਤੋਂ 3-4 ਸਾਲ ਪਹਿਲਾਂ ਦਾ ਗੀਤ ਹੈ ਇਹਨਾਂ ਦਾ। ਔਰ ਉਦੋਂ ਤੋਂ ਹੀ ਇਹ ਜਿਹੜੇ ਮਤਲਬ ਆਪਣੇ ਗਾਇਕੀ ਦੇ ਸ਼ੁਰੂਆਤੀ ਦੌਰ ਤੋਂ ਹੀ ਜਿਹੜਾ ਉਹ ਇਸ ਤਰ੍ਹਾਂ ਦੇ ਉਪਰਾਲੇ ਕਰ ਰਿਹਾ। ਸੋ ਅੱਜ ਜਿਹੜਾ ਸਾਡਾ ਮੇਨ ਮਕਸਦ ਹੈ ਇਹਨਾਂ ਦੇ ਵਿਦਿਆਰਥੀ ਜੀਵਨ ਬਾਰੇ ਔਰ ਵਿਦਿਆਰਥੀਆਂ ਦੀ ਅਜੋਕੇ ਸਮੇਂ ਦੇ ਵਿੱਚ ਭੂਮਿਕਾ ਬਾਰੇ ਔਰ ਕਲਾਕਾਰਾਂ ਬਾਰੇ ਅੱਜ ਅਸੀਂ ਇਹਨਾਂ ਨਾਲ ਗੱਲਬਾਤ ਕਰਾਂਗੇ। ਸੋ ਬਾਬਾ ਜੀ, ਤੁਹਾਡਾ ਬਹੁਤ ਬਹੁਤ ਸਵਾਗਤ ਹੈ ਸਾਡੇ ਪ੍ਰੋਗਰਾਮ ਦੇ ਵਿੱਚ। ਜੀ ਆਇਆਂ ਨੂੰ, ਮੋਸਟ ਵੈਲਕਮ। ਧੰਨਵਾਦ ਹਰਪ੍ਰੀਤ ਵੀਰ। ਆਪਾਂ ਕਾਫੀ ਨੈਟ ਦੀ ਜਿਹੜੀ ਟੈਕਨੀਕਲ ਮੁਸ਼ੱਕਤ ਤੋਂ ਬਾਅਦ ਦੁਬਾਰਾ ਇਸ ਪੇਜ ਤੇ ਜੁੜਿਆ। ਮੇਰੇ ਵਾਸਤੇ ਇਹ ਬੜੀ ਖੁਸ਼ਨਸੀਬੀ ਹੈ ਕਿ ਮੈਨੂੰ ਤੁਹਾਡੇ ਪੇਜ ਤੋਂ ਲਾਈਵ ਹੋਣ ਦਾ ਜਿਹੜਾ ਹੈਗਾ ਉਹ ਮੌਕਾ ਨਸੀਬ ਹੋਇਆ। ਤੋ ਆਓ ਗੱਲਾਂ ਬਾਤਾਂ ਦਾ ਆਪਾਂ ਹੁਣ ਸਿਲਸਿਲਾ ਸ਼ੁਰੂ ਕਰਦੇ ਹਾਂ ਜੀ। ਜੀ, ਸੋ ਪਹਿਲਾਂ ਤਾਂ ਮੇਰਾ ਬਾਬਾ ਜੀ ਬੇਸਿਕਲੀ ਸਵਾਲ, ਕਿਉਂਕਿ ਇਹ ਵਿਦਿਆਰਥੀਆਂ ਦਾ ਪੇਜ ਹੈ, ਅਸੀਂ ਇੱਕ ਵਿਦਿਆਰਥੀ ਦੇ ਤੌਰ ਤੇ ਤੁਹਾਨੂੰ ਜਿਹੜਾ ਉਹ ਸੁਣਨਾ ਚਾਹਾਂਗੇ ਕਿ ਇੱਕ ਵਿਦਿਆਰਥੀ ਦਾ ਜਿਹੜਾ ਮਾਨਸਿਕ ਪੱਧਰ ਉਹ ਕਿਸ ਤਰ੍ਹਾਂ ਦਾ ਹੁੰਦਾ। ਆਪਣੇ ਵਿਦਿਆਰਥੀ ਜੀਵਨ ਦੇ ਵਿੱਚ ਬਹੁਤ ਸਾਰੀਆਂ ਤੰਗੀਆਂ, ਤੁਰਸ਼ੀਆਂ, ਸਮੱਸਿਆਵਾਂ, ਹਾਸੇ ਠੱਠੇ, ਬਹੁਤ ਕੁਝ ਮਹਿਸੂਸ ਕਰਦਾ ਵਿਦਿਆਰਥੀ। ਸੋ ਮੈਨੂੰ ਇੱਕ ਤੁਹਾਡੇ ਬਾਰੇ ਵੀ ਪਤਾ ਲੱਗਿਆ ਸੀ ਕਿ ਤੁਸੀਂ PCS ਦੀ ਤਿਆਰੀ ਵੀ ਕਰਦੇ ਰਹੇ ਹੋ ਔਰ ਸ਼ਾਇਦ ਜਦੋਂ ਮੇਰੀ ਤੁਹਾਡੇ ਨਾਲ ਗੱਲ ਹੋਈ ਸੀ ਤੇ ਤੁਸੀਂ ਕਿਹਾ ਸੀ ਕਿ ਮੈਂ ਯਾਰ ਸਕੂਲ ਦੇ ਵਿੱਚ ਬੜਾ ਨਲਾਇਕ ਜਿਹੇ ਕਿਸਮ ਦਾ ਵਿਦਿਆਰਥੀ ਰਿਹਾ। ਮੈਂ ਦਾ ਪੇਜ ਹੈ ਔਰ ਇਹਦਾ ਨਾਂ ਹੀ ਬੀਇੰਗ ਏ ਸਟੂਡੈਂਟ ਹੈ। ਸੋ ਤੁਸੀਂ ਇੱਕ ਵਿਦਿਆਰਥੀ ਦੇ ਤੌਰ ਤੇ ਆਪਣੀਆਂ ਜਿਹੜੀਆਂ ਯਾਦਾਂ ਖੱਟੀਆਂ ਮਿੱਠੀਆਂ ਜੋ ਵੀ ਤਜਰਬੇ ਉਹ ਥੋੜੇ ਜਿਹੇ ਸਾਂਝੇ ਕਰੋ। ਫਿਰ ਜਿਵੇਂ ਜਿਵੇਂ ਸਾਡੇ ਦਰਸ਼ਕਾਂ ਦੇ ਕੋਈ ਸਵਾਲ ਹੋਊਗਾ ਤੇ ਮੈਂ ਉਹ ਵੀ ਕਰੂੰਗਾ ਔਰ ਜਿਹੜੇ ਮੇਰੇ ਸਵਾਲ ਆ ਉਹ ਮੈਂ ਵੀ ਦੁਹਰਾਊਂਗਾ। ਹਰਪ੍ਰੀਤ ਯਾਰ, ਇੱਕ ਸਟੂਡੈਂਟ ਦੇ ਤੌਰ ਤੇ ਮੈਂ ਜਿਹੜੀ ਮੇਰੀ ਸ਼ੁਰੂਆਤੀ ਸਕੂਲਿੰਗ ਦਾ ਸਮਾਂ ਹੈ ਜਾਂ ਜਿਹੜਾ ਮੇਰਾ ਪਹਿਲਾ ਬੁਨਿਆਦੀ ਐਜੂਕੇਸ਼ਨ ਹੈ, ਉਹਦੇ 'ਚ ਯਾਰ ਮੈਂ ਇੱਕ ਬਹੁਤ ਸਧਾਰਨ ਜਿਹੇ ਕਿਸਮ ਦਾ ਵਿਦਿਆਰਥੀ ਰਿਹਾ। ਜਿਵੇਂ ਆਪਾਂ ਸਾਰੇ ਹੁੰਦੇ ਹਾਂ ਵੀ ਸਕੂਲ ਜਾਣਾ, ਸਕੂਲੋਂ ਆਉਣਾ,
ਕੋਈ ਵਿਲੱਖਣਤਾ ਉਹ ਐਸੀ ਕੋਈ ਗੱਲ ਨਹੀਂ ਸੀ ਕਿ ਮੈਂ ਕਹਾਂ ਵੀ ਮੈਂ, ਤੇ ਉਹ ਸਿਰਫ ਜਿਹੜੇ ਆਪਦੇ ਸ਼ੌਂਕ ਸੀਗੇ ਉਹ ਵੱਖਰੇ ਚੱਲਦੇ ਰਹਿੰਦੇ ਸੀ ਘਰੇ। ਤਾਂ ਜਦੋਂ ਮਤਲਬ ਮੇਰੇ ਖਿਆਲ 8ਵੀਂ ਕਲਾਸ ਦੇ ਵਿੱਚ ਜਦੋਂ ਮੈਨੂੰ ਇਹ ਪਤਾ ਲੱਗਿਆ ਕਿ ਮੈਂ ਗਾ ਸਕਦਾ, ਤੇ 9ਵੀਂ 'ਚ ਮੈਨੂੰ ਮਤਲਬ ਇਹ ਮੈਂ ਗੀਤ ਜੋੜਨੇ ਵੀ ਸ਼ੁਰੂ ਕਰਤੇ ਸੀਗੇ। ਤਾਂ ਉਸ 8ਵੀਂ 9ਵੀਂ ਦੇ ਦੌਰ 'ਚ ਨਾ ਜਦੋਂ ਮੇਰੇ ਅੰਦਰੋਂ ਉਹ ਜਿਹੜਾ ਟੈਲੈਂਟ ਸੀਗਾ ਉਹ ਬਾਹਰ ਆਇਆ, ਤੇ ਉਹਨੂੰ ਸਟੇਜਾਂ ਦੇ ਉੱਤੇ ਐਕਸਪ੍ਰੈਸ਼ਨ ਦਾ ਮੌਕਾ ਮਿਲਿਆ। ਪਹਿਲਾਂ ਉਹ ਸਕੂਲ ਦੀਆਂ ਸਟੇਜਾਂ ਸੀਗੀਆਂ, ਫਿਰ ਉਹ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਮੁਕਾਬਲੇ ਦੀਆਂ ਸਟੇਜਾਂ ਆਈਆਂ। ਉਸ ਤੋਂ ਬਾਅਦ ਮੈਂ ਜਦੋਂ ਡਿਪਲੋਮਾ ਕੀਤਾ ਪੋਲੀਟੈਕਨਿਕ ਦੇ ਵਿੱਚ ਕੰਪਿਊਟਰ ਇੰਜੀਨੀਅਰਿੰਗ ਦਾ, ਸਰਕਾਰੀ ਬਹੁ ਤਕਨੀਕੀ ਸੰਸਥਾ ਅੰਮ੍ਰਿਤਸਰ ਤੋਂ, ਤਾਂ ਉਦੋਂ ਉਹਦੀਆਂ ਸਟੇਜਾਂ, ਫਿਰ ਬੋਰਡ ਦੀਆਂ ਗਾਂ ਅੱਗੇ ਯੂਥ ਫੈਸਟੀਵਲ ਦੀਆਂ ਸਟੇਜਾਂ ਤੇ ਅਸੀਂ ਗਏ। ਫਿਰ ਮੈਂ ਬੀਟੈਕ ਬਾਬਾ ਬੰਦਾ ਸਿੰਘ ਬਹਾਦਰ ਇੰਜੀਨੀਅਰਿੰਗ ਕਾਲਜ ਤੋਂ ਕੀਤੀ, ਫਤਿਹਗੜ੍ਹ ਸਾਹਿਬ ਤੋਂ। ਤਾਂ ਉੱਥੇ ਪੀਟੀਯੂ ਦੇ ਯੂਥ ਫੈਸਟੀਵਲ, ਫਿਰ ਜਦੋਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਆਏ ਤਾਂ ਉੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਜਿਹੜੇ ਯੂਥ ਫੈਸਟੀਵਲ ਸੀਗੇ, ਇਹਨਾਂ ਦੇ ਵਿੱਚ ਤਾਂ ਉਹ ਜਦੋਂ ਮਤਲਬ ਜਿਵੇਂ ਜਿਵੇਂ ਮੇਰੇ ਟੈਲੈਂਟ ਨੂੰ ਐਕਸਪੋਜ਼ਰ ਜਿਹੜਾ ਸੀ ਉਹ ਮਿਲਦਾ ਗਿਆ, ਤੇ ਜਿਸ ਕਿਸਮ ਦਾ ਐਕਸਪੋਜ਼ਰ ਮਿਲਦਾ ਗਿਆ ਉਹਦੇ ਮੁਤਾਬਕ ਜਿਹੜਾ ਸੀਗਾ ਉਹ ਮੇਰੀਆਂ ਐਕਟੀਵਿਟੀਜ਼ ਜਿਹੜੀਆਂ ਸੀ ਉਹ ਬਣਦੀਆਂ ਜੁੜਦੀਆਂ ਰਹੀਆਂ। ਤੇ ਉਹਦੇ ਮੁਤਾਬਕ ਹੀ ਮੇਰੀ ਜਿਹੜੀ ਸ਼ਖਸੀਅਤ ਸੀ ਉਹ ਵੀ ਬਣਦੀ ਸੰਵਰਦੀ ਰਹੀ, ਬਣਦੀ ਸੰਵਰਦੀ ਵਿਗੜਦੀ ਕਿਸੇ ਵੀ ਕਿਸਮ ਦੀ ਤੁਸੀਂ ਕਹਿ ਲਓ। ਉਹ ਮਤਲਬ ਤਾਂ ਮੇਰਾ ਇਹ ਮੰਨਣਾ ਕਿ ਕਾਫੀ ਹੱਦ ਤੱਕ ਤਾਂ ਜਿਹੜਾ ਯਾਰ ਜਦੋਂ ਤੱਕ ਨਾ ਬੱਚੇ ਦਾ ਮਤਲਬ ਜਦੋਂ ਤੱਕ ਉਹ ਇੱਕ ਸਧਾਰਨ ਵਿਦਿਆਰਥੀ ਵਾਂਗੂ ਸਕੂਲ ਜਾਂਦਾ ਹੈ, ਤਾਂ ਉਦੋਂ ਤੱਕ ਉਹ ਇੱਕ ਉਹਦਾ ਵੱਖਰਾ ਉਹਦਾ ਮਤਲਬ ਸਿਸਟਮ ਹੁੰਦਾ। ਜਦੋਂ ਉਹ ਉਹਦੇ ਕਿਸੇ ਵੀ ਵਿਸ਼ੇਸ਼ ਕਿੱਤੇ, ਚਾਹੇ ਉਹ ਖੇਡਾਂ ਹੋਣ, ਚਾਹੇ ਉਹ ਕਲਾਕਾਰੀ ਹੋਵੇ, ਚਾਹੇ ਉਹ ਕੋਈ ਜਿਸ ਕਿਸਮ ਦਾ ਵੀ ਟੈਲੈਂਟ ਉਹਦੇ ਵਿੱਚ ਹੈਗਾ, ਤਾਂ ਜਦੋਂ ਉਹਨੂੰ ਐਕਸਪੋਜ਼ਰ ਮਿਲਦਾ ਉਦੋਂ ਜਿਹੜਾ ਹੈਗਾ ਬੱਚੇ ਦਾ ਜਿਹੜਾ ਮਾਈਂਡ ਸੈਟ ਆ ਜਾਂ ਉਹਦਾ ਜਿਹੜਾ ਮਾਨਸਿਕ ਪੱਧਰ ਆ ਉਹਦੇ ਮੁਤਾਬਕ ਵਿਕਸਿਤ ਹੁੰਦਾ ਰਹਿੰਦਾ। ਉਹਨੂੰ ਕਿਸ ਤਰ੍ਹਾਂ ਦੇ ਮੌਕੇ ਮਿਲਦੇ ਆ, ਉਹਨੂੰ ਕਿਸ ਤਰ੍ਹਾਂ ਦੀਆਂ ਸਟੇਜਾਂ ਤੇ ਜਾਣ ਦਾ ਮੌਕਾ ਮਿਲਦਾ, ਤਾਂ ਉਹ ਸਾਰਾ ਕੁਝ ਯਾਰ ਮਿਲ ਜੁਲ ਕੇ ਅੱਛਾ ਫਿਰ ਉਹਨੂੰ ਉਸ ਸਾਰੇ ਕੁਝ ਦੇ ਦੌਰਾਨ ਬਾਹਰੋਂ ਕਿੰਨੀ ਕੁ ਸਪੋਰਟ ਮਿਲਦੀ ਹੈ, ਘਰੋਂ ਕਿੰਨੀ ਕੁ ਸਪੋਰਟ ਮਿਲਦੀ ਹੈ, ਤਾਂ ਸਾਰੀਆਂ ਜਿਹੜੀਆਂ ਚੀਜ਼ਾਂ ਨੇ ਉਹ ਮਿਲ ਕੇ ਇੱਕ ਬੰਦੇ ਦੀ ਜਿਹੜੀ ਪਰਸਨੈਲਿਟੀ ਓਵਰਆਲ ਹੁੰਦੀ ਹੈ ਉਹਦਾ ਨਿਰਮਾਣ ਕਰਦੀਆਂ। ਜੀ ਜੀ, ਉਹ ਵਿਦਿਆਰਥੀ ਜੀਵਨ ਦੇ ਵਿੱਚ ਜਿਵੇਂ ਤੁਸੀਂ ਕਿਹਾ ਕਿ ਨਾ ਵੀ ਓਵਰਆਲ ਜਿਹੜੀਆਂ ਚੀਜ਼ਾਂ ਮਿਲ ਕੇ ਉਹ ਸਾਡੀ ਸ਼ਖਸੀਅਤ ਦਾ ਨਿਰਮਾਣ ਕਰਦੀਆਂ। ਤੁਹਾਡੇ ਵਿਦਿਆਰਥੀ ਜੀਵਨ ਦੇ ਵਿੱਚ ਇਸ ਤਰ੍ਹਾਂ ਦੀ ਕੋਈ ਘਟਨਾ ਵਾਪਰੀ ਹੋਵੇ ਜਿਹਦੇ ਤੋਂ ਤੁਸੀਂ ਮਤਲਬ ਪ੍ਰੇਰਿਤ ਹੋਏ ਹੋਵੋ, ਜਾਂ ਜਿਹਦੇ ਤੋਂ ਤੁਹਾਡੇ ਜੇ ਹੀਣ ਭਾਵਨਾ ਵੀ ਆਈ ਹੋਵੇ, ਕਹਿ ਸਕਦੇ ਹਾਂ ਕਿ ਵਿਦਿਆਰਥੀ ਜੀਵਨ ਦੇ ਵਿੱਚ, ਜਿਵੇਂ ਸਕੂਲੀ ਵਿਦਿਆਰਥੀ ਜੀਵਨ ਦੇ ਵਿੱਚ ਮੈਨੂੰ ਲੱਗਦਾ ਹਾਂ ਜਦੋਂ ਤੱਕ ਮੈਂ ਨਾ ਅਸਲ 'ਚ ਕੀ ਹੁੰਦਾ ਕਿ ਮੈਂ ਜਦ ਤੱਕ ਯਾਰ ਦੇਖ ਮੇਰਾ ਸਿੰਗਿੰਗ ਵਾਲਾ ਟੈਲੈਂਟ ਨਹੀਂ ਸੀ ਉੱਭਰਿਆ, ਜਾਂ ਮੈਨੂੰ ਵੀ ਨਹੀਂ ਸੀ ਪਤਾ ਵੀ ਮੈਂ ਸਟੇਜ ਤੇ ਗਾ ਸਕਦਾ ਜਾਂ ਮੈਂ ਗਾ ਸਕਦਾ, ਮੈਨੂੰ ਕੁਦਰਤ ਵੱਲੋਂ ਆਵਾਜ਼ ਦੀ ਬਖਸ਼ਿਸ਼, ਉਦੋਂ ਤੱਕ ਮੈਂ ਜਿਹੜਾ ਮੇਰਾ 7ਵੀਂ ਤੱਕ ਦਾ ਜਿਹੜਾ ਮੇਰੀ ਸਕੂਲਿੰਗ ਆ ਉਹ ਇੱਕ ਇਨਫੀਰੀਟੀ ਕੰਪਲੈਕਸ ਦੇ ਵਿੱਚੋਂ ਗੁਜ਼ਰੀ ਹੈ, ਕਿ ਜਿਹਦੇ ਵਿੱਚ ਐਂ ਲੱਗਣਾ ਵੀ ਯਾਰ ਵੀ ਅਸੀਂ ਜਿਹਦੇ 'ਚ ਅਸੀਂ ਉਹਨਾਂ ਬੱਚਿਆਂ ਨੂੰ ਬੜੀ ਰੀਝ ਨਾਲ ਦੇਖਦੇ ਜਿਹੜੇ ਸਵੇਰੇ ਸਕੂਲੇ ਮਤਲਬ ਪ੍ਰੇਅਰ ਕਰਾਉਂਦੇ ਜਾਂ ਪੀਟੀ ਕਰਾਉਂਦੇ, ਤੇ ਜਾਂ ਫਿਰ ਜਿਹੜੇ ਬੰਦੇ ਖੇਡਾਂ ਦੇ ਵਿੱਚ ਬੱਲਾਂ ਮਾਰਦੇ, ਫਿਰ ਉਹਨਾਂ ਦਾ ਜਦੋਂ ਕੋਈ ਸਨਮਾਨ ਹੁੰਦਾ, ਤਾਂ ਉਦੋਂ ਯਾਰ ਸਾਡੇ ਅੰਦਰ ਇੱਕ ਮਤਲਬ ਕੁਦਰਤੀ ਸੀ, ਐਂ ਲੱਗਦਾ ਸੀ ਵੀ ਯਾਰ ਵੀ ਸ਼ਾਇਦ ਇਹ ਸਪੈਸ਼ਲ ਨੇ, ਅਸੀਂ ਤਾਂ ਸਧਾਰਨ ਜਿਹੇ ਆ ਜੀ। ਤਾਂ ਮੈਂ ਇੱਕ ਬੜਾ ਮਤਲਬ ਦਬਿਆ ਹੋਇਆ ਤੇ ਡਰੂ ਜਿਹੇ ਕਿਸਮ ਦਾ ਵਿਦਿਆਰਥੀ ਹੁੰਦਾ ਸੀਗਾ, ਮਤਲਬ ਡਰ ਕੇ ਜੇ ਰਹਿਣਾ। ਤੇ ਉਦੋਂ ਨਾ ਸਕੂਲਾਂ 'ਚ ਜਿਵੇਂ ਅੱਜ ਵੀ ਹੁੰਦਾ ਸਕੂਲਾਂ ਕਾਲਜਾਂ 'ਚ ਵੀ ਕੁਛ ਤਾਂ ਜਿਹੜੇ ਹੁੰਦੇ ਉਹ ਚੜ੍ਹਦੇ ਜਿਹੇ ਬੰਦੇ ਹੁੰਦੇ ਨੇ ਵੀ ਜਿਹਨਾਂ ਦਾ ਨਾਂ ਹੁੰਦਾ, ਚਾਹੇ ਅੱਛਾ ਉਹ ਜਿਹੜੀ ਛੋਟੀ ਉਮਰ ਹੁੰਦੀ ਹੈ ਹਰਪ੍ਰੀਤ, ਜਿਵੇਂ 7ਵੀਂ 8ਵੀਂ ਵਾਲੀ ਜਿਹੜੀ ਉਮਰ ਹੁੰਦੀ ਹੈ, ਉਹਦੇ ਤੇ ਨਾ ਬੰਦੇ ਨੂੰ ਨਾਮ ਬਣਾਉਣ ਦਾ ਬੜਾ ਚਸਕਾ ਹੁੰਦਾ, ਨਾਮਵਰ ਹੋਣ ਦਾ ਬੜਾ ਚਸਕਾ ਹੁੰਦਾ। ਤੇ ਜਿਹੜਾ ਨਾਮਵਰ ਹੋ ਜਾਂਦਾ ਕਿਸੇ ਕਾਰਨ ਨੂੰ ਤਾਂ ਹੋ ਜਾਂਦਾ, ਜਿਹੜਾ ਨਹੀਂ ਹੋ ਜਾਂਦਾ ਉਹਨੂੰ ਇਹ ਹੁੰਦਾ ਵੀ ਮੈਂ ਕਿਸੇ ਨਾਮਵਰ ਵਿਦਿਆਰਥੀ ਦੇ ਨਾਲ ਵੀ ਜਿਹਦਾ ਨਾਂ ਹੈ ਵੀ ਮੇਰਾ ਉਹਦੇ ਨਾਲ ਕਿਸੇ ਤਰੀਕੇ ਦਾ ਕੋਈ ਸਾਂਝ ਹੋਵੇ। ਔਰ ਜ਼ਿਆਦਾਤਰ ਉਹ ਜਿਹੜਾ ਉਸ ਉਮਰ ਦੇ ਵਿੱਚ ਜਿਹੜੇ ਲੋਕ ਅਪੀਲ ਕਰਦੇ ਨੇ ਉਹ ਸਾਰੇ ਉਹ ਕਰਦੇ ਨੇ ਜਿਨ੍ਹਾਂ ਨੂੰ ਅਸੀਂ ਨੈਗੇਟਿਵ ਕਰੈਕਟਰ ਮੰਨਦੇ ਹਾਂ, ਜਿਵੇਂ ਲੜਨ ਭਿੜਨ ਵਾਲੇ ਜਿਹੜੇ ਬੰਦੇ ਹੁੰਦੇ ਨੇ ਹਨਾ, ਬਾਹੂਬਲੀ ਟਾਈਪ, ਉਹ ਅੱਛੇ ਲੱਗਦੇ ਨੇ। ਤਾਂ ਮੈਨੂੰ ਚੇਤਾ ਆਉਂਦਾ ਹੈ ਵੀ ਸਾਡੀ ਵੀ ਕਲਾਸ 'ਚ ਇੱਕ ਬਾਹੂਬਲੀ ਹੁੰਦਾ ਸੀ, ਉਹ ਸਕੂਲ ਦਾ ਬਾਹੂਬਲੀ ਸੀ ਉਹ, ਤੇ ਕਮਲ ਮੇਰਾ ਅੱਛਾ ਮੁੜ ਕੇ ਮੇਰਾ ਬੜਾ ਅੱਛਾ ਦੋਸਤ ਬਣਿਆ। ਅੱਛਾ ਉਹਨੂੰ ਕੀ ਸੀ, ਉਹਨੂੰ ਗਾਉਣ ਦਾ ਸ਼ੌਂਕ ਸੀ। ਤੇ ਇੱਕ ਵਾਰੀ ਨਾ ਉਹ ਕਲਾਸ ਦੇ ਵਿੱਚ ਬੈਠਾ ਪਿਛਲੇ ਡੈਸਕ ਤੇ ਪਿਛਲੇ ਬੈਂਚ ਤੇ ਬਹਿੰਦਾ ਸੀ, ਉਹ ਉੱਥੇ ਬੈਠਾ ਗਾ ਰਿਹਾ,
ਉਦੋਂ ਮੰਡੇਰ ਭਰਾਵਾਂ ਦਾ ਨਵਾਂ ਗੀਤ ਆਇਆ ਸੀ, ਸੁਣ ਪਰਦੇਸੀ ਵੀਰਾ। ਤੇ ਉਹ ਜਦੋਂ ਗਾ ਰਿਹਾ ਤੇ ਉਹ ਮੈਨੂੰ ਗੀਤ ਸੁਣਨ ਦਾ ਬੜਾ ਚਸਕਾ ਸੀ, ਤੇ ਗੀਤ ਮੈਨੂੰ ਯਾਦ ਬੜੀ ਛੇਤੀ ਹੋ ਜਾਂਦੇ ਸੀ। ਤੇ ਮੈਂ ਉਹਨੂੰ ਨਾ ਸੁਣ ਕੇ ਮੈਂ ਪਿੱਛੇ ਦੇਖਿਆ ਤੇ ਮੈਂ ਕਿਹਾ ਯਾਰ ਤੂੰ ਗਲਤ ਗਾਈ ਜਾਂਦਾ ਵੀ ਇਹਦੀ ਜਿਹੜੀ ਵਰਡਿੰਗ ਹੈਗੀ ਆ ਉਹ ਇਸ ਤਰ੍ਹਾਂ ਨਹੀਂ ਹੈਗੀ। ਤਾਂ ਉਹ ਹੁਣ ਬਾਹੂਬਲੀ ਸੀ, ਉਹ ਕਹਿੰਦਾ ਓਏ ਹੁਣ ਤੂੰ ਦੱਸੇਗਾ, ਓਏ ਕਹਿੰਦਾ ਚੱਲ ਤੂੰ ਸੁਣਾ ਫਿਰ, ਕਹਿੰਦਾ ਹੁਣ ਮੈਂ ਤੈਨੂੰ। ਉਹਨੇ ਤਾਂ ਮਤਲਬ ਐਂ ਕਿਹਾ, ਜਦੋਂ ਮੈਂ ਸੁਣਾਤਾ ਤਾਂ ਉਹਨੂੰ ਐ ਲੱਗਿਆ ਯਾਰ ਵੀ ਇਹ ਤਾਂ ਗਾਉਂਦਾ ਹੀ ਬੜਾ ਸੋਹਣਾ ਹੈ ਉਹਨੂੰ। ਔਰ ਉਹਨੇ ਫਿਰ ਕੀ ਕੀਤਾ, ਉਹਨੇ ਮੈਨੂੰ ਲੈ ਗਿਆ। ਉਹ ਫਿਰ ਜਿਹੜੇ ਬਾਕੀ ਸਕੂਲ ਦੇ ਵੱਡੇ ਬਾਹੂਬਲੀ ਸੀ 9ਵੀਂ 10ਵੀਂ ਵਾਲੇ, ਉਹ ਵੀ ਹੁੰਦਾ ਨਾ ਬੜਾ ਸਿਸਟਮ ਹੁੰਦਾ ਵੀ ਇੱਕ 10ਵੀਂ ਵਾਲੇ ਬਾਹੂਬਲੀ, ਇੱਕ 9ਵੀਂ ਵਾਲੇ, ਉਹ ਫਿਰ ਉਹਨੇ ਮੈਨੂੰ ਉਹਨਾਂ ਦੇ ਵਿੱਚ ਜਾ ਕੇ ਖੜਾ ਕਰਤਾ ਤੇ ਮੈਨੂੰ ਕਹਿੰਦਾ ਆਹ ਦੇਖੋ ਮੁੰਡਾ ਗਾਉਂਦਾ। ਤੇ ਉਹ ਮੈਂ ਉਹਨਾਂ ਨੂੰ ਸੁਣਾਇਆ। ਉਹਦੇ ਨਾਲ ਕੀ ਹੋਇਆ, ਮੇਰਾ ਜਿਹੜਾ ਸੀਗਾ ਸਿੱਧੀ ਜਾਣ ਪਛਾਣ ਜੀ ਇੱਕਦਮ ਹੀ, ਮਤਲਬ ਮੇਰੀ ਕਾਲਜ ਦੇ ਸਕੂਲ ਦੇ ਵਿੱਚ ਜਿਹੜੇ ਉਹ ਸੀਨੀਅਰ ਮੁੰਡੇ ਸੀ ਜਿਨ੍ਹਾਂ ਨਾਲ ਜਾਣ ਪਛਾਣ ਹੋਣੀ ਇੱਕ ਸ਼ਾਨ ਮੰਨੀ ਜਾਂਦੀ ਸੀ, ਮੇਰੀ ਉਹਨਾਂ ਨਾਲ ਸਿੱਧੀ ਹੋਈ ਜਾਣ ਪਛਾਣ ਹੋ ਗਈ। ਉਹ ਫਿਰ ਅੱਧੀ ਛੁੱਟੀ ਵੇਲੇ ਉਹਨਾਂ ਕੋਲ ਬੈਠਣ ਲੱਗ ਗਏ। ਤਾਂ ਉਹ ਸਾਰੀਆਂ ਪਹਿਲਾਂ ਤਾਂ ਇਹਨਾਂ ਚੀਜ਼ਾਂ ਨੇ ਬੜਾ ਅਟਰੈਕਟ ਕੀਤਾ ਵੀ ਅੱਛਾ ਵੀ ਯਾਰ ਵੀ ਇੱਕ ਗਾਉਣ ਕਰਕੇ ਵੀ ਤੁਹਾਡੀ ਜਿਹੜੀ ਹੈ ਵਾਕਫੀਅਤ ਹੋ ਜਾਂਦੀ ਹੈ। ਔਰ ਉਹ ਅੱਜ ਤੱਕ ਉਹ ਸਿਲਸਿਲਾ ਉਵੇਂ ਹੀ ਜਾਰੀ ਹੈ। ਮਤਲਬ ਮੈਂ ਅੱਜ ਵੀ ਇਹ ਮਹਿਸੂਸ ਕਰਦਾ ਵੀ ਮੇਰੀ ਤਾਂ ਕੋਈ ਹਸਤੀ ਨਹੀਂ, ਮੈਂ ਤਾਂ ਇੱਕ ਇੱਕ ਆਮ ਸਧਾਰਨ ਜਿਹਾ ਬੰਦਾ। ਤਾਂ ਲਿਖਣ ਗਾਉਣ ਕਰਕੇ ਅੱਜ ਥੋੜਾ ਬਹੁਤਾ ਜਿਵੇਂ ਵਾਕਫੀਆਂ ਦਾ ਦੌਰ ਹੈ, ਤੋ ਹਰੇਕ ਖੇਤਰ ਦੇ ਵਿੱਚ ਜਿੱਥੇ ਵੀ ਜਾਈਏ ਕੋਈ ਨਾ ਕੋਈ ਅੱਗੇ ਕੋਈ ਜਾਣਨ ਪਹਿਚਾਨਣ ਵਾਲਾ ਤਕਰੀਬਨ ਕਦੇ ਨਾ ਕਦੇ ਕੋਈ ਨਾ ਕੋਈ ਮਿਲ ਜਾਂਦਾ, ਤਾਂ ਬੜਾ ਅੱਛਾ ਲੱਗਦਾ। ਤੇ ਪਹਿਲਾਂ ਤਾਂ ਸਿਰਫ ਇਸ ਚੀਜ਼ ਨੇ ਹਰਪ੍ਰੀਤ ਮੈਨੂੰ ਮੋਟੀਵੇਟ ਕੀਤਾ ਵੀ ਇਹਦੇ ਨਾਲ ਮੇਰੀ ਪਛਾਣ ਬਣਦੀ ਹੈ। ਉਸ ਤੋਂ ਬਾਅਦ ਲਿਖਣ ਦਾ ਜਿਹੜਾ ਸਿਲਸਿਲਾ ਸੀ ਉਹ ਵੀ ਵਿਦਿਆਰਥੀ ਜੀਵਨ ਦੌਰਾਨ ਨਾ ਮੈਨੂੰ ਕਿਉਂਕਿ ਦੇਖੋ ਮੈਂ ਬਿਲਕੁਲ ਆਮ ਸਧਾਰਨ ਤੇ ਪੜ੍ਹਾਈ ਤੋਂ ਭੱਜਣ ਵਾਲਾ ਜਿਹੜਾ ਵਿਦਿਆਰਥੀ ਸੀ, ਵੀ ਜਿਹਦਾ ਪੜ੍ਹਾਈ 'ਚ ਕੋਈ ਇੰਟਰਸਟ ਨਹੀਂ, ਪਰ ਹਾਂ ਅਖਬਾਰ ਪੜ੍ਹਨ ਦਾ ਸ਼ੌਂਕ ਸ਼ੁਰੂ ਤੋਂ ਹੀ ਸੀ। ਕਿਉਂਕਿ ਸਾਡੇ ਪਿਤਾ ਜੀ ਬਹੁਤ, ਮਤਲਬ ਸਾਡੇ ਘਰ 'ਚ ਨਾ ਕੋਈ ਸਾਹਿਤਕ ਮਾਹੌਲ ਤਾਂ ਹੈ ਨਹੀਂ ਤੇ ਨਾ ਹੀ ਕੋਈ ਕਿਸੇ ਨੂੰ ਕਿਤਾਬਾਂ ਪੜ੍ਹਨ ਦਾ ਕੋਈ ਸ਼ੌਂਕ ਸੀਗਾ, ਪਰ ਹਾਂ ਮੇਰੇ ਪਿਤਾ ਜੀ ਨੂੰ ਅਖਬਾਰ ਪੜ੍ਹਨ ਦਾ ਬਹੁਤ ਸ਼ੌਂਕ ਸੀ। ਤਾਂ ਅਸੀਂ ਜਦੋਂ ਵੀ ਨਾ ਅਸੀਂ ਬਚਪਨ ਤੋਂ ਹੀ ਆਪਦੇ ਪਿਤਾ ਨੂੰ ਦੇਖੀ ਗਏ। ਇਹ ਚੀਜ਼ ਵੀ ਮੈਂ ਅਕਸਰ ਕਹਿਣਾ ਕਿ ਅਸੀਂ ਜੋ ਵੀ ਆਪਦੇ ਬੱਚਿਆਂ ਨੂੰ ਕੋਈ ਗੁਣ ਦੇਣਾ ਚਾਹੁੰਦੇ ਹਾਂ, ਜਾਂ ਅਸੀਂ ਆਪਣੇ ਬੱਚਿਆਂ 'ਚ ਜੇ ਕੋਈ ਗੁਣ ਵਿਕਸਿਤ ਹੋਇਆ ਵੇਖਣਾ ਚਾਹੁੰਦੇ ਹਾਂ, ਤਾਂ ਸਭ ਤੋਂ ਪਹਿਲਾਂ ਸਾਨੂੰ ਉਹ ਗੁਣ ਆਪਣੇ 'ਚ ਲਿਆਉਣਾ ਪਊਗਾ। ਕਿਉਂਕਿ ਬੱਚਾ ਜਿਹੜਾ ਹੈਗਾ ਤੁਹਾਡੇ ਕਹੇ ਤੇ ਨਹੀਂ ਬੱਚੇ ਨੇ ਕੁਝ ਕਰਨਾ ਸ਼ੁਰੂ ਕਰਨਾ, ਜਾਂ ਬੱਚੇ ਨੇ ਤੁਹਾਡੇ ਕਹੇ ਤੇ ਕੋਈ ਗੁਣ ਅਡਾਪਟ ਨਹੀਂ ਕਰਨਾ, ਉਹਨੇ ਤੁਹਾਨੂੰ ਦੇਖ ਕੇ ਕਰਨਾ। ਤਾਂ ਜੇ ਤੁਸੀਂ ਚਾਹੁੰਦੇ ਹੋ ਵੀ ਤੁਹਾਡਾ ਬੱਚਾ ਇਸ ਖੇਤਰ 'ਚ ਮਿਹਨਤ ਕਰੇ, ਪਹਿਲਾਂ ਤੁਹਾਨੂੰ ਉਸ ਖੇਤਰ 'ਚ ਮਿਹਨਤ ਕਰਨੀ ਪਊਗੀ। ਜੇ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਬੱਚੇ 'ਚ ਇਹ ਔਗਣ ਨਾ ਹੋਵੇ ਜਾਂ ਇਹ ਕਮੀ ਨਾ ਹੋਵੇ ਜਿਹੜੀ ਮੇਰੇ 'ਚ, ਤਾਂ ਪਹਿਲਾਂ ਤੁਹਾਨੂੰ ਉਹ ਕਮੀ ਆਪਣੇ 'ਚ ਦੂਰ ਕਰਨੀ ਪਊਗੀ। ਤਾਂ ਮੈਂ ਮਤਲਬ ਆਪਣੇ ਪਿਤਾ ਜੀ ਨੂੰ ਦੇਖ ਕੇ ਸਿੱਖਿਆ। ਮੇਰੇ ਪਿਤਾ ਜੀ ਮਤਲਬ ਸਾਡੇ ਘਰੇ ਅਜੀਤ ਅਖਬਾਰ ਆਉਂਦਾ ਸੀ, ਸਾਡੇ ਗੁਆਂਢੀਆਂ ਦੇ ਘਰ ਉਦੋਂ ਜਗਬਾਣੀ ਅਖਬਾਰ ਆਉਂਦਾ ਸੀ। ਤਾਂ ਮੇਰੇ ਪਿਤਾ ਜੀ ਬਹੁਤ ਸਵੇਰ ਤੋਂ ਹੀ ਬੇਚੈਨ ਹੋ ਜਾਂਦੇ ਵੀ ਅਖਬਾਰ ਕਦੋਂ ਆਊਗਾ, ਜਦੋਂ ਆਊਗਾ ਤਾਂ ਉਹ ਅਖਬਾਰ ਨੂੰ ਫਿਰ ਪੂਰਾ ਮਤਲਬ ਰੀਝ ਨਾਲ ਪੜ੍ਹਦੇ ਅਖਬਾਰ ਨੂੰ। ਫਿਰ ਮੈਨੂੰ ਕਹਿੰਦੇ ਕਿ ਆਹ ਲੈ ਵੀ ਆਪਣੀ ਅਜੀਤ ਅਖਬਾਰ ਗੁਆਂਢੀਆਂ ਦੇ ਘਰ ਦੇ ਕੇ ਆ ਤੇ ਗੁਆਂਢੀਆਂ ਦੀ ਜਗਬਾਣੀ ਲੈ ਕੇ ਆ। ਫਿਰ ਉਹ ਜਗਬਾਣੀ ਨੂੰ ਪੜ੍ਹਦੇ। ਤਾਂ ਮੈਨੂੰ ਇਹ ਲੱਗਣ ਲੱਗਾ ਵੀ ਯਾਰ ਅਖਬਾਰ ਦੇ ਵਿੱਚ ਕੁਝ ਵਧੀਆ ਹੀ ਚੀਜ਼ ਹੁੰਦੀ ਹੋਊ, ਜਿਹੜਾ ਮੇਰੇ ਜਿਹੜੇ ਪਿਤਾ ਜੀ ਵੀ ਇੰਨਾ ਸ਼ਿੱਦਤ ਨਾਲ ਉਹਨੂੰ ਪੜ੍ਹਦੇ। ਤਾਂ ਉਸ ਚੀਜ਼ ਨੇ ਨਾ ਸਾਨੂੰ ਦੋਹਾਂ ਭਰਾਵਾਂ ਨੂੰ ਹੀ, ਮਤਲਬ ਮੇਰੇ ਤੋਂ ਛੋਟੇ ਨੂੰ ਵੀ, ਸਾਨੂੰ ਅਖਬਾਰ ਦਾ ਚਸਕਾ ਸ਼ੁਰੂ ਤੋਂ ਹੀ ਲਾਤਾ। ਤਾਂ ਫਿਰ ਅਖਬਾਰ ਦੇ ਵਿੱਚ ਕਹਾਣੀਆਂ, ਕਵਿਤਾਵਾਂ, ਸਾਰਾ ਕੁਝ ਅਸੀਂ ਪੜ੍ਹਨਾ। ਤਾਂ ਉਹ ਮਤਲਬ ਪੜ੍ਹਨ ਦਾ ਚਸਕਾ ਉੱਥੋਂ ਪੈ ਗਿਆ। ਪਰ ਉਦੋਂ ਤੱਕ ਪਤਾ ਹੀ ਨਹੀਂ ਸੀ ਕਿ ਕਿਤਾਬਾਂ ਵੀ ਹੁੰਦੀਆਂ ਨੇ, ਨਾਵਲ ਵੀ ਹੁੰਦੇ ਨੇ, ਕਹਾਣੀਆਂ ਵੀ ਹੁੰਦੀਆਂ ਨੇ, ਇਹਨਾਂ ਗੱਲਾਂ ਦਾ ਤਾਂ ਪਤਾ ਹੀ ਨਹੀਂ ਸੀ। ਤਾਂ ਸਾਡੇ ਘਰੇ ਜਿਵੇਂ ਮੇਰੇ ਮਾਤਾ ਜੀ ਸੀਗੇ, ਉਹਨਾਂ ਨੂੰ ਬਸ ਜਿਵੇਂ ਧਾਰਮਿਕ ਕਿਤਾਬਾਂ ਜਾਂ ਸਿੱਖ ਇਤਿਹਾਸ ਪੜ੍ਹਨ ਦਾ ਬਹੁਤ ਸ਼ੌਂਕ ਸੀਗਾ। ਤਾਂ ਉਹ ਸਾਡੇ ਘਰੇ ਮਤਲਬ ਪੜ੍ਹਨ ਨੂੰ ਸਾਡੇ ਕੋਲੇ ਉਹੀ ਸੀ। ਤੇ ਕਥਾਵਾਂ, ਸਾਖੀਆਂ ਜਾਂ ਇਤਿਹਾਸ, ਉਹ ਫਿਰ ਮਤਲਬ ਉਸ ਕਿਉਂਕਿ ਹੋਰ ਕੁਛ ਹੈ ਨਹੀਂ ਸੀ ਪੜ੍ਹਨ ਨੂੰ, ਤਾਂ ਫਿਰ ਅਸੀਂ ਉਹੀ ਪੜ੍ਹ ਮਾਰਨਾ। ਜਾਂ ਮੇਰੇ ਮਾਤਾ ਜੀ ਜਿਵੇਂ ਹੋਮੋਪੈਥੀ ਦੇ ਪ੍ਰੈਕਟੀਸ਼ਨਰ ਸੀਗੇ, ਤਾਂ ਹੋਮੋਪੈਥੀ ਨਾਲ ਸੰਬੰਧਿਤ ਕਿਤਾਬਾਂ ਘਰੇ ਪਈਆਂ ਹੋਣੀਆਂ ਤਾਂ ਉਹੀ ਪੜ੍ਹ ਗਏ। ਕਿਉਂਕਿ ਪੜ੍ਹਨ ਨੂੰ ਕੁਝ ਹੈ ਨਹੀਂ ਸੀ, ਤਾਂ ਹੋਮੋਪੈਥੀ ਦੀਆਂ ਕਿਤਾਬਾਂ ਹੀ ਮਤਲਬ ਅਸੀਂ ਪੜ੍ਹਦੇ ਰਹਿੰਦੇ ਬੈਠੇ ਵਿਹਲੇ ਟਾਈਮ ਪਾਸ ਕਰਨ। ਤਾਂ ਇਹਨਾਂ ਯਾਰ ਸਾਰੀਆਂ ਚੀਜ਼ਾਂ ਨੇ ਮਿਲ ਕੇ ਇੱਕ ਜਿਵੇਂ ਜਗਿਆਸਾ ਜਗਾਈ ਪੜ੍ਹਨ ਦੀ। ਤਾਂ ਜਦੋਂ ਮੈਨੂੰ ਯਾਦ ਹੈ ਜਦੋਂ ਮੇਰਾ ਸਕੂਲ ਸ਼ਿਫਟ ਹੋਇਆ, ਸੰਤ ਸਿੰਘ ਸੁਖਾ ਸਿੰਘ, ਮੈਂ ਸਕੂਲ ਫੋਰੈਸਟ ਸਕੂਲ ਅੰਮ੍ਰਿਤਸਰ ਦਾ ਕਾਫੀ ਅੱਛਾ ਸਕੂਲ ਹੈ, ਉੱਥੇ ਜਦੋਂ ਮੈਂ ਆਇਆ ਤਾਂ ਮੈਨੂੰ ਪਹਿਲਾ ਚਾਅ ਇਸੇ ਗੱਲ ਤੇ ਚੜਿਆ ਵੀ ਯਾਰ ਇਸ ਸਕੂਲ ਦੇ ਵਿੱਚ ਲਾਇਬ੍ਰੇਰੀ ਹੈ। ਤੇ ਫਿਰ ਮੈਂ ਲਾਇਬ੍ਰੇਰੀ ਦੇ ਵਿੱਚ ਜਾ ਕੇ ਉੱਥੇ ਮਤਲਬ ਪਹਿਲਾਂ ਜਿਹੜੀਆਂ ਬੱਚਿਆਂ ਦੇ ਲੈਵਲ ਦੀਆਂ ਕਿਤਾਬਾਂ ਉਹ ਪੜ੍ਹਨੀਆਂ ਸ਼ੁਰੂ ਕੀਤੀਆਂ। ਫਿਰ ਕਿੱਸੇ ਉੱਥੇ ਹੀ ਮਤਲਬ 10ਵੀਂ ਤੱਕ ਮੈਂ ਜਿਵੇਂ ਹੀਰ, ਸੋਹਣੀ ਮਹੀਵਾਲ, ਸੱਸੀ ਪੁੰਨੂ, ਸ਼ੀਰੀ ਫਰਹਾਦ, ਇਹ ਸਾਰੇ ਜਿਹੜੇ ਰੂਪ ਬਸੰਤ, ਇਹ ਸਾਰੇ ਜਿਹੜੇ ਕਿੱਸੇ ਸੀਗੇ, ਇਹ ਤਾਂ ਮਤਲਬ ਮੈਂ 10ਵੀਂ ਤੱਕ ਉਸ ਲਾਇਬ੍ਰੇਰੀ ਦੇ ਵਿੱਚ ਮੈਂ ਉਹਨਾਂ ਨੂੰ ਪੜ੍ਹ ਆਇਆ ਸੀਗਾ। ਉਸ ਤੋਂ ਬਾਅਦ ਇਸ ਤਰ੍ਹਾਂ ਦਾ ਰੁਝਾਨ ਬਣ ਗਿਆ ਹਰਪ੍ਰੀਤ ਕੇ
ਮੈਂ ਟੈਕਨੀਕਲ ਐਜੂਕੇਸ਼ਨ 'ਚ ਆ ਗਿਆ। ਮੈਂ ਆਉਣਾ ਨਹੀਂ ਸੀ ਚਾਹੁੰਦਾ, ਪਰ ਜਿਵੇਂ ਆਪਣੇ ਬਹੁਤੇ ਮੱਧ ਵਰਗੀ ਪਰਿਵਾਰਾਂ 'ਚ ਹੁੰਦਾ ਹੈ ਕਿ ਬੱਚੇ ਨੂੰ ਜੀ ਕਿਸੇ ਜੋਬ ਵਾਲੀ ਲਾਈਨ 'ਚ ਪਾਉਣਾ, ਮੈਂ ਜੋਬ 'ਚ ਜਾਣਾ ਨਹੀਂ ਸੀ ਚਾਹੁੰਦਾ। ਮੇਰੀ ਇੱਛਾ ਇਹ ਸੀ, ਸਾਡੇ ਅੰਮ੍ਰਿਤਸਰ ਦੇ ਵਿੱਚ ਖਾਲਸਾ ਕਾਲਜ ਬਹੁਤ ਫੇਮਸ ਹੈ, ਤੇ ਬੜੀ ਰੀਝ ਸੀ ਵੀ ਮੈਂ ਉਸ ਕਾਲਜ ਦੇ ਵਿੱਚ ਜਾਵਾਂ, ਉੱਥੇ ਮੈਂ ਮਿਊਜ਼ਿਕ ਰੱਖਣਾ ਚਾਹੁੰਦਾ ਸੀ। +1 ਦੇ ਵਿੱਚ ਸਬਜੈਕਟ ਆਰਟਸ, ਮੈਂ ਐਕਚੁਅਲੀ +1 ਆਰਟਸ ਦੇ ਵਿੱਚ ਕਰਨਾ ਚਾਹੁੰਦਾ ਸੀ। ਤਾਂ ਮੇਰੀ ਬੜੀ ਰੀਝ ਸੀ ਵੀ ਮੈਂ ਮਿਊਜ਼ਿਕ, ਪੰਜਾਬੀ ਲਿਟਰੇਚਰ, ਇਸ ਤਰ੍ਹਾਂ ਦੇ ਸਬਜੈਕਟਾਂ ਨੂੰ ਪੜ੍ਹਾਂ। ਤੇ ਪਰ ਉਹ ਜਿਵੇਂ ਵਿਧਾਨ ਬਣਿਆ ਸੀ ਜਾਂ ਵਿਧੀ ਬਣੀ ਸੀ ਉਦੋਂ, ਤਾਂ ਉਦੋਂ ਪਰ ਮੇਰੇ ਪੇਰੈਂਟਸ ਨੂੰ ਲੱਗਦਾ ਸੀ ਵੀ ਯਾਰ ਆਰਟਸ ਦਾ ਕੋਈ ਫਾਇਦਾ ਨਹੀਂ, ਜਿਵੇਂ ਕਿ ਅੱਜ ਵੀ ਬਹੁਤ ਗਿਣਤੀ ਪੇਰੈਂਟਸ ਨੂੰ ਇਦਾਂ ਲੱਗਦਾ ਹੈ, ਪਰ ਜਦ ਕਿ ਇਹ ਗੱਲ ਹੈ ਨਹੀਂ। ਤਾਂ ਉਦੋਂ ਉਹਨਾਂ ਨੂੰ ਲੱਗਾ ਵੀ ਯਾਰ ਆਰਟਸ ਨਹੀਂ, ਯਾਰ ਉਹ ਬਸ ਕਿਸੇ ਤੋਂ ਇੱਕ ਤਾਂ ਕੋਈ ਬਾਹਲਾ ਉਦੋਂ ਦੱਸਣ ਪੁੱਛਣ ਵਾਲਾ ਹੈ ਨਹੀਂ ਸੀ। ਤੇ ਉਦੋਂ ਫਿਰ ਬਸ ਇਹੀ ਦੇਖ ਕੇ ਵੀ ਸਾਰੇ ਲੋਕ, ਉਦੋਂ ਨਾ JET ਦਾ ਬਹੁਤ ਟ੍ਰੈਂਡ ਚੱਲਿਆ ਸੀ ਵੀ ਡਿਪਲੋਮਾ ਕਰ ਲਓ JET ਦਾ ਤੇ ਉਹਦੇ ਨਾਲ ਬੰਦਾ JE ਬਣ ਜਾਂਦਾ ਹੈ। ਤੇ ਉਹਨਾਂ ਨੂੰ ਇਹੀ ਸੀ ਵੀ ਚੱਲ ਯਾਰ ਕਿਸੇ ਸਰਵਿਸ ਦੇ ਵਿੱਚ ਇਹਨੂੰ ਪਾ ਦਾਂਗੇ। ਤੇ ਉਦੋਂ ਫਿਰ ਮੈਨੂੰ ਕੰਪਿਊਟਰ ਇੰਜੀਨੀਅਰਿੰਗ ਦੇ ਵਿੱਚ ਮਜਬੂਰਨ ਆਉਣਾ ਪਿਆ। ਤੇ ਉੱਥੇ ਆ ਕੇ ਵੀ ਮੈਂ ਮਤਲਬ ਇਹ ਮਹਿਸੂਸ ਕੀਤਾ ਵੀ ਯਾਰ ਮੈਂ ਤਾਂ ਇਹਦੇ ਵਾਸਤੇ ਬਣਿਆ ਹੀ ਨਹੀਂ। ਪਰ ਉਦੋਂ ਤੁਹਾਡੇ ਹੱਥ ਕੁਛ ਨਹੀਂ ਸੀ, ਤੁਹਾਨੂੰ ਮਤਲਬ ਤਾਂ ਉਮਰ ਛੋਟੀ ਸੀ, ਫੈਸਲੇ ਲੈ ਨਹੀਂ ਸਕਦੇ ਤੁਸੀਂ ਆਪਣੇ। ਤਾਂ ਉਦੋਂ ਮਜਬੂਰਨ ਉਹ ਡਿਪਲੋਮਾ ਕਰਨਾ ਪਿਆ। ਪਰ ਉਸ ਡਿਪਲੋਮੇ ਦੇ ਵਿੱਚ ਵੀ ਜਿਹੜੀ ਮੇਰੀ ਰੁਚੀ ਸੀਗੀ, ਉਹ ਆਪਦੇ ਇੰਜੀਨੀਅਰਿੰਗ ਦੀਆਂ ਕਲਾਸਾਂ ਜਾਂ ਇੰਜੀਨੀਅਰਿੰਗ ਦੀ ਪੜ੍ਹਾਈ ਤੋਂ ਜ਼ਿਆਦਾ ਮੇਰੀ ਰੁਚੀ ਜਿਹੜੀ ਹੁੰਦੀ ਸੀ, ਉਹ ਜਿਹੜਾ ਉਦੋਂ ਟੈਕਨੀਕਲ ਬੋਰਡ ਜਿਹੜਾ ਕਰਾਉਂਦਾ ਹੁੰਦਾ ਸੀ ਯੂਥ ਫੈਸਟੀਵਲ, ਉਹਦੀਆਂ ਗਤੀਵਿਧੀਆਂ 'ਚ ਹੁੰਦੀ ਸੀ। ਕਾਲਜ 'ਚ ਜਿਹੜੀਆਂ ਹੋਰ ਗਤੀਵਿਧੀਆਂ ਹੋਣੀਆਂ, ਉਹਦੇ 'ਚ ਐਂਕਰਿੰਗ ਕਰਨ ਲੱਗ ਜਾਣਾ, ਜਾਂ ਸਟੇਜਾਂ ਦੇ ਉੱਤੇ ਸਟੇਜ ਨਾਲ ਸੰਬੰਧਿਤ ਗਤੀਵਿਧੀਆਂ 'ਚ ਮੈਂ ਜ਼ਿਆਦਾ ਐਕਟਿਵ ਰਿਹਾ। ਤੋ ਇਹੀ ਹਾਲ ਮੇਰਾ ਮੁੜ ਕੇ ਬੀਟੈਕ 'ਚ ਹੋਇਆ। ਫਤਿਹਗੜ੍ਹ ਸਾਹਿਬ ਜਦੋਂ ਮੈਂ ਕਾਲਜ 'ਚ ਆਇਆ, ਉੱਥੇ ਵੀ ਮੈਂ ਇੰਜੀਨੀਅਰਿੰਗ ਦੀ ਪੜ੍ਹਾਈ ਤਾਂ ਮੈਂ ਇੱਕ ਫਾਰਮੈਲਿਟੀ ਵਜੋਂ ਹੀ ਕੀਤੀ ਹੈ, ਔਰ ਮੈਨੂੰ ਪਤਾ ਵੀ ਕਿਵੇਂ ਕੀਤੀ ਹੈ। ਹਨਾ, ਕਈ ਵਾਰੀ ਹੁਣ ਸਾਰੀਆਂ ਗੱਲਾਂ ਖੁੱਲ ਕੇ ਦੱਸੀਆਂ ਨਹੀਂ ਜਾ ਸਕਦੀਆਂ, ਤੇ ਉਹ ਮੈਨੂੰ ਵੀ ਪਤਾ ਵੀ ਮੈਂ ਕਿਵੇਂ ਕੀਤੀ ਹੈ। ਇਹ ਮੈਂ ਦੱਸਦਾ ਵੀ ਮੇਰੇ ਜਿਵੇਂ ਡਿਪਲੋਮੇ 'ਚ ਵੀ ਤੇ ਡਿਗਰੀ 'ਚ ਵੀ 6-6 ਸਮੈਸਟਰ ਸੀਗੇ ਦੋਨਾਂ 'ਚ ਹੀ, ਤੇ ਦੋਨਾਂ 'ਚ ਕੋਈ ਸਮੈਸਟਰ ਮੈਂ ਸੁੱਕਾ ਜਾਣ ਨਹੀਂ ਦਿੱਤਾ ਜਿਹਦੇ 'ਚ ਮੇਰੀਆਂ 2 ਜਾਂ 3 ਸਪਲੀਆਂ ਨਾ ਆਉਣ। ਤੇ ਔਰ ਅਖੀਰਲੇ ਸਮੈਸਟਰ 'ਚ ਆ ਕੇ ਹਨਾ, ਜਿਵੇਂ ਆਪਾਂ ਕਰਦੇ ਹਾਂ, ਤੁਹਾਨੂੰ ਸਾਰਿਆਂ ਨੂੰ ਪਤਾ, ਹੁਣ ਮੈਂ ਬੋਲ ਕੇ ਤਾਂ ਕੀ ਦੱਸਾਂ, ਜਿਵੇਂ ਪੇਪਰ ਪਾਸ ਕਰਦੇ ਹਾਂ ਬਸ ਉਵੇਂ ਮੈਂ ਕਰਦਾ ਰਿਹਾ। ਤੇ ਪਰ ਬੀਟੈਕ ਤੋਂ ਬਾਅਦ ਮਤਲਬ ਉਹ ਬੜਾ ਵੱਡਾ ਮੋੜ ਸੀ, ਕਿਉਂਕਿ ਉਦੋਂ ਤੱਕ ਕੀ ਸੀ, ਅੱਛਾ ਬੀਟੈਕ 'ਚ ਵੀ ਇਹੋ ਕੁਛ ਹੀ ਕੀਤਾ, ਯੂਥ ਫੈਸਟੀਵਲ ਵਗੈਰਾ, ਨਾਟਕ, ਭੰਗੜੇ 'ਚ ਬੋਲੀਆਂ, ਵਾਰਾਂ, ਕਵੀਸ਼ਰੀਆਂ ਤੇ ਲੋਕ ਗੀਤ, ਇਹੀ ਕੁਛ ਕਰਦੇ ਰਹੇ ਉਦੋਂ ਵੀ। ਤੇ ਹੁਣ ਉਸ ਤੋਂ ਬਾਅਦ ਮੋੜ ਆ ਗਿਆ ਵੀ ਅੱਗੇ ਕੀ ਕਰਨਾ ਹੈ। ਉਦੋਂ ਫਿਰ ਮਤਲਬ ਇਸ ਤਰ੍ਹਾਂ ਦਾ ਸਬੱਬ ਬਣਿਆ ਵੀ ਯਾਰ ਸਿਵਲ ਸਰਵਿਸ ਵੱਲ ਜਾਂਦੇ ਆ। ਤਾਂ ਫਿਰ ਮੈਂ ਸਿਵਲ ਸਰਵਿਸ 'ਚ ਜਾਣ ਵੇਲੇ ਨਾ, ਫਿਰ ਮੈਂ ਆਪਣੇ ਪੇਰੈਂਟਸ ਨਾਲ ਇਹ ਗੱਲ ਕੀਤੀ। ਮੈਂ ਕਿਹਾ ਦੇਖੋ ਵੀ ਹੁਣ ਤੱਕ ਨਾ ਮੈਂ ਜ਼ਿੰਦਗੀ ਦੇ 6 ਸਾਲ ਵੀ ਜਿਵੇਂ ਤੁਸੀਂ ਕਿਹਾ ਮੈਂ ਉਵੇਂ ਕਰੀ ਗਿਆ, ਵੀ ਹੁਣ ਅਗਲੇ 6 ਸਾਲ ਮੈਂ ਆਪਦੀ ਮਰਜ਼ੀ ਕਰਨਾ ਚਾਹੁੰਦਾ। ਤੋ ਇਹ ਇੰਨਾ ਕੁ ਮੈਂ ਬੜਾ ਖੁਸ਼ਕਿਸਮਤ ਹਾਂ ਕਿ ਮੈਨੂੰ ਬੜੇ ਮਤਲਬ ਸਮਝ ਰੱਖਣ ਵਾਲੇ, ਜਾਂ ਮਤਲਬ ਮੇਰੇ ਨਾ ਮੰਮੀ ਡੈਡੀ ਨੇ ਮੈਨੂੰ ਬੜਾ ਸ਼ੁਰੂ ਤੋਂ ਹੀ ਐਂ ਹੀ ਰੱਖਿਆ। ਉਹਨਾਂ ਨੂੰ ਇਹ ਪਤਾ ਸੀ ਵੀ ਹਾਂ ਇਹ ਹੈ ਥੋੜਾ ਜਿਹਾ ਅੱਡ ਹੈ, ਵੀ ਇਹਦੇ 'ਚ ਬਿਰਤੀ ਉਸ ਤਰ੍ਹਾਂ ਦੀ ਹੈਗੀ ਹੈ ਵੀ ਇਹ ਇੱਕ ਆਮ ਸਟੂਡੈਂਟ ਨਾਲੋਂ ਹਟ ਕੇ ਵੀ ਜੇ ਇਹ ਸਟੇਜ 2 ਵਾਲੇ ਖੇਤਰ 'ਚ ਅੱਛਾ ਕੰਮ ਕਰ ਸਕਦਾ। ਤੋ ਉਹਨਾਂ ਨੂੰ ਮੈਂ ਕਿਹਾ ਜੀ ਹੁਣ ਮੈਨੂੰ ਆਪਦੀ ਮਰਜ਼ੀ ਨਾਲ ਕੰਮ ਕਰਨ ਦਿਓ। ਉਹ ਕਹਿੰਦੇ ਠੀਕ ਹੈ। ਫਿਰ ਮੈਂ ਹਰਪ੍ਰੀਤ, ਫਿਰ ਮੈਂ ਕੀ ਕੀਤਾ ਵੀ ਮੈਂ ਸਾਡੇ ਨਾ ਫਤਿਹਗੜ੍ਹ ਸਾਹਿਬ ਇੰਜੀਨੀਅਰਿੰਗ ਕਾਲਜ ਦੇ ਨੇੜੇ ਹੀ ਮਾਤਾ ਗੁਜਰੀ ਕਾਲਜ ਹੈ ਜੀ। ਤਾਂ ਮੈਂ ਮਤਲਬ ਆਪ ਦਾ ਕਾਲਜ ਛੱਡ ਕੇ ਮਾਤਾ ਗੁਜਰੀ ਕਾਲਜ 'ਚ ਚਲੇ ਜਾਂਦਾ। ਉੱਥੇ ਮੈਂ ਮਤਲਬ ਰੈਂਡਮਲੀ ਜਿੱਥੇ BA ਦੀਆਂ ਕਲਾਸਾਂ ਦਾ ਪਤਾ ਪੁਤਾ ਕਰਕੇ ਹਨਾ, ਤੇ ਰੈਂਡਮਲੀ BA ਦੀਆਂ ਕਲਾਸਾਂ 'ਚ ਵੜ ਜਾਂਦਾ ਤੇ ਪਿੱਛੇ ਜੇ ਬੈਠ ਜਾਣਾ। ਤੇ ਉੱਥੇ ਕੀ ਹੋਣਾ ਵੀ ਮੈਂ ਤਕਰੀਬਨ ਉੱਥੇ ਹਰੇਕ ਸਬਜੈਕਟ ਦੀ ਕਲਾਸ ਨੂੰ ਅਟੈਂਡ ਕਰਦਾ। ਫਿਰ ਉੱਥੇ ਜਿਵੇਂ ਮੁੰਡਿਆਂ ਨਾਲ ਦੋਸਤੀ ਪਾ ਕੇ ਤੇ ਉਹਨਾਂ ਤੋਂ ਮੈਂ ਉਹਨਾਂ ਦੇ ਸਬਜੈਕਟ ਦੀ ਕਿਤਾਬ ਫੜ ਲਿਆਉਂਦਾ। ਉਦੋਂ ਫਿਰ ਮੈਂ ਤਕਰੀਬਨ ਆਰਟਸ ਦੇ ਨਾ ਸਾਰੇ ਸਬਜੈਕਟਸਾਂ ਨੂੰ ਸਮਝਣ ਦੀ ਕੋਸ਼ਿਸ਼ ਕੀਤੀ। ਵਿੱਚ ਫਿਰ ਮੈਂ ਹਿਸਟਰੀ ਵੀ ਪੜ੍ਹੀ, ਲਾਅ ਦੀਆਂ ਕਿਤਾਬਾਂ ਜਾਂ ਪੋਲੀਟੀਕਲ ਸਾਇੰਸ ਦੇ ਕਈ ਸਬਜੈਕਟਾਂ ਨੂੰ ਪੜ੍ਹਨ ਤੋਂ ਬਾਅਦ ਫਿਰ ਮੈਨੂੰ ਲੱਗਿਆ ਵੀ ਯਾਰ ਵੀ ਇਹ ਮੇਰੇ ਸਮਝ 'ਚ ਨਹੀਂ ਆਉਣਾ, ਮੇਰੇ ਹਿਸਾਬ 'ਚ ਨਹੀਂ ਆਉਣਾ। ਤਾਂ ਉੱਥੇ ਫਿਰ ਮੈਂ ਪਬਲਿਕ ਐਡਮਿਨਿਸਟ੍ਰੇਸ਼ਨ ਜਿਹੜਾ ਸਬਜੈਕਟ ਸੀ, ਮੈਨੂੰ ਕਿਸੇ ਨੇ ਦੱਸਿਆ ਵੀ ਯਾਰ ਇਹ ਵੀ ਸਬਜੈਕਟ ਹੁੰਦਾ ਪੋਲੀਟੀਕਲ ਸਾਇੰਸ ਦੇ ਵਰਗਾ ਵੀ। ਫਿਰ ਮੈਂ ਇਹਦੀਆਂ ਬੇਸਿਕ ਬੁੱਕਸ ਜਦੋਂ ਪੜ੍ਹੀਆਂ, ਮੈਨੂੰ ਲੱਗਾ ਵੀ ਹਾਂ ਇਹ ਮੇਰੇ ਵਾਸਤੇ ਠੀਕ ਰਹੂਗਾ। ਤਾਂ ਉਦੋਂ ਫਿਰ ਮੈਂ ਦਿੱਲੀ ਗਿਆ। ਉੱਥੇ 1 ਸਾਲ ਮੈਂ ਪਬਲਿਕ ਐਡਮਿਨਿਸਟ੍ਰੇਸ਼ਨ ਪੜ੍ਹਿਆ। ਫਿਰ ਇੱਥੇ ਪੰਜਾਬੀ ਯੂਨੀਵਰਸਿਟੀ ਪਟਿਆਲਾ 'ਚ ਆ ਕੇ MA ਕੀਤੀ। ਔਰ ਇਹ ਫਰਕ ਹਰਪ੍ਰੀਤ ਇੱਕ ਮੈਂ ਜ਼ਰੂਰ ਇੱਥੇ ਦੱਸਣਾ ਚਾਹੂੰਗਾ ਕਿ ਬੀਟੈਕ ਤੱਕ ਜਿਵੇਂ ਮੈਂ ਤੈਨੂੰ ਦੱਸਿਆ ਵੀ ਮੈਂ ਕਿਸ ਤਰ੍ਹਾਂ ਪਾਸ ਹੁੰਦਾ ਰਿਹਾ ਤੇ ਸਪਲੀਆਂ ਨਾਲ ਪਾਸ ਹੁੰਦਾ ਰਿਹਾ। ਪਰ ਜਦੋਂ ਮੈਂ ਆਪਦੀ ਮਰਜ਼ੀ ਨਾਲ ਸਬਜੈਕਟ ਚੁਣਿਆ, ਆਪਦਾ ਵਿਸ਼ਾ ਆਪਦੀ ਮਰਜ਼ੀ ਨਾਲ ਚੁਣਿਆ,
ਤਾਂ ਉਦੋਂ ਮੈਂ ਆਪਦੇ ਡਿਪਾਰਟਮੈਂਟ ਦੇ ਜਿਹੜੇ ਟੌਪਰਸ ਦੇ ਵਿੱਚ ਆ ਗਿਆ। ਤਾਂ ਫਿਰ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦਾ ਜਿਹੜਾ ਪਬਲਿਕ ਐਡ ਦਾ ਡਿਪਾਰਟਮੈਂਟ ਹੈ, ਉਹ 'ਚ ਪਹਿਲੇ ਜਦੋਂ ਸਾਡੇ ਸਮੈਸਟਰ ਦਾ ਰਿਜ਼ਲਟ ਆਇਆ ਨਾ, ਤਾਂ ਮੈਂ ਸੈਕਿੰਡ ਟੌਪਰ ਸੀਗਾ। ਤੇ ਉਸ ਤੋਂ ਬਾਅਦ ਫਿਰ ਲਗਾਤਾਰ 3 ਸਮੈਸਟਰ ਮੈਂ ਜਿਹੜਾ ਹੈਗਾ ਡਿਪਾਰਟਮੈਂਟ 'ਚ ਟੌਪ ਕਰਦਾ ਰਿਹਾ। ਤਾਂ ਉਹ ਇਹ ਦੱਸਣ ਦਾ ਮੇਰਾ ਮਕਸਦ ਸਿਰਫ ਇੰਨਾ ਹੀ ਹੈ ਵੀ ਜਦੋਂ ਇੱਕ ਵਿਦਿਆਰਥੀ ਜਿਹੜਾ ਹੈਗਾ ਉਹ ਆਪਣੀ ਮਰਜ਼ੀ ਨਾਲ ਆਪਦੇ ਸਬਜੈਕਟ ਤੈਅ ਕਰਦਾ, ਆਪਦੀ ਮਰਜ਼ੀ ਨਾਲ ਆਪਦੀ ਲਾਈਨ ਚੁਣਦਾ, ਤਾਂ ਉਹ ਰਿਜ਼ਲਟ ਵੀ ਦਿੰਦਾ। ਜਦੋਂ ਅਸੀਂ ਉਹਦੇ ਤੇ ਸਬਜੈਕਟ ਥੋਪਦੇ ਹਾਂ, ਇਹੀ ਕੁਛ ਮੈਂ ਹੁਣ ਜਦੋਂ ਖੁਦ ਪ੍ਰੋਫੈਸਰੀ ਦੀ ਲਾਈਨ 'ਚ ਆਇਆ, ਇਹੀ ਕੁਛ ਮੈਂ ਪਿਛਲੇ 7-8 ਸਾਲਾਂ ਤੋਂ ਦੇਖਦਾ ਆ ਰਿਹਾ ਵਿਦਿਆਰਥੀਆਂ ਦੇ ਵਿੱਚ, ਕਿ ਬੱਚੇ ਨੂੰ ਪਤਾ ਨਹੀਂ ਉਹ ਲਕੀਰ ਦਾ ਫਕੀਰ ਬਣਿਆ ਤੁਰਿਆ ਆ ਰਿਹਾ। ਜਦੋਂ ਅਸੀਂ ਲਕੀਰ ਦੇ ਫਕੀਰ ਬਣੇ ਵੀ ਹਾਂ ਬੱਚੇ ਨੂੰ +2 ਤੋਂ ਬਾਅਦ BA ਤੋਂ ਬਾਅਦ ਕੋਈ ਨਾ ਕੋਈ MA ਕਰ ਲਾਂਗੇ, ਔਰ ਜ਼ਿਆਦਾ MA ਕੀ, MA ਪੰਜਾਬੀ ਚਲੇ ਜਾਂਗੇ, MA ਪੋਲੀਟੀਕਲ ਸਾਇੰਸ, MA ਹਿਸਟਰੀ, ਇਹ 3-4 MA ਦੇ ਵਿੱਚ ਹੀ ਬੱਚੇ ਜਾਂਦੇ ਆ। ਪਰ ਉਹ ਜਿਹੜਾ ਹੈਗਾ ਮੁੜ ਕੇ ਉਹਨਾਂ ਨੂੰ ਉਹਦਾ ਰਿਜ਼ਲਟ ਨਹੀਂ ਮਿਲਦਾ, ਉਹਦੀ ਆਊਟਪੁੱਟ ਘੱਟ ਮਿਲਦੀ ਹੈ। ਤਾਂ ਮੈਨੂੰ ਇਹ ਲੱਗਦਾ ਵੀ ਇਹ ਸਾਡੇ ਐਜੂਕੇਸ਼ਨ ਸਿਸਟਮ ਦੇ ਵਿੱਚ ਇਦਾਂ ਦੀ ਚੇਂਜਿਸ ਦੀ ਜ਼ਰੂਰਤ ਆ। ਹੁਣ ਕਹਿ ਤਾਂ ਰਹੇ ਆ ਕਿ ਜਿਹੜੀ ਨਵੀਂ ਸਿੱਖਿਆ ਨੀਤੀ ਆਈ ਹੈ ਉਹਦੇ 'ਚ ਇਸ ਚੀਜ਼ ਨੂੰ ਧਿਆਨ 'ਚ ਰੱਖਿਆ ਗਿਆ, ਪਰ ਮੈਂ ਹਾਲੇ ਉਹਨੂੰ ਉਸ ਤਰੀਕੇ ਉਹਦਾ ਮਤਲਬ ਪ੍ਰੈਕਟੀਕਲ ਐਨਾਲਿਸਿਸ ਕਰਨ ਦੀ ਸਮਰੱਥਾ 'ਚ ਨਹੀਂ ਹੈਗਾ ਵੀ ਉਹ ਜਦੋਂ ਲਾਗੂ ਹੋਊਗੀ ਉਹ ਕੀ ਇੱਦਾਂ ਦੀ ਆਊਟਪੁੱਟ ਦਊਗੀ ਕਿ ਨਹੀਂ ਦਊਗੀ। ਇਹ ਤਾਂ ਅਜੇ ਜਦੋਂ ਲਾਗੂ ਹੋਊ ਉਦੋਂ ਪਤਾ ਲੱਗੂ ਜੀ। ਹਾਂ, ਇੱਕ ਨਾ ਸਾਡੇ ਦਰਸ਼ਕ ਦਾ ਸਵਾਲ ਹੈ, ਉਹ ਮੇਰੇ ਮਨ 'ਚ ਵੀ ਸਵਾਲ ਹੈ ਤੇ ਹੁੰਦਾ ਹੀ ਹੈ ਅਕਸਰ, ਜਦੋਂ ਅਸੀਂ ਵਿਦਿਆਰਥੀ ਜੀ ਤਾਂ ਅਧਿਆਪਕ ਦੀ ਸਾਡੇ ਤੇ ਛਾਪ ਹੁੰਦੀ ਆ, ਟੀਚਰ ਦਾ ਹੁੰਦਾ ਹੀ ਹੁੰਦਾ ਸਾਡੀ ਸ਼ਖਸੀਅਤ ਨੂੰ ਨਿਖਾਰਨ ਵਿੱਚ ਵੀ, ਤੇ ਕਈ ਵਾਰੀ ਨੈਗੇਟਿਵ ਵੀ ਹੁੰਦਾ ਕਿ ਸਾਨੂੰ ਕਿਸੇ ਤੋਂ ਚਿੜ ਵੀ ਹੋ ਜਾਂਦੀ ਹੈ ਕਿਸੇ ਅਧਿਆਪਕ ਤੋਂ। ਤੁਹਾਡੀ ਸ਼ਖਸੀਅਤ ਆ ਉਹ ਸਕੂਲੀ ਟਾਈਮ ਦੇ ਵਿੱਚ ਜਾਂ ਕਾਲਜ ਲਾਈਫ ਦੇ ਵਿੱਚ ਕਹਿ ਲਈਏ ਕਿ ਕਿਸੇ ਅਧਿਆਪਕ ਦਾ ਜਿਹਨੂੰ ਤੁਸੀਂ ਅੱਜ ਵੀ ਯਾਦ ਕਰਦੇ ਹੋ ਚੰਗੇ ਜਾਂ ਮਾੜੇ ਤਰੀਕੇ ਨਾਲ, ਉਹਦੇ ਬਾਰੇ ਥੋੜਾ ਦੱਸੋ, ਕਿਉਂਕਿ ਇਹ ਸਾਡੇ ਇੱਕ ਦਰਸ਼ਕ ਦਾ ਸਵਾਲ ਹੈ, ਪਵਨਜੀਤ ਕੌਰ ਜੀ, ਇਹਨਾਂ ਨੇ ਪੁੱਛਿਆ ਥੋੜਾ ਜੀ। ਅਧਿਆਪਕ ਨਸਲ 'ਚ ਨਾ ਮੈਂ ਇੰਝ ਹੁੰਦਾ ਯਾਰ ਹਰਪ੍ਰੀਤ, ਜਿਵੇਂ ਨਾ ਜਿਵੇਂ ਤੁਸੀਂ ਅੱਗੇ ਨਿਕਲਦੇ ਆਉਂਦੇ ਹੋ ਹਨਾ, ਫਿਰ ਉਦੋਂ ਬਾਅਦ ਤੁਹਾਨੂੰ ਪਤਾ ਲੱਗਦਾ। ਤਾਂ ਅੱਜ ਤਾਂ ਮਤਲਬ ਮੈਨੂੰ ਇਹ ਲੱਗਦਾ ਵੀ ਅੱਜ ਦੀ ਡੇਟ ਜਦੋਂ ਮੈਂ ਪਿੱਛੇ ਮੁੜ ਕੇ ਦੇਖਦਾ ਤਾਂ ਮੈਨੂੰ ਇਹ ਲੱਗਦਾ ਵੀ ਉਹਨਾਂ ਅਧਿਆਪਕਾਂ ਦਾ ਮੈਂ ਵਿਸ਼ੇਸ਼ ਤੌਰ ਤੇ ਅੱਜ ਮੈਂ ਧੰਨਵਾਦੀ ਹੁੰਦਾ, ਜਿਨ੍ਹਾਂ ਨੇ ਯਾਰ ਮੈਨੂੰ ਮੋਟੀਵੇਟ ਕੀਤਾ ਇਸ ਚੀਜ਼ ਲਈ। ਨਹੀਂ ਵੀ ਯਾਰ ਤੂੰ ਵੀ ਆਹ ਕਰੀਅਰ ਬਣਾਇਆ ਵਗੈਰਾ ਵਗੈਰਾ, ਇਸ ਚੀਜ਼ ਲਈ ਵੀ ਯਾਰ ਤੂੰ ਆਪਦੇ ਸ਼ੌਂਕ ਨੂੰ ਜਾਰੀ ਰੱਖ, ਸ਼ੌਂਕ ਨੂੰ ਜਾਰੀ ਰੱਖ, ਇਹਨੂੰ ਜਾਰੀ ਰੱਖੀ, ਇਹਨੂੰ ਜਾਰੀ ਰੱਖੀ। ਤੋ ਜਿਨ੍ਹਾਂ ਨੇ ਉਦੋਂ ਮੇਰੇ ਸ਼ੌਂਕ ਨੂੰ ਪਛਾਣਿਆ ਸੀਗਾ, ਜਾਂ ਉਹਨਾਂ ਨੇ ਉਦੋਂ, ਜਿਵੇਂ ਸਾਡੇ ਨਾ ਸਕੂਲ 'ਚ ਫੋਰੈਸਟ ਸਕੂਲ 'ਚ ਇੱਕ ਸੂਬੇਦਾਰ ਸਾਹਿਬ ਹੁੰਦੇ ਸੀਗੇ, ਸੂਬੇਦਾਰ ਸਾਹਿਬ ਨੇ ਮੇਰੀ ਮਤਲਬ ਮੈਂ ਨਾ ਸਕੂਲ 'ਚੋਂ ਬੰਕ ਕਰਨ ਲੱਗ ਗਿਆ ਸੀ। ਵੀ ਘਰੋਂ ਸਕੂਲ ਜਾਣਾ ਤੇ ਸਕੂਲ ਮਤਲਬ ਸਕੂਲ ਜਾਣ ਦੀ ਬਜਾਏ ਕਿਤੇ ਵਾਰਾਗਰਦੀ ਕਰਨ ਨਿਕਲ ਜਾਣਾ। ਤੇ ਉਦੋਂ ਕੀ ਹੋਇਆ ਵੀ ਇੱਕ ਵਾਰ ਮੈਂ ਮਤਲਬ ਸਾਡੇ ਨਾ ਅੰਮ੍ਰਿਤਸਰ ਦੇ ਵਿੱਚ ਇੱਕ ਕੰਪਨੀ ਬਾਗ ਹੈ, ਤਾਂ ਜ਼ਿਆਦਾਤਰ ਅਸੀਂ ਬੰਕ ਕਰਕੇ ਉੱਥੇ ਹੀ ਜਾਂਦੇ ਸੀਗੇ। ਅੱਜ ਵੀ ਮੈਂ ਦੇਖਦਾ ਨਾ ਜਵਾਕ ਉੱਥੇ ਹੀ ਜਾਂਦੇ ਨੇ। ਉਹ ਕੰਪਨੀ ਬਾਗ ਦੇ ਵਿੱਚ ਇੱਕ ਵਾਰੀ ਸਾਡੇ ਸਕੂਲ ਦੇ ਟੀਚਰਾਂ ਦੀ ਰੇਡ ਪੈ ਗਈ। ਤੋ ਟੀਚਰ ਇੱਕ ਮੇਰੇ ਪਿੱਛੇ ਭੱਜੇ ਤਾਂ ਮੈਂ ਅੱਗੇ ਡਰਦਾ ਭੱਜ ਗਿਆ। ਮੈਂ ਮਤਲਬ ਨਹੀਂ ਤਾਂ ਮੈਂ ਰਨਿੰਗ ਵਗੈਰਾ ਬਹੁਤ ਘੱਟ ਕਰਦਾ, ਪਰ ਉਦੋਂ ਪਤਾ ਨਹੀਂ ਕਿੱਥੋਂ ਐਸੀ ਤਾਕਤ ਆ ਗਈ ਵੀ ਮੈਂ ਬਹੁਤ ਜ਼ੋਰ ਦੀ ਭੱਜਿਆ ਤੇ ਬਹੁਤ ਤੇਜ਼ੀ ਨਾਲ ਮੈਂ ਭੱਜ ਗਏ ਹੋਏ। ਅੱਗੇ ਆਟੋ ਜਾ ਰਿਹਾ ਸੀ ਤੇ ਮੈਂ ਆਟੋ 'ਚ ਬੈਠ ਗਿਆ। ਆਟੋ ਵਾਲਾ ਕਹਿੰਦਾ ਕਿੱਧਰ? ਮੈਂ ਕਿਹਾ ਤੁਸੀਂ ਕਿੱਧਰ? ਕਹਿੰਦਾ ਵੇਰਕੇ। ਮੈਂ ਕਿਹਾ ਮੈਂ ਵੀ ਵੇਰਕੇ ਜਾਣਾ। ਤਾਂ ਮੈਂ ਆਟੋ ਦੇ ਵਿੱਚ ਚਲਾ ਗਿਆ। ਉਹ ਆਟੋ ਮੈਨੂੰ ਵੇਰਕੇ ਲੈ ਗਿਆ, ਜਿੱਥੇ ਵੇਰਕਾ ਮਿਲਕ ਪਲਾਂਟ ਬਹੁਤ ਫੇਮਸ ਹੈ। ਉੱਥੇ ਨਾ ਗੁਰਦੁਆਰਾ ਸਾਹਿਬ ਸੀ ਇੱਕ, ਤਾਂ ਮੈਂ ਗੁਰਦੁਆਰਾ ਸਾਹਿਬ 'ਚ ਚਲਾ ਗਿਆ। ਉੱਥੇ ਫਿਰ ਮੈਂ ਕਿਹਾ ਵੀ ਹੁਣ ਇੰਨਾ ਟਾਈਮ ਕਿਵੇਂ ਪਾਸ ਕਰਾਂਗੇ, ਪਹਿਲਾਂ ਤਾਂ ਮੈਂ ਉੱਥੇ ਪਾਠ ਵਗੈਰਾ ਕਰਕੇ, ਪਰ ਉਹ ਵੀ ਹੁਣ ਕਦ ਤੱਕ ਕਰਦਾ ਨਾ। ਫਿਰ ਮੈਂ ਬਾਹਰ ਆ ਕੇ ਬੈਠ ਗਿਆ ਜੋੜਾ ਘਰ 'ਚ, ਉੱਥੇ ਮੈਂ ਸੇਵਾ ਕਰਨ ਲੱਗ ਗਿਆ। ਉੱਥੇ ਫਿਰ ਇੱਕ ਬਾਬੇ ਨਾਲ ਮੇਰੀ ਆੜੀ ਪੈ ਗਈ। ਲਓ ਜੀ, ਫਿਰ ਮੈਂ ਰੋਜ਼ ਹੀ ਘਰੋਂ ਤਾਂ ਸਕੂਲ ਜਾਣਾ, ਰਾਹ 'ਚੋਂ ਡਰੈਸ ਬਦਲ ਲੈਣੀ ਤੇ ਗੁਰਦੁਆਰੇ ਬਾਬੇ ਕੋਲੇ ਜਾ ਬਹਿਣਾ, ਜੋੜੇ ਘਰ 'ਚ ਸੇਵਾ ਕਰਦੇ ਰਹਿਣਾ। ਇੱਕ ਦਿਨ ਉਹ ਬਾਬਾ ਮੈਨੂੰ ਕਹਿੰਦਾ ਯਾਰ ਕਾਪੀ ਦੇਈ ਮੈਨੂੰ। ਮੈਂ ਕਾਪੀ ਪੈਨ ਬਾਬੇ ਨੂੰ ਦਿੱਤਾ ਤੇ ਬਾਬੇ ਨੇ ਬੈਠੇ ਬੈਠੇ ਨੇ ਗਾਣਾ ਲਿਖਤਾ। ਉਹ ਕੋਈ ਗਾਣਾ ਸੀਗਾ ਟਰੱਕ ਡਰਾਈਵਰ, ਵੀ ਟਰੱਕ ਜਿਹੜਾ ਟਰੱਕ ਡਰਾਈਵਰ ਆ ਉਹ ਟਰੱਕ ਨੂੰ ਸੰਬੋਧਨ ਕਰਕੇ ਗਾਣਾ ਲਿਖਿਆ ਉਹਨੇ, ਵੀ ਉਹ ਕਹਿ ਰਿਹਾ ਟਰੱਕ ਨੂੰ ਵੀ ਮੈਂ ਤੈਨੂੰ ਸ਼ਿੰਗਾਰ ਕੇ ਰੱਖੂੰਗਾ ਵਗੈਰਾ ਵਗੈਰਾ, ਇਸ ਤਰ੍ਹਾਂ ਦਾ ਕੁਛ ਗੀਤ ਸੀ। ਤਾਂ ਮੈਂ ਹੈਰਾਨ ਹੋਇਆ। ਮੈਂ ਉਦੋਂ ਤੱਕ ਮੈਂ ਗਾਉਣ ਤਾਂ ਲੱਗ ਗਿਆ ਸੀਗਾ, ਪਰ ਮੈਨੂੰ ਇਹ ਨਹੀਂ ਸੀ ਪਤਾ ਵੀ ਗਾਣੇ ਲਿਖੇ ਕਿਵੇਂ ਜਾਂਦੇ ਨੇ ਜਾਂ ਗਾਣੇ। ਮੈਂ ਕਿਹਾ ਯਾਰ ਬਾਬਾ ਜੀ ਵੀ ਇਹ ਗਾਣਾ ਯਾਰ ਤੂੰ ਆਪ ਲਿਖਿਆ? ਬਾਬਾ ਕਹਿੰਦਾ ਹਾਂ। ਮੈਂ ਕਿਹਾ ਯਾਰ ਗਾਣਾ ਕਿਵੇਂ ਲਿਖ ਸਕਦਾ ਕੋਈ? ਇਹ ਕਹਿੰਦਾ ਫਿਰ ਹੁਣ ਇੰਨੇ ਗਾਣੇ ਆਉਂਦੇ ਆ, ਕੋਈ ਤਾਂ ਲਿਖਦਾ ਹੀ ਹੋਊ। ਮੈਂ ਕਿਹਾ ਹਾਂ ਯਾਰ ਇਹ ਵੀ ਗੱਲ ਸਹੀ, ਵੀ ਕੋਈ ਤਾਂ ਲਿਖਦਾ ਹੀ ਹੋਊ।
ਮੈਂ ਕਿਹਾ ਫਿਰ ਤੂੰ ਗਾਣਾ ਕਿਵੇਂ ਲਿਖ ਲੈਣਾ ਬਈ, ਵੀ ਤੈਨੂੰ ਗਾਣਾ ਉਤਰਦਾ ਕਿਵੇਂ, ਕਿਵੇਂ ਸਿਸਟਮ ਹੁੰਦਾ ਸਾਰਾ? ਉਹ ਕਹਿੰਦਾ ਯਾਰ ਬਸ ਕੁਛ ਨਹੀਂ, ਇੱਕ ਆਈਡੀਆ ਆਉਣਾ ਚਾਹੀਦਾ, ਜਦੋਂ ਆਈਡੀਆ ਆ ਜਾਏ ਕਹਿੰਦਾ ਮੁੜ ਕੇ ਤਾਂ ਆਪਣੇ ਆਪ ਹੀ ਜੁੜੀ ਜਾਂਦਾ। ਮੈਂ ਕਿਹਾ ਅੱਛਾ ਯਾਰ। ਤਾਂ ਉੱਥੇ ਕੁਦਰਤੀ ਕੀ ਹੋਇਆ, ਉਦਣ ਹੀ ਮੇਰੇ ਇੱਕ ਦੋਸਤ ਦੀ ਮਦਰ ਉੱਥੇ ਗੁਰਦੁਆਰੇ ਮੱਥਾ ਟੇਕਣ ਆ ਗਏ, ਤਾਂ ਉਹਨਾਂ ਨੇ ਮੈਨੂੰ ਦੇਖ ਲਿਆ। ਲਓ ਜੀ, ਉਹਨਾਂ ਨੇ ਰੌਲਾ ਪਾਉਣਾ ਸ਼ੁਰੂ ਕਰਤਾ ਉੱਥੇ। ਉਹ ਬਾਬੇ ਨੂੰ ਕਹਿੰਦੇ ਵੀ ਇਹ ਰੋਜ਼, ਕਹਿੰਦੇ ਮੇਰਾ ਮੁੰਡੇ ਨੇ ਦੱਸਿਆ ਵੀ ਇਹ ਰੋਜ਼ ਹੀ ਘਰੋਂ ਆਉਂਦਾ ਹੈ ਤੇ ਇਹ ਬੰਕ ਕਰਕੇ ਤਾਂ ਇੱਥੇ ਆ ਜਾਂਦਾ ਸਕੂਲੋਂ, ਸਕੂਲ ਨਹੀਂ ਜਾਂਦਾ। ਤਾਂ ਮੈਨੂੰ ਸੀ, ਮੈਂ ਕਿਹਾ ਹੁਣ ਇਹ ਨਾ ਹੋਵੇ ਵੀ ਇੱਥੇ ਕੁੱਟ ਪਵੇ। ਮੈਂ ਚੁੱਪ ਕਰਕੇ ਆਪਦਾ ਬੈਗ ਚੱਕਿਆ ਤੇ ਮੈਂ ਮਤਲਬ ਉੱਥੋਂ ਭੱਜ ਗਿਆ। ਉੱਥੋਂ ਭੱਜਦੇ 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 ਮੈਂ ਵੇਰਕੇ ਤੇ ਰੇਲਵੇ ਸਟੇਸ਼ਨ ਤੇ ਚਲਾ ਗਿਆ। ਉਹ ਲਾਈਨਾਂ ਤੇ ਤੁਰਦਾ 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 ਅੱਗੇ ਇੱਕ ਦਬੁਰਜੀ ਜੀ ਆ ਗਈ, ਤਾਂ ਮੈਂ ਉੱਥੇ ਬੈਠ ਗਿਆ। ਉੱਥੇ ਬੈਠ ਕੇ ਮੈਂ ਸੋਚਿਆ ਯਾਰ ਬਾਬੇ ਨੇ ਵੀ ਗਾਣਾ ਲਿਖਤਾ ਸੀ, ਮੈਂ ਵੀ ਗਾਣਾ ਲਿਖਦਾ। ਤਾਂ ਮੈਂ ਪਹਿਲਾ ਗਾਣਾ ਜਿਹੜਾ ਸੀ, ਉਦੋਂ ਇੱਕ ਪੈਰੋਡੀ Song ਲਿਖਿਆ ਸੀਗਾ। ਉਦੋਂ ਨਾ ਹਰਭਜਨ ਮਾਨ ਹੋਣਾ ਦਾ ਗੀਤ ਆਇਆ ਸੀ, ਸਹਿਬਾਂ ਤੈ ਮਾੜੀ ਕੀਤੀ ਨੀ, ਜੇ ਪਤਾ ਹੁੰਦਾ ਤਾਂ ਇੰਜ ਕਰਨੀ। ਤਾਂ ਮੈਂ ਮਾਡਰਨ ਮਿਰਜ਼ਾ ਲਿਖਿਆ ਵੀ ਜੇ ਅੱਜ ਕੱਲ ਮਿਰਜ਼ਾ ਜਿਹੜਾ ਹੈਗਾ ਵੀ ਉਹਦੇ ਨਾਲ ਕੀ ਹੋਊਗਾ, ਵੀ ਉਹਦੇ ਨਾਲ ਸਹਿਬਾ ਕਿਵੇਂ ਮਾੜੀ ਕਰ ਸਕਦੀ। ਤਾਂ ਮੈਂ ਉਦੋਂ ਇੱਕ ਗੀਤ ਲਿਖਿਆ, ਕਾਮੇਡੀ ਗੀਤ ਬਣ ਗਿਆ। ਉਹ ਜਦੋਂ ਕਾਮੇਡੀ ਗੀਤ ਬਣ ਗਿਆ ਤਾਂ ਮੈਂ ਅਗਲੇ ਦਿਨ ਫਿਰ ਮੈਂ ਸਕੂਲ ਆਇਆ। ਅੱਛਾ ਜੀ। ਤਾਂ ਸਕੂਲ ਆ ਕੇ ਫਿਰ ਮੈਂ ਸਾਰੇ ਇਕੱਠੇ ਕਰ ਲਏ ਬੰਦੇ, ਉਹੀ ਜਿਹੜੇ ਜਿੰਨੇ। ਮੈਂ ਕਿਹਾ ਲਓ ਵੀ ਮਿੱਤਰੋ, ਅੱਜ ਤੁਹਾਨੂੰ ਮੈਂ ਇੱਕ ਐਸਾ ਗੀਤ ਸੁਣਾਉਣ ਲੱਗਿਆ ਜਿਹੜਾ ਤੁਸੀਂ ਪਹਿਲਾਂ ਕਦੇ ਸੁਣਿਆ ਨਹੀਂ ਹੋਣਾ। ਉਹ ਕਹਿੰਦੇ ਵੀ ਇਹ ਕਿਵੇਂ ਹੋ ਸਕਦਾ? ਮੈਂ ਕਿਹਾ ਹਾਂ। ਮੈਂ ਕਿਹਾ ਤੁਸੀਂ ਸੁਣਿਆ ਨਹੀਂ ਹੋਣਾ। ਉਹ ਕਹਿੰਦੇ ਚੱਲ ਸੁਣਾ। ਜਦੋਂ ਮੈਂ ਸੁਣਾਇਆ ਤਾਂ ਉਹ ਉਹਨਾਂ ਚੋਂ ਇੱਕ ਕਹਿੰਦਾ ਲੈ, ਕਹਿੰਦਾ ਆਦਾ ਭਗਵੰਤ ਮਾਨ ਦੀ ਕੈਸਟ ਆਈ ਆ ਕੋਈ ਨਵੀਂ, ਕਹਿੰਦਾ ਉਹਦੇ ਚੋਂ ਇਹਨੇ ਕਾਪੀ ਕੀਤਾ ਵੀ ਇਹਦਾ ਨਹੀਂ ਹੈਗਾ ਇਹ। ਮੈਂ ਕਿਹਾ ਨਾ ਮੈਂ ਲਿਖਿਆ। ਉਹ ਮੰਨਣ ਹੀ ਨਾ, ਕਹਿੰਦੇ ਯਾਰ ਹੋ ਹੀ ਨਹੀਂ ਸਕਦਾ, ਕਹਿੰਦੇ ਵੀ ਇਹ ਭਗਵੰਤ ਮਾਨ ਦਾ ਗਾਣਾ ਹੈ। ਜਦੋਂ ਉਹਨਾਂ ਨੇ ਇਹ ਕਿਹਾ ਵੀ ਭਗਵੰਤ ਮਾਨ ਦਾ ਗਾਣਾ, ਤਾਂ ਮੈਨੂੰ ਅੰਦਰੋਂ ਤਸੱਲੀ ਇਹ ਹੋਈ। ਮੈਂ ਕਿਹਾ ਇਹਦਾ ਮਤਲਬ ਇਹ ਹੈ ਵੀ ਮੈਂ ਲਿਖ ਸਕਦਾ, ਵੀ ਜੇ ਇਹ ਉਹ ਮੇਰੀ ਲਿਖੀ ਚੀਜ਼ ਨੂੰ ਇਹ ਭਗਵੰਤ ਮਾਨ ਦੀ ਸਮਝੀ ਜਾਂਦੇ ਹੈ, ਵੀ ਪ੍ਰੋਫੈਸ਼ਨਲ ਸਮਝੀ ਜਾਂਦੇ। ਤੇ ਇਸ ਚੀਜ਼ ਨੇ ਯਾਰ ਇੰਨਾ ਮੋਟੀਵੇਟ ਕੀਤਾ ਹਰਪ੍ਰੀਤ ਕਿ ਉਸ ਤੋਂ ਬਾਅਦ ਤਾਂ ਫਿਰ ਚੱਲ ਸੋ ਚੱਲ। ਪਹਿਲਾਂ ਮੈਂ ਕਾਮੇਡੀ Song ਹੀ ਲਿਖਦਾ ਰਿਹਾ, ਕਿਉਂਕਿ ਉਹ ਕਾਮੇਡੀ Song ਨਾ ਉਸ ਉਮਰ 'ਚ ਬੜੇ ਅੱਛਾ ਚੱਲਦੇ ਵੀ ਹੁੰਦੇ ਸੀ ਉਦੋਂ। ਤੇ ਲੋਕ ਤੱਥ, ਫਿਰ ਹੌਲੀ ਹੌਲੀ ਲੋਕ ਤੱਥ ਲਿਖਣੇ ਸ਼ੁਰੂ ਕੀਤੇ। ਫਿਰ ਚੱਲ ਸੋ ਚੱਲ, ਜਿੱਦਾਂ ਦਾ ਮਾਹੌਲ ਬਣਦਾ ਗਿਆ ਉਦਾਂ ਦੀ ਚੇਂਜਸ ਜਿਹੜੀਆਂ ਸੀ ਆਉਂਦੀਆਂ ਗਈਆਂ ਜੀ। ਜਿਵੇਂ ਤੁਸੀਂ ਹੁਣ ਆਪਾਂ ਗੱਲਾਂ ਕਰਦੇ ਕਰਦੇ ਨਿਕਲੀ ਗੱਲ ਮੇਰੇ ਕਿ ਇੱਕ, ਜਿਵੇਂ ਤੁਸੀਂ ਕਿਹਾ ਕਿ ਸੱਭਿਆਚਾਰਕ ਪ੍ਰੋਗਰਾਮਾਂ ਦੇ ਵਿੱਚ ਤੁਸੀਂ ਬੜਾ ਵੱਧ ਚੜ ਕੇ ਹਿੱਸਾ ਲੈਂਦੇ ਰਹੇ ਹਨਾ, ਯੂਥ ਫੈਸਟੀਵਲਾਂ ਦੇ ਵਿੱਚ ਵੀ। ਉਹ ਪੜ੍ਹਾਈ ਤੇ ਉਹਦੇ ਚ ਤਾਲਮੇਲ ਬਣਾਉਣ, ਉਹ ਕਿਵੇਂ ਬਣਦਾ? ਮਤਲਬ ਤੁਸੀਂ ਬਣਾਇਆ, ਇਹ ਵੀ ਜ਼ਰੂਰੀ ਹੈ। ਕਈ ਵਾਰੀ ਹੁੰਦਾ ਕਿ ਤਾਲਮੇਲ ਜੇ ਨਹੀਂ ਬਣਦਾ ਤਾਂ ਫਿਰ ਵੀ ਸਮੱਸਿਆ ਆ ਜਾਂਦੀ ਹੈ ਕਿ ਜੇ ਇਕੱਲੇ ਤਾਲਮੇਲ ਤਾਂ ਹੈ ਹੀ ਕੋਈ ਨਹੀਂ, ਉਹ ਵੀ ਕੰਮ ਨਾ ਤਾਲਮੇਲ ਤਾਂ ਯਾਰ ਕਦੇ ਬਣਿਆ ਹੀ ਨਹੀਂ। ਤਾਲਮੇਲ ਤਾਂ ਕਦੇ ਬਣਿਆ ਹੀ ਨਹੀਂ ਨਾ। ਮੈਂ ਤੁਹਾਨੂੰ ਦੱਸ ਕੇ ਤਾਂ ਹਟਿਆ ਵੀ ਮੈਂ ਪੜ੍ਹਾਈ ਵਾਲੇ ਪਾਸੇ ਤਾਂ ਗਏ ਹੀ ਨਹੀਂ ਅਸੀਂ। ਪੜ੍ਹਾਈ ਤਾਂ ਐ ਮੰਨ ਕੇ ਵੀ ਉਹ ਯੂਥ ਫੈਸਟੀਵਲ ਜਿਹੜਾ ਸੀ ਉਹ ਸਹਾਇਤਾ ਕਰਦਾ ਸੀਗਾ, ਕਿਉਂਕਿ ਜਦੋਂ ਨਾ ਯੂਥ ਫੈਸਟੀਵਲ 'ਚ ਤੁਹਾਡੀ ਇਮੇਜ ਬਣ ਜਾਂਦੀ ਹੈ, ਕਾਲਜ 'ਚ ਨਾਂ ਬਣ ਜਾਂਦਾ ਹੈ, ਤੇ ਉਹ ਜਿਹੜਾ ਨਾਂ ਬਣ ਜਾਂਦਾ ਫਿਰ ਕੁਛ ਉਹਦਾ ਜਿਹੜਾ ਲਾਭ ਵੀ ਹੁੰਦਾ। ਹੁਣ ਮੈਂ ਇੱਥੇ ਓਪਨਲੀ ਨਹੀਂ ਦੱਸ ਸਕਦਾ ਵੀ ਉਹ ਲਾਭ ਕੀ ਹੁੰਦਾ, ਪਰ ਹੁੰਦਾ ਹੈ। ਤੇ ਉਹ ਬਸ ਉਹ ਪੜ੍ਹਾਈ ਤਾਂ ਯਾਰ ਐ ਹੋਈ ਹੈ ਨਾ, ਕੋਈ ਨੁਕਸਾਨ ਨਹੀਂ ਹੋਇਆ ਜਮਾ। ਅਸਲ 'ਚ ਕੀ ਹੈ, ਨੁਕਸਾਨ ਤੇ ਇਹੀ ਸੀ ਵੀ ਯਾਰ ਸਪਲੀਆਂ ਆ ਜਾਂਦੀਆਂ ਸੀਗੀਆਂ, ਉਹ ਕਲੀਅਰ ਕਰ ਜਾਂਦੇ ਸੀ। ਉਸ ਤੋਂ ਬਾਅਦ ਫਿਰ ਹੁਣ ਮੈਂ ਇਹਦੇ ਬਾਰੇ ਦੱਸਾਂ ਤਾਂ ਕਿਵੇਂ ਕਰਦੇ ਸੀ, ਪਰ ਕਰ ਜਾਂਦੇ ਸੀ, ਹੋ ਜਾਂਦੀਆਂ ਸੀ। ਜਦੋਂ ਮੈਂ ਹਾਂ ਇੱਕ ਗੱਲ ਹੈਗੀ ਆ ਇਹਦੇ ਚ ਇੱਕ ਗੱਲ ਨਿਕਲਦੀ ਹੈ ਕਿ ਜਦੋਂ ਮੈਂ MA 'ਚ ਆਇਆ ਪੰਜਾਬੀ ਯੂਨੀਵਰਸਿਟੀ ਪਟਿਆਲਾ, ਤਾਂ ਉਦੋਂ ਮਤਲਬ ਇਹ ਚੀਜ਼ ਜ਼ਰੂਰ ਸਾਹਮਣੇ ਆਈ ਕਿ ਮਤਲਬ ਜੇ ਮੈਂ ਯੂਨੀਵਰਸਿਟੀ 'ਚ ਆ ਕੇ ਜਿਹੜੀਆਂ ਸੱਭਿਆਚਾਰਕ ਗਤੀਵਿਧੀਆਂ ਸੀਗੀਆਂ ਇਹਨਾਂ 'ਚ ਜਾਂਦਾ ਸੀਗਾ, ਤਾਂ ਉਹਦੇ ਨਾਲ ਸੱਚੀ ਮੁੱਚੀ ਪੜ੍ਹਾਈ ਦਾ ਇੱਕ ਫਰਕ ਪੈਂਦਾ ਸੀ। ਤੇ ਮੈਂ MA 'ਚ ਮੈਂ ਸੱਚੀ ਮੁੱਚੀ ਪੜ੍ਹਨਾ ਚਾਹੁੰਦਾ ਸੀਗਾ, ਪਬਲਿਕ ਐਡਮਿਨਿਸਟ੍ਰੇਸ਼ਨ ਮੈਂ ਸੱਚੀ ਮੁੱਚੀ ਪੜ੍ਹਨਾ ਚਾਹੁੰਦਾ ਸੀ। ਤਾਂ ਉਦੋਂ ਫਿਰ ਕੀ ਹੋਇਆ ਵੀ ਉਦੋਂ ਮੈਂ ਯੂਥ ਫੈਸਟੀਵਲ 'ਚ ਆਪਣਾ ਫੀਲਡ ਬਦਲ ਲਿਆ। ਜਿਵੇਂ ਪਹਿਲਾਂ ਅਸੀਂ ਯੂਥ ਫੈਸਟੀਵਲ ਜਦੋਂ ਜਾਂਦੇ ਰਹੇ ਹਾਂ BTech ਤੱਕ, ਉਦੋਂ ਅਸੀਂ ਜਿਹੜੀਆਂ ਐਕਟੀਵਿਟੀਜ਼ ਨੂੰ ਕਹਿੰਦੇ ਸੀ ਵੀ ਤਾਂ ਐਵੇਂ ਹੀ ਨੇ, ਲਿਟਰੇਰੀ ਇਵੈਂਟਸ ਜਿਵੇਂ ਡਿਬੇਟ ਹੋ ਗਈ, ਭਾਸ਼ਣ ਮੁਕਾਬਲਾ ਹੋ ਗਿਆ, ਤੇ ਇਹਨਾਂ ਨੂੰ ਅਸੀਂ ਗਿਣਦੇ ਹੀ ਨਹੀਂ ਸੀ। ਕੁਇਜ਼ ਵਗੈਰਾ ਇਹਨਾਂ ਨੂੰ ਤਾਂ ਅਸੀਂ ਗਿਣਦੇ ਹੀ ਨਹੀਂ ਸੀ ਵੀ ਇਹ ਵੀ ਕੋਈ ਗਤੀਵਿਧੀਆਂ ਨੇ। ਸਾਰਾ ਜ਼ੋਰ ਸਾਨੂੰ ਐਂ ਲੱਗਦਾ ਸੀ ਵੀ ਨਹੀਂ ਯਾਰ ਆਹ ਭੰਗੜਾ, ਨਾਟਕ, ਗਾਣੇ, ਵਾਰਾਂ ਇਹੀ ਮੇਨ ਗਤੀਵਿਧੀਆਂ ਨੇ। ਤਾਂ ਜਦੋਂ ਮੈਂ ਯੂਨੀਵਰਸਿਟੀ 'ਚ ਆਇਆ, ਫਿਰ ਮੈਂ ਯੂਨੀਵਰਸਿਟੀ ਦੇ ਵਿੱਚ ਪਹਿਲੇ ਸਾਲ ਮੈਂ ਜਿਹੜਾ ਸੀਗਾ ਉਹਦੇ 'ਚ ਕੁਇਜ਼ ਦੇ ਵਿੱਚ ਸਾਡੀ ਟੀਮ ਗਈ, ਕੁਇਜ਼ ਦੇ ਵਿੱਚ ਪਾਰਟੀਸਪੇਟ ਕਰਨ ਲੱਗ ਗਿਆ। ਫਿਰ ਮੈਂ ਯੂਨੀਵਰਸਿਟੀ 'ਚ ਡਿਬੇਟ 'ਚ ਵੀ ਪਾਰਟੀਸਪੇਟ ਕੀਤਾ, ਜ਼ੋਨਲ ਲੈਵਲ ਤੇ ਮੈਂ ਮੇਰੇ ਖਿਆਲ ਸਿਲਵਰ ਮੈਡਲ ਉਦੋਂ ਜਿੱਤਿਆ ਸੀ ਸ਼ਾਇਦ ਡਿਬੇਟ ਦੇ ਵਿੱਚ। ਤੇ ਉਧਰ ਨੂੰ ਲੱਗ ਕੇ ਫਿਰ ਉਹ ਦੇਖੋ ਐਨਰਜੀ ਹੁੰਦੀ ਹੈ, ਐਨਰਜੀ ਨੂੰ ਤੁਸੀਂ ਜਿਹੜੇ ਪਾਸੇ ਵੀ ਲਾ ਲਓਗੇ ਉਹ ਤੁਹਾਨੂੰ ਆਊਟਪੁੱਟ ਦੇਣ ਲੱਗ ਜਾਂਦੀ ਹੈ।
ਪਰ ਉਹ એનર્ਜੀ ਜੇ ਉਸ ਪਾਸੇ ਲੱਗੇ ਜਿੱਧਰ ਤੁਹਾਡਾ ਜੈਨੂਅਨ ਇੰਟਰਸਟ ਹੈ, ਤੁਹਾਨੂੰ ਗੁਣ ਮਿਲਿਆ ਹੋਇਆ, ਫਿਰ ਤਾਂ ਸੋਨੇ ਤੇ ਸੁਹਾਗੇ ਵਾਲੀ ਗੱਲ ਹੋ ਜਾਂਦੀ ਹੈ। ਤਾਂ ਮੈਨੂੰ ਤਾਂ ਉਹ ਮਤਲਬ ਚੀਜ਼ਾਂ ਨੇ ਬਹੁਤ ਫਾਇਦਾ ਦਿੱਤਾ। ਜੀ ਬਾਬਾ ਜੀ, ਹੁਣ ਆਪਾਂ ਥੋੜਾ ਜਿਹਾ ਗੱਲਬਾਤ ਦਾ ਜਿਹੜਾ ਨਾ ਉਹ ਮੋਡ ਥੋੜਾ ਜਿਹਾ ਚੇਂਜ ਕਰ ਦਿੰਦੇ ਆ। ਮੈਨੂੰ ਐ ਲੱਗਦਾ ਕਿ ਜਿਵੇਂ ਤੁਸੀਂ ਇੱਕ ਗਾਣਾ ਜੀ ਤੁਹਾਡਾ, ਗਵਰਨਮੈਂਟ ਸਾਡੇ ਬਾਰੇ ਕਿਉਂ ਨਹੀਂ ਸੋਚਦੀ, ਪ੍ਰੋਟੈਸਟ ਵਗੈਰਾ ਜਿਵੇਂ ਉੱਥੇ ਬਹੁਤ ਜ਼ਿਆਦਾ ਹੁੰਦੇ ਆ, ਉੱਥੇ ਜਿਹੜੀਆਂ ਸਾਡੀਆਂ ਜਿਹੜੇ ਪ੍ਰੈਸ਼ਰ ਗਰੁੱਪ ਆ ਉਹ ਕਾਫੀ। ਤੁਸੀਂ ਕਦੇ ਉਸ ਸੰਘਰਸ਼ ਦਾ ਹਿੱਸਾ ਰਹੇ ਹੋ, ਜਾਂ ਤੁਹਾਨੂੰ ਚੀਜ਼ ਹੈ, ਜਾਂ ਕਈ ਵਾਰ ਲੱਗਦਾ ਕਿ ਇਹ ਤਾਂ ਐਵੇਂ ਟਾਈਮ ਖਰਾਬ ਕਰਨ ਵਾਲੀ ਗੱਲ ਹੈ, ਹਨਾ? ਸੋ ਉਹ ਹਰਪ੍ਰੀਤ, ਮੈਂ ਥੋੜਾ ਸਵਾਲ ਸਮਝ ਗਿਆ। ਅਸਲ 'ਚ ਕੀ ਹੁੰਦਾ ਵੀ ਮੈਂ ਕਾਲਜ ਮਤਲਬ ਦੋਨਾਂ ਹੀ, ਜਿਵੇਂ ਮੈਂ ਤੁਹਾਨੂੰ ਦੱਸਿਆ ਵੀ ਪੋਲੀਟੈਕਨਿਕ ਦੇ ਵਿੱਚ ਵੀ ਤੇ ਇੰਜੀਨੀਅਰਿੰਗ ਕਾਲਜ ਦੇ ਵਿੱਚ ਵੀ ਮੈਂ ਜਿਹੜੀਆਂ ਐਕਸਟਰਾ ਕਰਿਕੂਲਰ ਐਕਟੀਵਿਟੀਜ਼ ਸੀਗੀਆਂ ਜਾਂ ਹੋਰ ਸਟੂਡੈਂਟਸ ਦੀਆਂ ਆਰਗੇਨਾਈਜੇਸ਼ਨ ਬਣਦੀਆਂ ਸੀਗੀਆਂ, ਮੈਂ ਉਹਨਾਂ 'ਚ ਬਹੁਤ ਐਕਟਿਵਲੀ ਪਾਰਟੀਸਪੇਟ ਕਰਦਾ ਸੀਗਾ। ਸਾਡੇ ਨਾ ਫਤਿਹਗੜ੍ਹ ਸਾਹਿਬ ਜਿਵੇਂ ਸਭਾ ਹੁੰਦੀ ਹੈ, ਸਭ ਜੋੜ ਮੇਲਾ ਸਭਾ, ਉਹਦੇ ਵਿੱਚ ਅਸੀਂ ਬਹੁਤ ਐਕਟਿਵਲੀ ਕਾਲਜ ਵੱਲੋਂ ਅਸੀਂ ਕੰਮ ਕਰਨਾ। ਤੇ ਯੂਨੀਵਰਸਿਟੀ ਜਦੋਂ ਮੈਂ ਪਟਿਆਲੇ ਆਇਆ ਨਾ, ਉੱਥੇ ਮੈਨੂੰ ਇਹ ਲੱਗਿਆ, ਪਹਿਲਾਂ ਮੇਰੇ ਜ਼ਿਹਨ 'ਚ ਇਹੀ ਸੀਗਾ ਵੀ ਯਾਰ ਮੈਂ ਸਿਰਫ ਇੱਥੇ ਪੜ੍ਹਨਾ ਆ ਤੇ ਮੈਂ ਪੜ੍ਹਾਈ ਤੋਂ ਇਲਾਵਾ ਕਿਸੇ ਵੀ ਹੋਰ ਗਤੀਵਿਧੀ 'ਚ ਸ਼ਾਮਲ ਨਹੀਂ ਹੋਣਾ। ਪਰ ਕੁਦਰਤ ਵੱਲੋਂ ਹੀ ਕੁਝ ਇਸ ਤਰ੍ਹਾਂ ਦਾ ਹੁੰਦਾ ਗਿਆ ਵੀ ਮੇਰੇ ਸੰਪਰਕ ਜਿਹੜੇ ਸੀਗੇ ਉਹ ਇਸ ਤਰ੍ਹਾਂ ਦੇ ਬੰਦਿਆਂ ਨਾਲ ਜੁੜਦੇ ਗਏ ਜਿਹੜੇ ਖੁਦ ਬਹੁਤ ਐਕਟਿਵਲੀ ਸਟੂਡੈਂਟ ਮੂਵਮੈਂਟਸ ਦੇ ਵਿੱਚ ਕੰਮ ਕਰ ਰਹੇ ਸੀਗੇ। ਪਹਿਲਾਂ ਜਦੋਂ ਅਸੀਂ ਐਂਟਰ ਹੋਏ ਆ ਉਦੋਂ ਯੂਨੀਵਰਸਿਟੀ 'ਚ, ਜਦੋਂ ਮੈਂ ਦਾਖਲ ਹੋਇਆ ਯੂਨੀਵਰਸਿਟੀ 'ਚ, ਉਦੋਂ ਹੀ ਯੂਨੀਵਰਸਿਟੀ ਵਿੱਚ ਬਹੁਤ ਵੱਡੀ ਇੱਕ ਮੂਵਮੈਂਟ ਚੱਲ ਰਹੀ ਸੀ। ਉਦੋਂ ਸਿੱਖ ਸਟੂਡੈਂਟ ਫੈਡਰੇਸ਼ਨ ਦੇ ਇੱਕ ਸਟੂਡੈਂਟ ਲੀਡਰ ਸੀਗੇ ਸੇਵਕ ਸਿੰਘ ਜੀ, ਉਹਨਾਂ ਨੂੰ ਜਿਹੜਾ ਸੀ ਪੁਲਿਸ ਹੋਸਟਲ ਤੋਂ ਚੱਕ ਕੇ ਲੈ ਗਈ ਸੀ ਤੇ ਉਹਨਾਂ ਦਾ ਪਤਾ ਨਹੀਂ ਸੀ ਲੱਗ ਰਿਹਾ। ਤਾਂ ਉਦੋਂ ਸਟਰਗਲ ਉਹ ਚੱਲ ਰਿਹਾ ਸੀਗਾ। ਤਾਂ ਪਹਿਲਾਂ ਅਸੀਂ ਜਾਂਦਿਆਂ ਸਾਰੀ ਤਾਂ ਸਾਡੇ ਅੱਗੇ ਉਹ ਸਟਰਗਲ ਆ ਗਿਆ ਸੀ, ਉਹਦੇ 'ਚ ਪਾਰਟੀਸਪੇਟ ਕੀਤਾ। ਪਰ ਮੇਰੀ ਜਿਹੜੀ ਪਾਰਟੀਸਪੇਸ਼ਨ ਸੀਗੀ ਉਹ ਇੱਕ ਆਮ ਵਾਂਗੂ ਹੀ ਰਹਿੰਦੀ ਸੀ, ਉਹ 'ਚ ਮੈਂ ਕੋਈ ਬਾਹਲਾ ਲੀਡਰਸ਼ਿਪ ਦੇ ਵਿੱਚ ਕਦੇ ਨਹੀਂ ਆਇਆ। ਤੇ ਉਸ ਤੋਂ ਬਾਅਦ ਫਿਰ ਮੇਰੇ ਸੰਪਰਕ ਜੁੜੇ PSU ਤੋਂ ਜਰਨੈਲ ਜੈਲੀ ਹੁਣਾਂ ਨਾਲ। ਜਰਨੈਲ ਜੈਲੀ ਜਿਹੜੇ ਉਸ ਤੋਂ ਬਾਅਦ ਨੇਪਾਲ ਦੇ ਵਿੱਚ ਉਹਨਾਂ ਨਾਲ ਟ੍ਰੈਜਡੀ ਹੋ ਗਈ ਸੀ। ਤੇ ਉਹ ਜੈਲੀ ਬਾਈ ਤੇ ਮੇਰਾ ਜਿਹੜਾ ਹੋਸਟਲ ਸਾਡਾ ਕਮਰਾ ਸੀ ਉਹ ਨੇੜੇ ਸੀ, ਆਮੋ ਸਾਹਮਣੇ ਸੀਗਾ। ਤਾਂ ਫਿਰ ਉਹਨਾਂ ਨਾਲ ਮੇਰੀ ਬੜੀ ਅੱਛੀ ਦੋਸਤੀ ਜੁੜੀ। ਫਿਰ ਉਹਨਾਂ ਦੇ ਰਾਹੀਂ ਫਿਰ ਅੱਗੋਂ PSU ਦੇ ਹੋਰ ਕਈ ਸਾਥੀਆਂ ਨਾਲ ਸਾਡੇ ਸੰਪਰਕ ਜਿਹੜੇ ਸੀ ਉਹ ਜੁੜਦੇ ਗਏ। ਪਰ ਉਦੋਂ ਸਾਡਾ ਧਿਆਨ ਇਹ ਹੁੰਦਾ ਸੀ ਵੀ ਯਾਰ ਆਪਾਂ ਤਾਂ ਪੜ੍ਹਨਾ। ਫਿਰ ਉਦੋਂ ਇੱਕ ਮੂਵਮੈਂਟ ਚੱਲੀ ਸੀ ਫੀਸਾਂ ਦੇ ਵਾਧੇ ਦੀ। ਉਹ ਫੀਸਾਂ ਦੇ ਵਾਧੇ 'ਚ ਅਸੀਂ ਫਿਰ ਪੂਰਾ ਉਦੋਂ ਬੜਾ ਪਾਰਟੀਸਪੇਟ ਉਦੋਂ ਜੈਲੀ ਬਾਈ ਉਹਨਾਂ ਨਾਲ ਅਸੀਂ ਕਰਦੇ ਰਹੇ। ਤੇ ਫਿਰ ਅੱਗੇ ਚੱਲ ਸੋ ਚੱਲ ਉਸ ਤੋਂ ਬਾਅਦ ਫਿਰ ਜਦੋਂ ਮੈਂ ਖੁਦ ਜਦੋਂ ਐਜ਼ ਅ ਰਿਸਰਚ ਸਕਾਲਰ ਪੁਰਸਾ ਦੇ ਵਿੱਚ ਕੁਝ ਸਮਾਂ ਮੈਂ ਕੰਮ ਕੀਤਾ, ਜਿਹੜੀ ਪੰਜਾਬੀ ਯੂਨੀਵਰਸਿਟੀ ਰਿਸਰਚ ਸਕਾਲਰ ਐਸੋਸੀਏਸ਼ਨ ਹੈ। ਉਸ ਤੋਂ ਬਾਅਦ ਫਿਰ ਜਦੋਂ ਮੈਂ ਸਰਵਿਸ ਦੇ ਵਿੱਚ ਆਇਆ ਤਾਂ ਹੁਣ ਜਿਹੜਾ ਉਹ ਮੈਂ ਯੂਨੀਵਰਸਿਟੀ ਦੇ ਵਿੱਚੋਂ ਮਾਹੌਲ ਦੇਖ ਗਿਆ ਸੀ ਜਾਂ ਉਸ ਮਾਹੌਲ ਦੇ ਵਿੱਚੋਂ ਗੁਜ਼ਰ ਚੁੱਕਿਆ ਸੀਗਾ, ਤਾਂ ਉਹਦਾ ਅਸਰ ਮੇਰੇ ਤੇ ਬਹੁਤ ਹੋਇਆ। ਤਾਂ ਫਿਰ ਜਦੋਂ ਮੇਰੀ ਪਹਿਲੀ ਪੋਸਟਿੰਗ ਹੋਈ ਢਿੱਲਵਾਂ, ਤਾਂ ਉੱਥੇ ਮੈਂ ਆਪਦੇ ਵਿਦਿਆਰਥੀਆਂ 'ਚ ਉਹ ਚੇਤਨਤਾ ਦੇਖਣਾ ਚਾਹੁੰਦਾ ਸੀ ਵੀ ਯਾਰ ਇਹ ਵੀ ਇਸ ਤਰ੍ਹਾਂ ਹੋਣ ਤੋਂ ਪਰ ਮੈਂ ਦੇਖਿਆ ਵੀ ਉਹ ਬਹੁਤ ਜੇ ਮਤਲਬ ਵੱਖਰੇ ਮਾਹੌਲ ਦੇ ਵਿੱਚ ਸੀਗੇ। ਬੱਚੇ ਪਿੰਡਾਂ ਦੇ ਵਿੱਚੋਂ ਉੱਠੇ, ਉਹਨਾਂ ਨੂੰ ਨਾ ਇਸ ਚੀਜ਼ ਨਾਲ ਕੋਈ ਲੈਣਾ ਦੇਣਾ। ਫਿਰ ਹੌਲੀ ਹੌਲੀ ਮੈਂ ਉਹਦੇ ਵਿੱਚ ਕਿਤੇ ਸਫਲ ਵੀ ਹੋਇਆ। ਤੇ ਉਸ ਤੋਂ ਬਾਅਦ ਫਿਰ ਅਸੀਂ ਸਾਡੀ ਜਿਹੜੀ ਪ੍ਰੋਫੈਸਰਸ ਦੀ ਐਸੋਸੀਏਸ਼ਨ ਪੁਕਟਾ ਬਣੀ। ਪੁਕਟਾ ਦੇ ਵਿੱਚ ਅਸੀਂ ਬਹੁਤ ਐਕਟਿਵਲੀ ਕੰਮ ਕੀਤਾ। ਉਹਦੇ ਵਿੱਚ ਫਿਰ ਅਸੀਂ 3-4 ਸਟਰਗਲਸ ਜਿਹੜੀਆਂ ਅਸੀਂ ਲੜੀਆਂ, ਜਿੱਤੀਆਂ। ਤੇ ਉਹਦੇ ਦੌਰਾਨ ਹੀ ਹੁਣ ਉਹਦੇ 'ਚ ਇੱਕ ਕਲਾਕਾਰ ਦੇ ਤੌਰ ਤੇ ਵੀ ਮੇਰੀ ਸ਼ਮੂਲੀਅਤ ਹੁੰਦੀ ਰਹੀ। ਉਦੋਂ ਅਸੀਂ ਇੱਕ ਵਾਰੀ ਗਾਣਾ ਸਾਡਾ ਬਹੁਤ ਵਾਇਰਲ ਹੋਇਆ ਸੀ, ਹਾਏ ਡਿਗਰੀ ਮਰ ਗਈ। ਤੋ ਉਹ ਪ੍ਰੋਟੈਸਟ ਸੌਂਗ ਸੀਗਾ ਔਰ ਮੈਨੂੰ ਲੱਗਦਾ ਸ਼ਾਇਦ ਪਹਿਲਾ ਪ੍ਰੋਟੈਸਟ ਸੌਂਗ ਸੀਗਾ ਜਿਹੜਾ ਵਾਇਰਲ ਹੋਇਆ, ਵੀ ਜਿਹੜਾ ਇੱਕ ਖਾਸ ਤੌਰ ਤੇ ਇੱਕ ਧਰਨੇ ਵਾਸਤੇ ਲਿਖਿਆ ਹੋਇਆ ਗੀਤ, ਇੱਕ ਧਰਨੇ ਦੇ ਮਕਸਦ ਵਾਸਤੇ ਲਿਖਿਆ ਹੋਇਆ ਗੀਤ ਜਿਹੜਾ ਨੈਟ ਤੇ ਵਾਇਰਲ ਹੋਇਆ ਹੋਵੇ। ਉਦੋਂ ਕਈ TV ਚੈਨਲਸ ਨੇ ਉਹਨੂੰ ਪ੍ਰਮੁੱਖਤਾ ਦੇ ਨਾਲ ਆਪਦੇ ਉਹਦੇ ਤੇ ਪ੍ਰਾਈਮ ਟਾਈਮ ਸਲੋਟ ਦੇ ਵਿੱਚ ਉਹਨੂੰ ਚਲਾਇਆ। ਉਹ ਬਸ ਇਹ ਸ਼ੁਰੂ ਤੋਂ ਹੀ ਹੈ ਮਤਲਬ ਇਸ ਤਰ੍ਹਾਂ। ਔਰ ਫਿਰ ਕੁਦਰਤ ਵੱਲੋਂ ਹੀ ਹੋਇਆ ਵੀ ਕਈ ਗੀਤ ਸਾਡੇ ਸਟੇਜਾਂ ਤੋਂ ਵੀ ਇਸ ਤਰ੍ਹਾਂ ਦੇ ਚੱਲੇ, ਜਿਵੇਂ ਗੌਰਮੈਂਟ ਸਾਡੇ ਬਾਰੇ ਕਿਉਂ ਨਹੀਂ ਸੋਚਦੀ। ਉਸ ਤੋਂ ਬਾਅਦ ਇੱਕ ਸੀਗਾ ਕੋਈ ਸੱਦੋ ਜੋਗੀ। ਫਿਰ ਇੱਕ ਗਾਣਾ ਸਾਡਾ ਫਿਲਮ 'ਚ ਵੀ ਆਇਆ ਸੀਗਾ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ।
ਪੰਜਾਬ 2016 ਫਿਲਮ 'ਚ, ਉਹ ਵੀ ਅੱਛਾ ਚੱਲਿਆ। ਤੋ ਠੀਕ ਹੈ, ਕੰਮ ਕਰੀ ਜਾਂਦੇ ਹਾਂ। ਜੀ ਜੀ। ਇੱਕ ਨਾ ਸਵਾਲ ਆ, ਉਹ ਮੈਨੂੰ ਲੱਗਦਾ ਕਿ ਮੈਂ ਕਰਨਾ ਭੁੱਲ ਗਿਆ। ਸਾਡੇ ਬਾਈ ਜੀ ਸ਼ਰਬੀ, ਉਹਨਾਂ ਨੇ ਪੁੱਛਿਆ ਕਿ ਤੁਸੀਂ ਜੀ। ਪੜ੍ਹਨ ਵਾਲੇ ਪਾਸੇ ਤਾਂ ਕਹਿ ਰਹੇ ਹੋ ਕਿ ਨਹੀਂ ਜੁੜੇ, ਪਰ ਪੜ੍ਹਾਉਣ ਵਾਲੇ ਹੂੰ। ਪਾਸੇ ਜ਼ਰੂਰ ਆ ਗਏ। ਹੁਣ ਹਾਂ ਅਧਿਆਪਕ ਦੀ ਹਾਂ ਥਾਂ ਤੇ ਖਲੋ ਕੇ ਜਦੋਂ ਆਪਣੇ ਬੱਚਿਆਂ ਨੂੰ ਵੇਖਦੇ ਹੋ ਤਾਂ ਸਧਾਰਨ ਹਿੱਤ ਕਿਵੇਂ ਯਤਨ ਕਰਦੇ ਹੋ? ਕਿ ਤੁਸੀਂ ਆਪਣਾ ਵਿਦਿਆਰਥੀ ਜੀਵਨ ਦਾ ਦੇਖਿਆ ਹੀ, ਤੁਸੀਂ ਕਿਸ ਤਰ੍ਹਾਂ ਦੇ ਰਹੇ ਹੋ, ਹਾਂ, ਇਹ ਉਹਦੇ ਮੈਂ ਹੁਣ ਮੇਰਾ ਤੁਸੀਂ। ਮੈਨੂੰ ਮੈਂ ਸਵਾਲ ਸਮਝ ਗਿਆ। ਅਸਲ 'ਚ ਕੀ ਹੁੰਦਾ ਹਰਪ੍ਰੀਤ, ਕਿ ਹੁਣ ਮੈਂ ਜਿਵੇਂ ਖੁਦ ਤੁਹਾਨੂੰ ਦੱਸਿਆ ਵੀ, ਇੱਕ ਨਾ ਜਦੋਂ ਮੇਰੇ ਅੱਗੇ ਬੱਚੇ ਆਉਂਦੇ, ਇੱਕ ਤਾਂ ਮੈਨੂੰ ਇਹ ਪਤਾ ਹੁੰਦਾ ਵੀ ਇਹ ਜਿਹੜੇ ਮੇਰੇ ਕੋਲੇ ਬੱਚੇ ਹੁਣ ਆ ਗਏ ਆ, ਇਹਨਾਂ 'ਚ ਕਿਸੇ ਨੇ ਵੀ ਇੱਕ ਤਾਂ ਆਪਦੀ ਬਹੁਤ, ਮਤਲਬ ਜਿਵੇਂ ਮੰਨ ਲਓ ਮੇਰੇ ਕੋਲੇ 40-50 ਬੱਚੇ ਆ, ਤਾਂ 40-50 ਦੇ ਵਿੱਚੋਂ ਸਿਰਫ 4 ਜਾਂ 5 ਹੁੰਦੇ ਨੇ ਜਿਨ੍ਹਾਂ ਨੇ ਆਪਦੀ ਮਰਜ਼ੀ ਨਾਲ ਮੇਰੇ ਵਾਲੇ ਸਬਜੈਕਟ ਨੂੰ ਚੁਣਿਆ ਹੁੰਦਾ। ਬਾਕੀਆਂ ਨੂੰ ਜਾਂ ਮਜਬੂਰੀ ਕਰਕੇ ਜਾਂ ਕੋਈ ਹੋਰ, ਉਹਨਾਂ ਨੂੰ ਉਸ ਵੇਲੇ ਬਾਕੀ ਸਬਜੈਕਟ ਭਰ ਗਏ ਸੀ, ਉਹਨਾਂ ਕੋਲੇ ਕੋਈ ਹੋਰ ਆਪਸ਼ਨ ਨਹੀਂ ਸੀ, ਉਹਨਾਂ ਨੂੰ ਇੱਧਰ ਆਉਣਾ ਪੈ ਗਿਆ। ਤੋ ਮੈਨੂੰ ਇਹ ਸਪਸ਼ਟ ਹੁੰਦਾ ਪੂਰੀ ਤਰ੍ਹਾਂ ਵੀ ਜਿਹੜੇ ਬੱਚੇ ਮੇਰੇ ਸਾਹਮਣੇ ਬੈਠੇ ਨੇ, ਇਹਨਾਂ ਨੇ ਆਪਦੀ ਮਰਜ਼ੀ ਨਾਲ ਇਹ ਕੋਰਸ ਨਹੀਂ ਚੁਣਿਆ, ਨਾ ਹੀ ਇਹਨਾਂ ਨੂੰ ਇਹ ਪਤਾ ਹੈ ਵੀ ਇਸ ਕੋਰਸ ਨਾਲ ਅੱਗੇ ਕੀ ਹੋ ਸਕਦਾ ਕੀ ਨਹੀਂ। ਇਹ ਲਕੀਰ ਦੇ ਫਕੀਰ ਬਣ ਕੇ ਆ ਚੁੱਕੇ ਨੇ ਮੇਰੇ ਕੋਲ, ਔਰ ਹੁਣ ਇਹਨਾਂ ਨੂੰ ਅੱਗੇ ਵੀ ਜਿਹੜਾ ਹੈਗਾ ਵੀ ਉਹ ਕੁਛ ਦਿਖ ਨਹੀਂ ਰਿਹਾ। ਤੋ ਮੈਨੂੰ ਇਹ ਹੁੰਦਾ ਹੈ ਵੀ ਮੈਂ ਯਾਰ ਇਹਨਾਂ ਨੂੰ, ਮਤਲਬ ਕਿਤੇ ਜੋ ਜ਼ਿੰਦਗੀ ਦੀਆਂ ਤਲਖ ਹਕੀਕਤਾਂ ਨੇ, ਜਾਂ ਜੋ ਅੱਗੇ ਵੀ ਇੱਕ ਜ਼ਿੰਦਗੀ ਕਿਵੇਂ ਜਿਉਣੀ ਚਾਹੀਦੀ ਹੈ, ਤਾਂ ਮੈਂ ਉਹਦੇ ਤੇ ਜ਼ਿਆਦਾ ਸਟ੍ਰੈਸ ਦੇਣਾ ਹਮੇਸ਼ਾ, ਇਸ ਚੀਜ਼ ਤੇ ਕਿ ਯਾਰ ਘੱਟੋ ਘੱਟ ਤੁਸੀਂ ਆਪਦੇ ਫੈਸਲਿਆਂ ਪ੍ਰਤੀ ਚੌਕਸ ਹੋ ਜਾਓ, ਆਪਦੇ ਫੈਸਲੇ ਖੁਦ ਲੈਣ ਦੇ ਕਾਬਿਲ ਹੋ ਜਾਓ, ਤੁਸੀਂ ਇੱਕ ਡਿਸੀਜ਼ਨ ਮੇਕਰ ਬਣਨ ਦੇ ਜੀ ਕਾਬਿਲ ਹੋ ਜਾਓ। ਬਾਕੀ ਸਾਰਾ ਕੁਝ ਤੁਸੀਂ ਆਪੇ ਤੈਅ ਕਰ ਲਓਗੇ। ਮਤਲਬ ਕੋਈ ਇਹ ਮੈਂ ਇਸੇ ਕਰਕੇ ਮੇਰਾ 40 ਮਿੰਟ ਦਾ ਲੈਕਚਰ ਹੁੰਦਾ, ਤੇ ਉਸ 40 ਮਿੰਟ 'ਚ ਮੈਂ ਸਿਰਫ 8 ਜਾਂ 10 ਮਿੰਟ ਮੈਨੂੰ ਲੱਗਦਾ ਵੀ ਮੈਂ ਸਿਲੇਬਸ ਦੀ ਗੱਲ ਕਰਦਾ ਹੋਊਗਾ, ਬਾਕੀ ਅੱਧਾ ਘੰਟਾ ਮੈਂ ਬੱਚਿਆਂ ਨਾਲ ਔਰ ਮੇਰੀ ਕੋਸ਼ਿਸ਼ ਹਰਪ੍ਰੀਤ ਇਹ ਰਹਿੰਦੀ ਆ ਕਿ ਮੈਂ ਬੱਚਿਆਂ ਨੂੰ ਅਖਬਾਰ ਦੇ ਨਾਲ ਜੋੜਨ 'ਚ ਕਾਮਯਾਬ ਹੋ ਜਾ, ਬੱਚਿਆਂ ਨੂੰ ਅਖਬਾਰ ਪੜ੍ਹਨ ਦੀ ਆਦਤ ਪਾ ਦਾਂ। ਕਿਉਂਕਿ ਮੈਂ ਜੀ ਆਮ ਤੌਰ ਤੇ ਆਪਾਂ ਦੇਖਦੇ ਹਾਂ ਸਾਡੇ ਆਪਣੇ ਪੰਜਾਬ 'ਚ ਇਦਾਂ ਦਾ ਮਾਹੌਲ ਹੈ ਨਹੀਂ ਕਿ ਬੱਚੇ ਅਖਬਾਰ ਨਹੀਂ ਪੜ੍ਹਦੇ, ਵੱਡੀ ਸਮੱਸਿਆ ਇਹ ਹੈ। ਤੋ ਮੈਨੂੰ ਇਹ ਹੁੰਦਾ ਵੀ ਕਿਤਾਬਾਂ ਕਤੂਬਾਂ ਦਾ ਬਹੁਤ ਅੱਗੇ ਦੀਆਂ ਗੱਲਾਂ ਨੇ, ਲਿਟਰੇਚਰ ਤਾਂ ਬਹੁਤ ਗਾਂਹ ਦੀਆਂ ਗੱਲਾਂ ਨੇ, ਘੱਟੋ ਘੱਟ ਇਹਨਾਂ ਨੂੰ ਕੀ ਸਹੀ ਹੋ ਰਿਹਾ ਕੀ ਗਲਤ ਹੋ ਰਿਹਾ, ਕਿਹੜੇ ਸਿਧਾਂਤ ਨਾਲ ਜੁੜਨਾ ਚਾਹੀਦਾ ਕਿਹੜੇ ਨਾਲ ਨਹੀਂ ਜੁੜਨਾ ਚਾਹੀਦਾ, ਇਹਦਾ ਬਹੁਤ ਅੱਗੇ ਦੀ ਗੱਲ ਹੈ। ਪਹਿਲਾਂ ਇਹਨਾਂ ਨੂੰ ਇਹੀ ਪਤਾ ਲੱਗ ਜਾਏ ਵੀ ਹੋ ਕੀ ਰਿਹਾ, ਤੋ ਜਦੋਂ ਅਖਬਾਰ ਪੜ੍ਹਨਗੇ, ਉਹ ਜੀ ਚਾਹੇ ਉਹ ਕਿਸੇ ਵੀ ਕਿਸਮ ਦਾ ਅਖਬਾਰ ਪੜ੍ਹਨ, ਪਰ ਘੱਟੋ ਘੱਟ ਉਹਨਾਂ ਨੂੰ ਪਤਾ ਤਾਂ ਲੱਗੂਗਾ ਨਾ ਵੀ ਹਾਇਰ ਇਸ ਤਰ੍ਹਾਂ ਦਾ ਕੁਝ ਹੋ ਰਿਹਾ। ਤੋ ਜੋ ਵਰਤਾਰਾ ਵਾਪਰ ਰਿਹਾ ਉਹਦੇ ਨਾਲ ਵਿਦਿਆਰਥੀ ਨੂੰ ਜੋੜ ਜਾਣਾ, ਮੈਂ ਆਪਦੀ ਕਾਮਯਾਬੀ ਇਹਦੇ 'ਚ ਸਮਝਦਾ। ਜੇ ਮੈਂ ਕਦੇ ਵੀ ਆਪਦੀ ਕਾਮਯਾਬੀ ਨੂੰ ਇਸ ਚੀਜ਼ ਨਾਲ ਨਹੀਂ ਮਾਪਦਾ, ਜਾਂ ਮੈਂ ਉਹਦਾ ਕੋਈ ਉਹਨੂੰ ਇੰਡੀਕੇਟਰ ਨਹੀਂ ਰੱਖਦਾ ਕਿ ਮੇਰੇ ਸਬਜੈਕਟ 'ਚੋਂ ਬੱਚਿਆਂ ਦੇ ਕਿੰਨੇ ਨੰਬਰ ਆ ਗਏ ਜਾਂ ਉਹ ਪਾਸ ਹੋ ਗਏ ਕਿ ਨਹੀਂ। ਜੇਕਰ ਮੇਰਾ ਵਿਦਿਆਰਥੀ ਚੱਲ ਰਹੇ ਵਰਤਾਰੇ ਦੇ ਨਾਲ ਆਪਦੇ ਆਪ ਨੂੰ ਜੁੜਿਆ ਹੋਇਆ ਮਹਿਸੂਸ ਕਰ ਰਿਹਾ, ਜਾਂ ਉਹ ਦੇਖ ਰਿਹਾ ਵੀ ਯਾਰ ਇਹਦਾ ਮੇਰੇ ਤੇ ਕੋਈ ਇਫੈਕਟ ਪਊਗਾ, ਤਾਂ ਫਿਰ ਮੈਂ ਕਾਮਯਾਬ ਹਾਂ। ਜੇ ਨਹੀਂ ਤਾਂ ਫਿਰ ਮੈਂ, ਮਤਲਬ ਇੱਕ ਅਧਿਆਪਕ ਦੇ ਤੌਰ ਤੇ ਮੈਂ ਫੇਲ ਹਾਂ। ਜੀ ਵਾਹ, ਬਹੁਤ ਤੁਸੀਂ ਖੂਬਸੂਰਤ ਗੱਲ ਕੀਤੀ ਹੈ। ਔਰ ਮੈਂ ਵੀ ਇੱਕ ਅਧਿਆਪਕ ਹਾਂ, ਤੇ ਮੈਨੂੰ ਵੀ ਇਸ ਗੱਲ ਤੋਂ ਥੋੜਾ ਜਿਹਾ ਸਿੱਖਣ ਨੂੰ ਮਿਲਿਆ ਕਿ ਆਪਣੇ ਵਿਦਿਆਰਥੀ ਨੂੰ ਜਿਹੜਾ ਚੱਲ ਰਿਹਾ ਵਰਤਾਰਾ ਉਹਦੇ ਨਾਲ ਜੋੜਨਾ ਚਾਹੀਦਾ, ਔਰ ਜੇ ਜੁੜਿਆ ਨਹੀਂ ਮਹਿਸੂਸ ਕਰਦਾ ਤਾਂ ਫਿਰ ਇਹ ਸਾਡੀ ਨਲਾਇਕੀ ਸਮਝੀ ਜਾਊਗੀ, ਹੈ ਨਾ। ਤੋ ਅੱਜ ਦੇ ਸਮੇਂ ਦੇ ਵਿੱਚ ਜਿਹੜਾ ਮੈਂ ਪਹਿਲਾਂ ਕਹਿ ਰਿਹਾ ਕਿ ਪੰਜਾਬ ਇੱਕ ਇਤਿਹਾਸਕ ਦੌਰ ਦੇ ਵਿੱਚ ਗੁਜ਼ਰ ਰਿਹਾ, ਔਰ ਇਸ ਦੌਰ ਹੂੰ ਦੇ ਵਿੱਚ ਵਿਦਿਆਰਥੀਆਂ ਦੀ ਭੂਮਿਕਾ ਬੜੀ ਅਹਿਮ ਹੈ। ਔਰ ਹੂੰ ਵਿਦਿਆਰਥੀਆਂ ਦੀਆਂ ਜਥੇਬੰਦੀਆਂ ਵੀ ਆਪਣੀਆਂ ਭੂਮਿਕਾਵਾਂ ਉਹ ਵੱਖ-ਵੱਖ ਤਰੀਕਿਆਂ ਨਾਲ ਨਿਭਾ ਰਹੀਆਂ, ਅੱਛਾ ਕੰਮ ਕਰ ਰਹੀਆਂ। ਹੂੰ ਤੁਸੀਂ ਹੂੰ ਇਸ ਨੂੰ ਦੇਖਦੇ ਹੋ, ਔਰ ਜਿਹੜਾ ਅੱਜ ਦਾ ਵਿਦਿਆਰਥੀ ਆ ਉਹਨੂੰ ਮਤਲਬ ਕੀ ਮੈਸੇਜ ਦੇਣਾ ਚਾਹੁੰਦੇ ਹੋ ਇਹਦੇ ਥਰੂ ਵੀ, ਜਿਵੇਂ ਤੁਸੀਂ ਕਿਹਾ ਕਿ ਤੁਸੀਂ ਜਿਹੜੇ ਚੱਲ ਰਹੇ ਵਰਤਾਰੇ ਉਹਨਾਂ ਨਾਲ ਆਪਣੇ ਵਿਦਿਆਰਥੀ ਨੂੰ ਜੋੜਦੇ ਹੋ, ਇੱਕ ਹੂੰ ਵਿਦਿਆਰਥੀ ਦੇ ਤੌਰ ਤੇ ਤੁਸੀਂ, ਜਾਂ ਇੱਕ ਵੱਡੇ ਵਿਦਿਆਰਥੀ ਦੇ ਤੌਰ ਤੇ ਤੁਸੀਂ, ਕਿਉਂਕਿ ਹੁਣ ਅਧਿਆਪਕ ਹੋ ਤੁਸੀਂ, ਤਾਂ ਇੱਕ ਵਿਦਿਆਰਥੀ ਦੇ ਤੌਰ ਤੇ ਤੁਸੀਂ ਆਪਣੇ ਤੋਂ ਜਿਹੜੇ ਆਉਣ ਵਾਲੇ ਵਿਦਿਆਰਥੀ ਆ ਉਹਨਾਂ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ, ਜਾਂ ਮੈਸੇਜ ਦੇਣਾ ਚਾਹੁੰਦੇ ਹੋ ਆਪਣਾ? ਮੈਸੇਜ ਤਾਂ ਦੇਖ ਹਰਪ੍ਰੀਤ ਆਲਰੇਡੀ ਪਹੁੰਚ ਗਿਆ। ਜੀ ਕਿਉਂਕਿ ਇੱਕ ਤਾਂ ਜਿਹੜਾ ਹੁਣ ਖਾਸ ਤੌਰ ਤੇ ਜਿਹੜਾ ਕਿਸਾਨ ਅੰਦੋਲਨ ਹੋਇਆ ਨਾ, ਇਹ ਬਹੁਤ ਸਹੀ ਸਮੇਂ ਤੇ ਹੋਇਆ, ਬਹੁਤ ਸਹੀ ਸਮੇਂ ਤੇ ਐਡੀ ਵੱਡੀ ਮੂਵਮੈਂਟ ਉੱਠੀ ਹੈ। ਮੈਨੂੰ ਇਹ ਲੱਗਦਾ ਵੀ ਮੋਦੀ ਸਰਕਾਰ ਨੇ ਬਹੁਤ ਸਹੀ ਸਮੇਂ ਤੇ ਬਹੁਤ ਸਹੀ ਫੈਸਲਾ ਲੈ ਲਿਆ। ਮੈਂ ਇਹਨੂੰ ਕੋਈ ਗਲਤ ਨਹੀਂ ਮੰਨਦਾ, ਕਿਉਂਕਿ ਜੇ ਇਸ ਸਮੇਂ ਇਹ ਫੈਸਲਾ ਨਾ ਆਉਂਦਾ ਤਾਂ ਜਿਸ ਤਰ੍ਹਾਂ ਦਾ ਨੈਰੇਟਿਵ ਜਾਂ ਜਿਸ ਤਰ੍ਹਾਂ ਦੀ ਇੱਕ ਦਲੀਲ ਪੰਜਾਬ ਬਾਰੇ ਬਣਨੀ ਸ਼ੁਰੂ ਹੋ ਗਈ ਸੀ, ਉੜਤਾ ਪੰਜਾਬ ਜਾਂ ਪੰਜਾਬ ਬਾਹਰ ਨੂੰ ਹੋ ਰਿਹਾ ਜੀ, ਪੰਜਾਬ 'ਚ ਤਾਂ ਰਹਿ ਹੀ ਕੁਛ, ਅਸੀਂ ਵੀ ਸਮਝਣ ਲੱਗ ਗਏ ਸੀਗੇ, ਅਸੀਂ ਵੀ ਇਹ ਗੱਲਾਂ ਹੁਣ ਆਮ ਵੀ ਫੇਸਬੁੱਕ ਤੇ ਕਰਨ ਲੱਗ ਗਏ ਸੀਗੇ ਵੀ ਯਾਰ ਪੰਜਾਬ ਸ਼ਾਇਦ ਪਲਾਇਨ ਕਰ ਰਿਹਾ, ਜਿੰਨੀ ਕਰੀਮ ਆ ਉਹ ਤੋਂ ਬਾਹਰ ਚਲੇਗੀ, ਯਾਰ ਪਿੱਛੋਂ ਕੀ ਬਣੂਗਾ, ਤੇ ਬੜਾ ਖਤਰਨਾਕ ਮਾਹੌਲ ਆ ਰਿਹਾ ਸੀਗਾ।
ਉਸ ਸਾਰੇ ਸਮੇਂ 'ਚ ਮੈਂ ਮਤਲਬ ਬਹੁਤ ਧੰਨਵਾਦੀ ਹਾਂ ਮੋਦੀ ਜੀ ਦਾ ਕਿ ਉਹਨਾਂ ਨੇ ਬੜੇ ਸਹੀ ਸਮੇਂ ਤੇ ਸਹੀ ਫੈਸਲਾ ਲੈ ਕੇ ਸਾਨੂੰ ਸਾਡੀ ਤਾਕਤ ਦਾ ਅਹਿਸਾਸ ਕਰਾਇਆ। ਜਿਹੜੇ ਵਿਦਿਆਰਥੀਆਂ ਨੂੰ ਜਦੋਂ ਅਸੀਂ ਗੱਲਾਂ ਸੁਣਾਉਂਦੇ ਹੁੰਦੇ ਸੀ ਵੀ ਯਾਰ ਇਸ ਤਰ੍ਹਾਂ ਜੰਗਾਂ ਯੁੱਧ ਹੁੰਦੇ ਸੀਗੇ, ਇਸ ਤਰ੍ਹਾਂ ਸਾਡਾ ਇਤਿਹਾਸ ਇਸ ਤਰ੍ਹਾਂ ਦਾ ਰਿਹਾ, ਸਾਡੇ ਭਗਤ ਸਿੰਘ ਨੇ ਇਸ ਤਰ੍ਹਾਂ ਕੀਤਾ, ਸਾਡੇ ਕਰਤਾਰ ਸਿੰਘ ਸਰਾਭੇ ਹੋਣਾ ਨੇ ਆਹ ਕੀਤਾ, ਇਸ ਤਰ੍ਹਾਂ ਜਿੱਦਾਂ ਦੀਆਂ ਗੱਲਾਂ ਅਸੀਂ ਉਹਨਾਂ ਨੂੰ ਸੁਣਾਉਂਦੇ ਹੁੰਦੇ ਸੀ ਨਾ, ਤਾਂ ਉਹ ਮਤਲਬ ਹੁਣ ਬੱਚਿਆਂ ਨੂੰ ਜਦੋਂ ਪ੍ਰੈਕਟੀਕਲ ਮਹਿਸੂਸ ਹੋਣਗੀਆਂ, ਉਹ ਇੱਕ ਸਾਕਾਰ ਹੋ ਗਿਆ। ਅਸੀਂ ਆਪਣੇ ਇਤਿਹਾਸ ਨੂੰ ਸਾਕਾਰ ਕਰਤਾ। ਬੱਚਿਆਂ ਨੂੰ, ਵਿਦਿਆਰਥੀਆਂ ਨੂੰ ਉਹ ਜਿਹੜੇ ਇਤਿਹਾਸ, ਹੁਣ ਜਦੋਂ ਇਤਿਹਾਸ ਪੜ੍ਹਨਗੇ ਉਹ, ਤਾਂ ਉਹਨਾਂ ਦੀ ਦ੍ਰਿਸ਼ਟੀ ਬਦਲੀ ਹੋਊਗੀ, ਕਿਉਂਕਿ ਹੁਣ ਬਹੁਤ ਕੁਛ ਤਾਂ ਉਹਨਾਂ ਨੇ ਆਪਣੀਆਂ ਅੱਖਾਂ ਸਾਹਮਣੇ ਹੁੰਦਾ ਦੇਖ ਲਿਆ। ਦੇਖੋ ਜਿਹੜੀਆਂ ਚੀਜ਼ਾਂ ਅਸੰਭਵ ਲੱਗਦੀਆਂ ਸੀਗੀਆਂ, ਮਤਲਬ ਜਿਵੇਂ ਮੈਂ ਇੱਕ ਛੋਟੀ ਜਿਹੀ ਐਗਜ਼ਾਮਪਲ ਦੇਵਾਂ, ਜਿਵੇਂ ਬੈਰੀਕੇਡ ਹੋ ਗਏ, ਪਿੱਲਰਾਂ ਦਾ, ਜਾਂ ਲੱਗੀ ਹੋਈ ਪੁਲਿਸ ਨੂੰ ਚੀਰਦੇ ਹੋਏ ਜਿਹੜੇ ਕਾਫਲੇ ਲੰਘੇ, ਉਹ ਜਿਹੜੀਆਂ ਵੀਡੀਓਜ਼ ਨੇ ਉਹਨਾਂ ਨੇ ਲਾਈਵ ਇਤਿਹਾਸ ਦਿਖਾਤਾ। ਤਾਂ ਜਿਸ ਤਰ੍ਹਾਂ ਦੀਆਂ ਗੱਲਾਂ ਅਸੀਂ ਇਤਿਹਾਸ 'ਚ ਕਰਦੇ ਰਹੇ ਵੀ ਸਾਡੇ ਸੂਰਮੇ ਏਦਾਂ ਦੇ ਹੁੰਦੇ ਸੀ, ਉਹ ਸਾਨੂੰ ਝਲਕਾਰੇ ਦੇਖ ਗਏ, ਸਾਡੇ ਵਿਦਿਆਰਥੀਆਂ ਨੂੰ ਉਹ ਝਲਕਾਰੇ ਦੇਖ ਗਏ। ਤਾਂ ਉਹ ਬੜਾ ਇੱਕ ਤਾਂ ਯਾਰ ਬਹੁਤ ਅੱਛਾ ਹੋ ਰਿਹਾ। ਤੇ ਸੱਚੀ ਮੁੱਚੀ ਇਹਦੇ 'ਚ ਹੁਣ ਮਤਲਬ ਮੈਂ ਜੇ ਕਹਾਂ ਕੋਈ ਕਿਸੇ ਪ੍ਰੋਫੈਸਰ ਦੀ ਜਾਂ ਬੀਇੰਗ ਪ੍ਰੋਫੈਸਰ ਮੇਰੀ ਕੋਈ ਭੂਮਿਕਾ ਜਾਂ ਹੋਰ ਨਹੀਂ, ਹੁਣ ਤਾਂ ਇਹ ਜਿਹੜਾ ਇੱਕ ਨਾ ਜਿਹੜੀ ਲਿਵਿੰਗ ਐਗਜ਼ਾਮਪਲ ਹੁੰਦੀ ਹੈ, ਇੱਕ ਜਿਹੜਾ ਐਕਸ਼ਨ ਹੁੰਦਾ, ਉਹ ਸਾਰੇ ਸਿਧਾਂਤਾਂ ਤੋਂ, ਸਾਰੇ ਮਤਲਬ ਹਵਾਲਿਆਂ ਤੋਂ, ਮਿਸਾਲਾਂ ਤੋਂ ਉੱਤੇ ਹੁੰਦਾ। ਤਾਂ ਬੱਚਿਆਂ ਨੇ ਹੁਣ ਜਿਹੜਾ ਹੈਗਾ, ਵਿਦਿਆਰਥੀਆਂ ਨੇ ਨਾ ਹੁਣ ਉਸ ਚੀਜ਼ ਨੂੰ ਲਿਵਿੰਗ ਦੇਖ ਲਿਆ। ਔਰ ਇਹ ਚੀਜ਼ ਜਿਹੜੀ ਹੈ ਨਾ, ਇਹ ਮੈਨੂੰ ਇਹ ਲੱਗਦਾ ਵੀ ਇਹ ਜਿਵੇਂ ਆਪਾਂ ਕਹਿੰਦੇ ਹੁੰਦੇ ਸੀ ਨਾ ਵੀ ਯਾਰ ਕਰੋਨਾ ਜਿਹੜਾ ਹੈਗਾ, ਵੀ ਕਰੋਨਾ ਬਹੁਤ ਕੁਝ ਬਦਲੂਗਾ, ਕਰੋਨਾ ਤੋਂ ਬਾਅਦ ਦੁਨੀਆ ਪਹਿਲਾਂ ਜੀ ਨਹੀਂ ਰਹਿਣੀ, ਔਰ ਰਹੀ ਵੀ ਨਹੀਂ। ਇਹ ਵੀ ਗੱਲ ਹੈ, ਰਹੀ ਵੀ ਨਹੀਂ। ਹੁਣ ਤੁਸੀਂ ਦੇਖੋ ਵੀ ਜੇ ਆਪਾਂ ਜਿਵੇਂ ਜਿੰਨੇ ਵੱਡੇ ਲੈਵਲ ਤੇ ਫੇਸਬੁੱਕ ਲਾਈਵ ਇੰਟਰੈਕਸ਼ਨਸ ਜਿਹੜੀਆਂ ਨੇ, ਇਹ ਕਰੋਨਾ ਤੋਂ ਬਾਅਦ ਹੋਈਆਂ ਨੇ, ਪਹਿਲਾਂ ਹੁੰਦੀਆਂ ਨਹੀਂ ਸੀ ਇਹ। ਬਿਲਕੁਲ ਜੀ, ਬਿਲਕੁਲ। ਪਹਿਲਾਂ ਆਪਾਂ ਕਿਤੇ ਕਰੋਨਾ ਤੋਂ ਪਹਿਲਾਂ ਕਿੱਥੇ ਸੀ ਲਾਈਵ ਇੰਟਰੈਕਸ਼ਨਸ, ਪਰ ਹੁਣ ਹੋ ਰਹੀਆਂ ਨੇ। ਹੁਣ ਇੱਕ ਆਮ ਵਰਤਾਰਾ ਬਣ ਗਿਆ, ਹੁਣ ਇੱਕ ਆਮ ਵਰਤਾਰਾ ਬਣ ਗਿਆ। ਹੁਣ ਹਰੇਕ ਬੰਦਾ ਹੀ ਜ਼ੂਮ ਤੇ ਜਿਵੇਂ ਸਟ੍ਰੀਮ ਯਾਰਡ ਜਾਂ ਫੇਸਬੁੱਕ ਲਾਈਵ, ਇੰਸਟਾਗ੍ਰਾਮ ਲਾਈਵ ਤੇ ਲਾਈਵ ਹੋਣ ਦੇ ਵਿੱਚ ਬੜਾ ਸਹਿਜ ਮਹਿਸੂਸ ਕਰਨ ਲੱਗ ਗਿਆ, ਪਹਿਲਾਂ ਨਹੀਂ ਸੀ ਕਰਦੇ। ਤੋ ਜਿਵੇਂ ਕਰੋਨਾ ਨੇ ਸਾਡੀ ਜਿਹੜੀ ਰਹਿਣੀ ਬਹਿਣੀ ਦੇ ਵਿੱਚ ਜਾਂ ਉਹ ਇੱਕ ਬੜੇ ਵੱਡੇ ਤਬਦੀਲੀ ਇੱਕ ਲਿਆਂਦੀ ਹੈ ਨਾ, ਉਸੇ ਤਰ੍ਹਾਂ ਹੀ ਇਹ ਜਿਹੜਾ ਅੰਦੋਲਨ ਹੈ, ਇਹਦੇ ਤੋਂ ਬਾਅਦ ਵੀ ਪੰਜਾਬ ਪਹਿਲਾਂ ਜਿਹਾ ਨਹੀਂ ਰਹਿਣਾ। ਬਹੁਤ ਕੁਛ ਬਦਲਣ ਵਾਲਾ, ਔਰ ਬਹੁਤ ਕੁਛ ਇਹ ਜਿਹੜੀ ਇਹ ਜੰਗ ਹੈ, ਇਹ ਤਾਂ ਮਤਲਬ ਇਹ ਤਾਂ ਐ ਮੰਨ ਕੇ ਚਲੋ ਵੀ ਹੁਣ ਤਾਂ ਇਹ ਤਾਂ ਜਿੱਤੀ ਹੋਈ ਪਈ ਹੈ। ਇਹ ਸਾਡੀ ਪ੍ਰਾਪਤੀ, ਇਹ ਦੇਖੋ ਸਾਡੀ ਮਤਲਬ ਜਿਹੜੇ ਹੁਣ ਬਿੱਲਾਂ ਦਾ ਵਾਪਸ ਹੋਣਾ ਨਾ ਹੋਣਾ, ਉਹ ਇੱਕ ਸੈਪਰੇਟ ਇਸ਼ੂ ਬਣ ਗਿਆ ਹੁਣ। ਜਿਹੜੀਆਂ ਵੱਡੀਆਂ ਪ੍ਰਾਪਤੀਆਂ ਅਸੀਂ ਉਹ ਬਿੱਲਾਂ ਤੋਂ ਕਿਤੇ ਵੱਡੀਆਂ ਪ੍ਰਾਪਤੀਆਂ ਅਸੀਂ ਇਹ ਕਰ ਲਈਆਂ ਕਿ ਅਸੀਂ ਆਪ ਦੀ ਜਿਹੜੀ ਯੰਗ ਜਨਰੇਸ਼ਨ ਸੀਗੀ ਉਹਦੇ ਕੋਲੇ ਦੱਸਣ ਵਾਸਤੇ ਅਸੀਂ ਉਹਨੂੰ ਇੱਕ ਮਿਸਾਲ ਦੇਤੀ, ਇੱਕ ਗੱਲ ਦੇਤੀ ਵੀ ਹਾਂ ਯਾਰ ਅਸੀਂ ਵੀ ਐਜੀਟੇਸ਼ਨ ਲੜਿਆ ਸੀ। ਜਥੇਬੰਦੀ ਦੀ ਤਾਕਤ, ਇਕੱਠ ਦੀ ਤਾਕਤ ਤੇ ਸਰਕਾਰ ਦਾ ਖੌਫ ਨਿਕਲ ਕੇ ਹੁਣ ਲੋਕਾਂ ਦੇ ਮਨਾਂ 'ਚ ਜਿਹੜਾ ਬਾਹਰ ਹੋ ਜਾਣਾ, ਇਹ ਸਾਡੀਆਂ ਵੱਡੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਦੀਆਂ। ਤਾਂ ਏਦਾਂ ਦਾ ਅੰਦੋਲਨ ਪਹਿਲਾਂ ਨਾ ਕਿਤੇ ਹੋਇਆ ਪੰਜਾਬ ਦੇ ਵਿੱਚ। ਮੈਂ ਪਹਿਲਾਂ ਵੀ ਇੱਕ ਇੰਟਰਵਿਊ 'ਚ ਕਿਹਾ ਸੀ ਜੀ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਅਸੀਂ ਜਿਸ ਤਰ੍ਹਾਂ ਦੇ ਅੰਦੋਲਨਾਂ ਬਾਰੇ ਸੁਣਦੇ ਆਏ, ਇਹ ਬਿਲਕੁਲ ਆਜ਼ਾਦੀ ਤੋਂ ਬਾਅਦ ਇਹ ਪਹਿਲਾ ਅੰਦੋਲਨ ਇਸ ਤਰ੍ਹਾਂ ਦਾ ਆਇਆ ਜਿਹਦੇ 'ਚ ਸਾਰਾ ਪੰਜਾਬ ਹੀ ਸਭ ਧਰਮਾਂ ਨੂੰ ਛੱਡ ਕੇ, ਪਾਰਟੀਬਾਜ਼ੀਆਂ ਨੂੰ ਛੱਡ ਕੇ, ਔਰ ਜਾਤ ਪਾਤ ਹਰੇਕ ਚੀਜ਼ ਨੂੰ ਪਾਸੇ ਰੱਖਦੇ ਹੋਏ ਪੰਜਾਬ ਇੱਕ ਲਾ ਮਿਸਾਲ, ਔਰ ਕੱਲਾ ਪੰਜਾਬ ਹੀ ਕਿਉਂ ਯਾਰ, ਪੰਜਾਬ ਤੇ ਹਰਿਆਣਾ ਇਕੱਠੇ ਹੋ ਗਏ, ਜਿਹੜੀ ਸੋਚੀ ਨਹੀਂ ਸੀ ਜਾ ਸਕਦੀ ਗੱਲ। ਮੈਂ ਹੁਣੇ ਹੀ ਇੱਕ ਖਬਰ ਪੜ੍ਹ ਕੇ ਹਟਿਆ ਇਸ ਲਾਈਵ ਤੋਂ ਪਹਿਲਾਂ, ਉਹ ਕਹਿੰਦੇ ਵੀ ਉੱਥੇ ਕਿਤੇ SYL ਦਾ ਜ਼ਿਕਰ ਕਰਤਾ, SYL ਦਾ ਜ਼ਿਕਰ ਕਰਦੇ ਹੋਏ ਰੈਲੀ ਰੱਖਤੀ ਤੇ ਲੋਕਾਂ ਨੇ ਲੀਡਰਾਂ ਨੂੰ ਭਜਾਤਾ, ਕਹਿੰਦੇ SYL ਦਾ ਗੱਲ ਫੇਰ ਕਰਾਂਗੇ, SYL ਦੀ ਗੱਲ ਫੇਰ ਕਰਾਂਗੇ, ਆਹ ਸਮਾਂ ਨਹੀਂ। ਮਤਲਬ ਪੰਜਾਬ ਤੇ ਹਰਿਆਣਾ ਜਿਨ੍ਹਾਂ ਗੱਲਾਂ ਨੂੰ ਲੈ ਕੇ ਲੋਕਾਂ ਦੇ ਮਨਾਂ 'ਚ ਜਿਹੜੀਆਂ ਦੂਰੀਆਂ ਪਈਆਂ ਸੀ, ਉਹ ਦੂਰੀਆਂ ਨੂੰ ਪੂਰ ਕੇ ਰੱਖਤਾ। ਤੋ ਮੈਨੂੰ ਇਹ ਲੱਗਦਾ ਵੀ ਇਹ ਮੋਦੀ ਜੀ ਦੇ ਕਾਰਨ ਹੀ ਇਹ ਮੁਮਕਿਨ ਹੋ ਪਾਇਆ। ਜਿਵੇਂ ਕਹਿੰਦੇ ਨਾ ਮੋਦੀ ਹੈ ਤਾਂ ਮੁਮਕਿਨ ਹੈ, ਤਾਂ ਮੋਦੀ ਜੀ ਦੇ ਕਾਰਨ ਇਹ ਮੁਮਕਿਨ ਹੋ ਪਾਇਆ। ਪੰਜਾਬੀਆਂ ਨੂੰ ਤਾਂ ਮੋਦੀ ਜੀ ਦਾ ਸਗੋਂ ਸਨਮਾਨ ਸਤਿਕਾਰ ਕਰਨਾ ਚਾਹੀਦਾ ਵੀ ਤੁਸੀਂ ਸਾਨੂੰ ਸਾਡੇ ਏਕੇ ਦਾ, ਸਾਡੀ ਤਾਕਤ ਦਾ ਅਹਿਸਾਸ ਕਰਾਤਾ, ਸਾਡੀ ਯੰਗ ਜਨਰੇਸ਼ਨ ਨੂੰ। ਔਰ ਦੇਖੋ ਇਹ ਮਿਸਾਲ ਹੈ ਹਰਪ੍ਰੀਤ, ਕਿ ਪਹਿਲਾਂ ਜਦੋਂ ਵੀ ਕਿਤੇ ਕਿਸਾਨ ਯੂਨੀਅਨ ਦੇ ਇਕੱਠ ਹੁੰਦੇ ਸੀ ਜਾਂ ਧਰਨੇ ਮੁਜ਼ਾਹਰੇ ਹੁੰਦੇ ਸੀ ਜਾਂ ਕੋਈ ਇਹਨਾਂ ਦਾ ਕੋਈ ਐਕਸ਼ਨ ਪ੍ਰੋਗਰਾਮ ਹੁੰਦਾ ਸੀ, ਤਾਂ ਉਹਦੇ 'ਚ ਨੌਜਵਾਨਾਂ ਦੀ ਭੂਮਿਕਾ ਜਿਹੜੀ ਸੀ ਉਹ ਨਹੀਂ ਸੀ ਹੁੰਦੀ। ਉਹ ਸਾਡੇ ਬਜ਼ੁਰਗ ਹੀ ਜਾਂਦੇ ਸੀ। ਜਿਹੜਾ ਕਿਸਾਨ ਯੂਨੀਅਨ ਦਾ ਪੱਕਾ ਕੇਡਰ ਹੁੰਦਾ, ਉਹ ਬਸ ਬਜ਼ੁਰਗਾਂ ਨੇ ਬੈਠ ਕੇ ਚਲੇ ਜਾਣਾ ਝੰਡੀਆਂ ਚੱਕ ਕੇ। ਐਤਕੀ ਨੌਜਵਾਨ ਜਾ ਰਿਹਾ ਐਡੇ ਵੱਡੇ ਲੈਵਲ ਤੇ, ਜਿਹੜਾ ਸੀਗਾ ਕਿਸਾਨ ਇਸ਼ੂ ਜਿਹੜਾ ਸੀ ਕਦੇ ਸੋਸ਼ਲ ਮੀਡੀਆ ਤੇ ਆਇਆ ਨਹੀਂ ਸੀ। ਔਰ ਵੱਡੀ ਗੱਲ ਦੇਖੋ, ਪੰਜਾਬੀਆਂ ਨੂੰ ਟਵਿੱਟਰ ਦੇ ਰਸਤੇ ਤੇ ਪਾ ਗਿਆ ਇਹ ਅੰਦੋਲਨ। ਤਾਂ ਕਿੰਨੀਆਂ ਪ੍ਰਾਪਤੀਆਂ ਨੇ ਇਸ ਅੰਦੋਲਨ ਦੀਆਂ। ਤਾਂ ਇਹ ਮੈਨੂੰ ਇਹ ਲੱਗਦਾ ਵੀ ਇਹ ਬਹੁਤ ਅੱਛਾ ਸਾਡੇ ਲਈ ਅੱਗੇ ਦੇਖੋ ਕੀ ਬਣਦਾ ਇਹਦਾ।
ਦੇਖੋ ਅਗਲਾ ਅੰਜਾਮ ਕੀ ਹੁੰਦਾ ਇਹ ਨਹੀਂ, ਪਰ ਨਹੀਂ, ਪੰਜਾਬ ਵਾਸਤੇ ਇਹ ਜਿਹੜਾ ਅੰਦੋਲਨ ਹੈ ਇੱਕ ਸ਼ੁਭ ਸੰਕੇਤ, ਪੰਜਾਬੀਅਤ ਦੀ ਜਿਹੜੀ ਹੈਗੀ ਆ ਉਮਰ ਲੰਮੀ ਕਰੇਗਾ। ਜੀ, ਜਿਵੇਂ ਤੁਸੀਂ ਗੱਲਾਂ ਕੀਤੀਆਂ ਕਿ ਇਸ ਅੰਦੋਲਨ ਦੇ ਵਿੱਚ ਜਿਹੜੇ ਸਾਰੇ ਵਰਗ ਜਿਹੜੇ ਆ ਉਹ ਆਪ ਮੁਹਾਰੇ ਸ਼ਾਮਲ ਹੋ ਰਹੇ ਆ। ਪਰ ਜਿਵੇਂ ਕਿ ਪਿਛਲੇ 6 ਮਹੀਨੇ ਦੇ ਵਿੱਚ ਜਿੰਨੇ ਕਿਸਾਨੀ ਸੰਕਟ ਦੇ ਉੱਤੇ ਜਾਂ ਕਿਸਾਨੀ ਬਾਰੇ ਜਾਂ ਕਿਸਾਨਾਂ ਬਾਰੇ ਗੀਤ ਜਿਹੜੇ ਲਿਖੇ ਗਏ, ਮੈਨੂੰ ਲੱਗਦਾ ਪਹਿਲਾਂ ਨਹੀਂ ਲਿਖੇ ਗਏ ਹੋਣੇ ਜਿੰਨੇ ਇਹਨਾਂ 3-4 ਮਹੀਨੇ ਦੇ ਦੌਰਾਨ ਲਿਖੇ ਗਏ। ਤੋ ਕਈ ਨੇ ਦਵਾ ਦਵ ਜਿਵੇਂ ਹਨਾ ਜਲਦਬਾਜ਼ੀ 'ਚ ਜਿਹੜੇ ਪਹਿਲਾਂ ਲੱਚਰ ਹਿੰਸਕ ਭੜਕਾਊ ਗੀਤ ਗਾਉਂਦੇ ਰਹੇ, ਉਹਨਾਂ ਨੇ ਵੀ ਇਸ ਜਿਹੜਾ ਅੰਦੋਲਨ ਦਾ ਲਾਹਾ ਲਿਆ। ਸੋ ਇੱਕ ਜਿਵੇਂ ਮੈਨੂੰ ਲੱਗਦਾ ਕਿ ਇਹ ਜਿਹੜਾ ਲੋਕ ਸੰਘਰਸ਼ ਆ, ਜਿਵੇਂ ਔਰ ਲੋਕ ਸੰਘਰਸ਼ ਦਾ ਔਰ ਕਲਾਕਾਰ ਦਾ ਕੀ ਇੱਕ ਆਪਸ 'ਚ ਰਿਸ਼ਤਾ ਹੈਗਾ ਕਿ ਇਹ ਜ਼ਰੂਰੀ ਥੋੜੀ ਹੈ ਕਿ ਵੀ ਜਦੋਂ ਭੀੜ ਪਈ, ਜਿਵੇਂ ਹੁਣ ਅੱਜ ਕੱਲ੍ਹ ਕਿਸਾਨਾਂ ਦਾ ਕਿਸਾਨੀ ਸੰਕਟ ਹੈ ਤੇ ਉਦੋਂ ਤੁਸੀਂ ਗੀਤ ਗਾਓ ਤਾਂ ਤੁਹਾਨੂੰ ਕੋਈ ਇਹਦਾ ਉਹ ਨਹੀਂ ਹਨਾ। ਜਿਵੇਂ ਮੈਂ ਪਹਿਲਾਂ ਵੀ ਗੱਲ ਕੀਤੀ ਕਿ ਤੁਸੀਂ ਇੱਕ ਗੀਤ ਗਾਇਆ, ਉਦੋਂ ਇਸ ਤਰ੍ਹਾਂ ਦਾ ਕੋਈ ਰੌਲਾ ਨਹੀਂ ਸੀ ਕਿ ਗੌਰਮੈਂਟ ਸਾਡੇ ਬਾਰੇ ਕਿਉਂ ਨਹੀਂ ਸੋਚਦੀ, ਕਿਉਂਕਿ ਹਾਲਾਤ ਸਦਾ ਹੀ ਇਸ ਤਰ੍ਹਾਂ ਦੇ ਰਹਿੰਦੇ। ਤੇ ਇੱਕ ਅੱਜ ਕਿ ਸਾਰੇ ਬਗਦੀ ਗੰਗਾ ਝੱਟ ਧੋਣਾ ਚਾਹੁੰਦੇ ਹਨ, ਤੋ ਰੋਜ਼ ਨਵਾਂ ਗੀਤ ਜਿਹੜਾ ਉਹ ਕਿਸਾਨੀ ਮਸਲੇ ਤੇ ਆ ਰਿਹਾ। ਕਿ ਇਹ ਚੀਜ਼ਾਂ ਵਿਅਕਤੀ ਆ ਜਾਂ ਕਿ ਪਰਮਾਨੈਂਟ ਹੀ ਹੈ, ਵੀ ਕਲਾਕਾਰ ਜਾਂ ਗਾਇਕੀ ਦਾ ਜਿਹੜਾ ਰਿਸ਼ਤਾ ਲੋਕ ਸੰਘਰਸ਼ਾਂ ਨਾਲ? ਇਹਦਾ ਹਰਪ੍ਰੀਤ ਦੇਖੇ ਤਾਂ ਜੇ ਹੁਣ ਮੈਂ ਐਗਜ਼ੈਕਟ ਤੈਨੂੰ ਸਹੀ ਜਵਾਬ ਦਿੱਤਾ ਤਾਂ ਉਹ ਕੰਟਰੋਵਰਸ਼ੀਅਲ ਹੋਊਗਾ। ਤੋ ਇਹ ਜਿਹੜਾ ਵਕਤ ਹੈ ਇਹ ਕੰਟਰੋਵਰਸੀ ਕ੍ਰੀਏਟ ਕਰਨ ਦਾ ਨਹੀਂ ਹੈ, ਕਿਉਂਕਿ ਅੱਜ ਜਿਹੜਾ ਸਮਾਂ ਹੈ ਨਾ, ਇਸ ਸਮੇਂ ਦੇ ਵਿੱਚ ਸਾਨੂੰ ਹਰੇਕ ਕਿਸਮ ਦੇ ਵਾਦ ਵਿਵਾਦ ਤੋਂ ਉੱਤੇ ਉੱਠ ਕੇ ਵੀ ਮੈਂ ਕਾਮਰੇਡ ਆ, ਮੈਂ ਖਾਲਿਸਤਾਨੀ ਆ, ਮੈਂ ਇਹ ਆ, ਮੈਂ ਉਹ, ਇਹਨਾਂ ਸਾਰੀਆਂ ਗੱਲਾਂ ਤੋਂ ਉੱਤੇ ਉੱਠ ਕੇ ਸਾਡਾ ਧਿਆਨ ਸਿਰਫ ਤੇ ਸਿਰਫ ਫਤਿਹ ਤੇ ਹੋਣਾ ਚਾਹੀਦਾ। ਕਿਉਂਕਿ ਇਸ ਵਕਤ ਜਿਸ ਤਰ੍ਹਾਂ ਦਾ ਮਾਹੌਲ ਸਾਡੇ ਦੇਸ਼ 'ਚ ਬਣਿਆ ਹੋਇਆ ਵੀ ਮੋਦੀ ਦੇ ਰੱਥ ਨੂੰ ਰੋਕਣ ਵਾਸਤੇ ਨਾ ਸਾਨੂੰ ਕੇਵਲ ਤੇ ਕੇਵਲ ਇਸ ਸੰਘਰਸ਼ ਦੀ ਫਤਿਹ ਤੇ ਧਿਆਨ ਦੇਣਾ ਚਾਹੀਦਾ। ਮੈਂ ਇਸ ਮਾਧਿਅਮ ਰਾਹੀਂ ਹੋਰ ਵੀ ਸੱਜਣਾਂ ਨੂੰ ਅਪੀਲ ਕਰਦਾ, ਕਿਉਂਕਿ ਮੈਂ ਜਦੋਂ ਕਿਤੇ ਫੇਸਬੁੱਕ ਚਲਾਵਾਂ ਨਾ ਤਾਂ ਇਦਾਂ ਦੀਆਂ ਬਹੁਤ ਪੋਸਟਾਂ ਆਉਂਦੀਆਂ ਨੇ ਵੀ ਉਹ ਹਰੇਕ ਨੂੰ ਇਹ ਹੈ, ਕੱਲਾ ਕਲਾਕਾਰਾਂ 'ਚ ਨਹੀਂ, ਇਹ ਸਾਡੇ ਲੀਡਰਾਂ ਜਿਹੜੇ ਆਗੂ ਅਗਵਾਈ ਹੋ ਰਹੀ ਹੈ ਉਹਦੇ ਵਿੱਚ ਵੀ ਯਾਰ ਇਹ ਕ੍ਰੈਡਿਟ ਵਾਰ ਜਿਹੜੀ ਚੱਲ ਰਹੀ ਹੈ ਵੀ ਕਿਸੇ ਨੂੰ ਇਹ ਲੱਗ ਰਿਹਾ ਵੀ ਯਾਰ ਸਾਰਾ ਕ੍ਰੈਡਿਟ ਕਿਤੇ ਕਾਮਰੇਡ ਨਾਲ ਲੈ ਜਾਣ, ਕਿਸੇ ਨੂੰ ਇਹ ਲੱਗ ਰਿਹਾ ਵੀ ਯਾਰ ਇਹਦੇ 'ਚ ਕਿਤੇ ਜਿਹੜਾ ਹੈਗਾ ਵੀ ਉਹ ਕੋਈ ਪਰਟੀਕੂਲਰ ਕੋਈ ਧਰਮ ਜਿਹੜਾ ਹੈਗਾ ਉਹ ਨਾ ਅੱਗੇ ਆ ਜੇ, ਕੋਈ ਇਸੇ ਕਰਕੇ ਕਦੇ ਨਿਸ਼ਾਨ ਸਾਹਿਬ ਵਰਗਾ ਦੇ ਉੱਤੇ ਕੋਈ ਬਿਆਨ ਆ ਜਾਂਦਾ, ਨਿਸ਼ਾਨ ਸਾਹਿਬ ਦੇ ਉੱਤੇ ਕਦੇ ਕੋਈ ਕਾਮਰੇਡਾਂ ਦੇ ਲਾਲ ਝੰਡੇ ਤੇ ਬਿਆਨ ਦੇ ਦਿੰਦਾ। ਤਾਂ ਇਹ ਯਾਰ ਇਹ ਸਾਰਾ ਕੁਝ ਨਹੀਂ ਹੋਣਾ ਚਾਹੀਦਾ। ਅਗਲੀ ਗੱਲ ਜਿਹੜਾ ਤੇਰੇ ਸਵਾਲ ਦੇ ਵਿੱਚ ਯਾਰ ਸਵਾਲ ਹੈ ਵੀ ਇਹ ਵਕਤੀ ਹੈ ਜਾਂ ਸਥਾਈ ਹੈ, ਹਰਪ੍ਰੀਤ ਸਭ ਤੋਂ ਪਹਿਲਾਂ ਨਾ ਇਹ 'ਚ ਸਾਨੂੰ ਇਹ ਦੇਖਣਾ ਪਊਗਾ ਵੀ ਜਦੋਂ ਅਸੀਂ ਕਹਿੰਦੇ ਹਾਂ ਕਲਾਕਾਰ, ਕਲਾਕਾਰ ਇੱਕ ਬ੍ਰੌਡਰ ਟਰਮ ਹੈ, ਇਹਦੇ ਅੱਗੇ ਫੇਰ ਇਹਦੇ ਦੋ ਹਿੱਸੇ ਬਣਦੇ ਨੇ। ਇੱਕ ਅਸੀਂ ਕਹਿ ਸਕਦੇ ਹਾਂ ਲੋਕ ਪੱਖੀ ਕਲਾਕਾਰ, ਇੱਕ ਨੇ ਕਮਰਸ਼ੀਅਲ ਕਲਾਕਾਰ। ਜਿਹੜਾ ਕਮਰਸ਼ੀਅਲ ਕਲਾਕਾਰ ਹੈ ਉਹਦਾ ਰੁਝਾਨ ਜ਼ਰੂਰ ਵਕਤੀ ਹੈ, ਪਰ ਜਿਹੜਾ ਲੋਕ ਪੱਖੀ ਕਲਾਕਾਰ ਹੈ ਉਹ ਚਿਰਸਥਾਈ ਹੈ, ਕਿਉਂਕਿ ਉਹ ਪਹਿਲਾਂ ਵੀ ਜਦੋਂ ਦੇਖੋ ਧਰਨੇ ਮੁਜ਼ਾਹਰੇ ਕਿਹੜਾ ਅੱਜ ਪਹਿਲਾ ਅੰਦੋਲਨ ਚੱਲਿਆ, ਧਰਨੇ ਮੁਜ਼ਾਹਰੇ ਤਾਂ ਲੱਗਦੇ ਆ ਰਹੇ ਨੇ। ਜਿਹੜਾ ਤਾਂ ਲੋਕ ਪੱਖੀ ਕਲਾਕਾਰ ਹੈ, ਮਤਲਬ ਮੈਂ ਉਹਦੇ 'ਚ ਗਿਣਤੀ ਦੇ ਨਾਂ ਨੇ, ਮੈਂ ਤਾਂ ਖੈਰ ਉਹਦੇ 'ਚ ਹੈ ਨਹੀਂ, ਸਾਡੀ ਆਪ ਦਾ ਸਾਡਾ ਤਾਂ ਹੋਰ ਵੱਖਰਾ, ਨਾ ਅਸੀਂ ਕਮਰਸ਼ੀਅਲ ਚਾਹੁੰਦੇ ਹਾਂ ਨਾ ਅਸੀਂ ਲੋਕ ਪੱਖੀ ਚਾਹੁੰਦੇ, ਸਾਡੀ ਤਾਂ ਤੀਜੀ ਕੈਟਾਗਰੀ ਹੈ। ਜਿਵੇਂ ਜਗਸੀਰ ਜੀਦਾ ਹੋਣੀ ਹੋ ਗਏ, ਜਗਰਾਜ ਧੌਲਾ ਹੋਣੀ ਹੋ ਗਏ, ਇਸ ਤਰ੍ਹਾਂ ਦੇ ਜਿਹੜੇ ਹੋਰ ਕਈ ਨਾਟਕ ਮੰਡਲੀਆਂ ਨੇ, ਕਈ ਕਲਾਕਾਰ ਨੇ, ਉਹ ਤਾਂ ਯਾਰ ਸ਼ੁਰੂ ਤੋਂ ਹੀ ਲੱਗੇ ਹੋਏ ਨੇ। ਉਹਨਾਂ ਨੇ ਕਦੀ ਵੀ ਇਹ ਨਹੀਂ ਦੇਖਿਆ ਵੀ ਅੱਜ ਇਸ ਗੀਤ ਦੀ ਇਹਨਾਂ ਕੰਮਾਂ ਦੀ ਕਮਰਸ਼ੀਅਲ ਵੈਲਿਊ ਹੈਗੀ ਹੈ ਤੇ ਉਹ ਨਹੀਂ। ਜਿਹੜੇ ਕਮਰਸ਼ੀਅਲ ਕਲਾਕਾਰ ਹੁੰਦਾ ਨਾ, ਕਮਰਸ਼ੀਅਲ ਕਲਾਕਾਰ ਦਾ ਕਿਸੇ ਵੀ ਸਰੋਕਾਰ ਨਾਲ ਜਾਂ ਵਰਤਾਰੇ ਨਾਲ ਕੋਈ ਲੈਣਾ ਦੇਣਾ ਨਹੀਂ ਹੁੰਦਾ। ਉਹਨਾਂ ਨੂੰ ਸਿਰਫ ਇਹ ਲੈਣਾ ਦੇਣਾ ਵੀ ਹਾਂ ਅੱਜ ਕੀ ਕਲਿੱਕ ਕਰ ਸਕਦਾ ਜੀ, ਔਰ ਕਿਉਂਕਿ ਉਹ ਡਿਮਾਂਡ ਦੇ ਹਿਸਾਬ ਨਾਲ ਚੱਲਦੇ ਆ। ਕਮਰਸ਼ੀਅਲ ਕਲਾਕਾਰ ਪਹਿਲੇ ਦਿਨ ਤੋਂ ਹੀ ਇਹ ਬਿਆਨ ਦਿੰਦੇ ਆਏ ਆ ਜੀ ਅਸੀਂ ਤਾਂ ਉਹੀ ਪੇਸ਼ ਕਰਾਂਗੇ ਜੋ ਲੋਕ ਸੁਣਨਾ ਚਾਹੁੰਦੇ ਆ। ਤਾਂ ਅੱਜ ਦੀ ਹਕੀਕਤ ਇਹ ਹੈ ਵੀ ਅੱਜ ਲੋਕ ਇਹ ਸੁਣਨਾ ਚਾਹੁੰਦੇ ਆ। ਜਦੋਂ ਅੱਜ ਲੋਕ ਇਹ ਸੁਣਨਾ ਚਾਹੁੰਦੇ ਆ ਤਾਂ ਉਹਨਾਂ ਨੇ ਉਹੀ ਚੀਜ਼ ਪੇਸ਼ ਕਰਤੀ, ਔਰ ਤੁਸੀਂ ਦੇਖੋ ਕਲਿੱਕ ਵੀ ਕਰ ਰਹੀ ਹੈ। ਅੱਜ ਤੋਂ ਪਹਿਲਾਂ ਜੇ ਉਹ ਇਹ ਗੀਤ ਕਰਦੇ, ਇੱਕ ਕੌੜਾ ਸੱਚ ਹੈ, ਇਕੱਲੇ ਕਲਾਕਾਰਾਂ ਦੇ ਉੱਤੇ ਦੋਸ਼ ਨਹੀਂ ਰੱਖਿਆ ਜਾ ਸਕਦਾ। ਅੱਜ ਤੋਂ ਮੈਂ ਮੰਨ ਕੇ ਚਲੋ ਵੀ 6 ਮਹੀਨੇ ਪਹਿਲਾਂ ਵੀ ਜੇ ਕੋਈ ਜਿਹੜੇ ਗੀਤ ਹੁਣ ਆ ਰਹੇ ਨੇ ਆਏ ਹੁੰਦੇ ਆ ਅੱਜ ਤੋਂ 8 ਮਹੀਨੇ ਪਹਿਲਾਂ, 9 ਮਹੀਨੇ ਪਹਿਲਾਂ, ਤਾਂ ਕੀ ਉਹ ਚੱਲਦੇ? ਕੀ ਲੋਕ ਉਹਨਾਂ ਨੂੰ ਸੁਣਦੇ? ਕੀ ਉਹਨਾਂ ਨੂੰ ਇੰਨੇ ਵਿਊਜ਼ ਹੁੰਦੇ? ਜਵਾਬ ਨਾ 'ਚ ਹੈ ਜੀ। ਤਾਂ ਕਮਰਸ਼ੀਅਲ ਕਲਾਕਾਰ ਨੇ ਤਾਂ ਉਹੀ ਕਰਨਾ ਹੈ ਜਿਹਦੀ ਮਾਰਕੀਟ ਵੈਲਿਊ ਹੈਗੀ ਹੈ, ਜਿਹਦੀ ਮਾਰਕੀਟ 'ਚ ਵੈਲਿਊ। ਦੂਸਰੀ ਗੱਲ, ਸਾਨੂੰ ਇਹਦਾ ਪੋਜ਼ਿਟਿਵ ਪੱਖ ਵੀ ਦੇਖਣਾ ਚਾਹੀਦਾ। ਦੇਖੋ ਅੱਜ ਦੀ ਘੜੀ 'ਚ ਸਾਨੂੰ ਹਰੇਕ ਕਿਸਮ ਦੇ, ਇਸ ਅੰਦੋਲਨ ਨੂੰ ਹਰੇਕ ਕਿਸਮ ਦੇ ਰਿਸੋਰਸ ਦੀ ਲੋੜ ਹੈ। ਇਸ ਅੰਦੋਲਨ ਨੂੰ ਪੈਸੇ ਦੀ ਵੀ ਲੋੜ ਹੈ, ਇਸ ਅੰਦੋਲਨ ਨੂੰ ਸਾਧਨਾਂ ਦੀ ਵੀ ਲੋੜ ਹੈ, ਇਸ ਅੰਦੋਲਨ ਨੂੰ ਲੋਕਾਂ ਦੇ ਕਰਾਊਡ ਦੀ ਵੀ ਲੋੜ ਹੈ, ਭੀੜ ਦੀ ਵੀ ਲੋੜ ਹੈ, ਇਸ ਅੰਦੋਲਨ ਨੂੰ ਸੋਸ਼ਲ ਮੀਡੀਆ ਤੇ ਸਪੇਸ ਦੀ ਵੀ ਲੋੜ ਹੈ।
ਇਹ ਜਿਹੜੇ ਕਮਰਸ਼ੀਅਲ ਕਲਾਕਾਰ ਨੇ, ਦੇਖੋ ਲੋਕ ਪੱਖੀ ਕਲਾਕਾਰਾਂ ਕੋਲੇ ਗੀਤ ਹੋ ਸਕਦਾ ਅੱਛੇ ਹੋਣ, ਪਰ ਉਹਨਾਂ ਕੋਲੇ ਸੋਸ਼ਲ ਮੀਡੀਆ ਦੀ ਸਪੇਸ ਨਹੀਂ। ਕਮਰਸ਼ੀਅਲ ਕਲਾਕਾਰ ਕੋਲੇ ਸੋਸ਼ਲ ਮੀਡੀਆ ਦੀ ਸਪੇਸ ਹੈ। ਤਾਂ ਇਹ ਵੀ ਇੱਕ ਬੜਾ ਵੱਡਾ ਕਾਰਨ ਹੋਇਆ ਕਿ ਸ਼ਾਇਦ ਸ਼ੁਰੂਆਤੀ ਦੌਰ 'ਚ, ਜਦੋਂ ਹੁਣ ਅਸੀਂ ਆਹ ਅੰਦੋਲਨ ਹੀ ਦੇਖੀਏ, ਇਹਦੇ ਸ਼ੁਰੂਆਤੀ ਦੌਰ ਦੇ ਵਿੱਚ ਨੌਜਵਾਨ ਜਿਹੜਾ ਸੀ ਉਹ ਨਹੀਂ ਸੀ ਜੁੜਿਆ ਇਸ ਅੰਦੋਲਨ ਨਾਲ। ਉਦੋਂ ਤਾਂ ਮਤਲਬ ਕਹਿਣਾ ਵੀ ਪੈ ਗਿਆ ਸੀਗਾ ਵੀ ਵੇਖੋ ਬੋਲੋ ਵੀਰੋ ਵੇ ਬਾਪੂ ਕੱਲਾ ਨਾਰੇ ਮਾਰਦਾ, ਇਹ ਬੋਲੀਆਂ ਵੀ ਆ ਗਈਆਂ ਸੀਗੀਆਂ। ਔਰ ਸੋਸ਼ਲ ਮੀਡੀਆ ਤੇ ਬੜੀ ਇਸ ਚੀਜ਼ ਤੇ ਚਿੰਤਾ ਵੀ ਜ਼ਾਹਰ ਕੀਤੀ ਗਈ ਸੀ ਵੀ ਬਜ਼ੁਰਗ ਹੀ ਦਿਖ ਰਹੇ ਨੇ, ਨੌਜਵਾਨ ਨਹੀਂ ਦਿਖ ਰਿਹਾ। ਕਮਰਸ਼ੀਅਲ ਕਲਾਕਾਰਾਂ ਦੀ ਐਂਟਰੀ ਦੇ ਨਾਲ ਨੌਜਵਾਨਾਂ ਦਾ ਜਿਹੜਾ ਧਿਆਨ ਸੀਗਾ ਉਹ ਇਸ ਅੰਦੋਲਨ ਵੱਲ ਇੱਕ ਵੱਖਰੀ ਸ਼ਿੱਦਤ ਨਾਲ ਖਿੱਚਿਆ ਗਿਆ, ਇੱਕ ਵੱਖਰੇ ਤਰੀਕੇ ਨਾਲ ਖਿੱਚਿਆ ਗਿਆ। ਤਾਂ ਭਾਵੇਂ ਕਿ ਇਹ ਵਕਤੀ ਹੈ, ਭਾਵੇਂ ਕਿ ਹਰੇਕ ਕਲਾਕਾਰ ਦੇ ਹੋ ਸਕਦਾ ਇਹ 'ਚ ਆਪੋ ਆਪਣੇ ਹਿੱਤ ਵੀ ਜੁੜੇ ਹੋਣ, ਕਿਸੇ ਦਾ ਕੋਈ ਹੋ ਸਕਦਾ ਕਿਸੇ ਦਾ ਕੋਈ ਰਾਜਸੀ ਮੁਫਾਦ ਵੀ ਹੋਵੇ, ਹੋ ਸਕਦਾ ਕੋਈ ਕਿਸੇ ਨਿੱਜੀ ਹਿੱਤ ਤੋਂ ਵੀ ਇਹਦੇ ਵਿੱਚ ਉਤਰਿਆ ਹੋਵੇ, ਹੋ ਸਕਦਾ ਕੁਛ ਵੀ ਹੋ ਸਕਦਾ ਯਾਰ, ਐਨੀਥਿੰਗ। ਹਰੇਕ ਦਾ ਆਪੋ ਆਪਣਾ ਮੰਤਵ ਹੋ ਸਕਦਾ। ਤਾਂ ਗੱਲ ਇਹ ਨਹੀਂ ਵੀ ਅਗਲਾ ਕਿਹੜੇ ਮੰਤਵ ਨਾਲ ਆਇਆ, ਗੱਲ ਹੈ ਵੀ ਉਹਦੇ ਆਉਣ ਨਾਲ ਅੰਦੋਲਨ ਨੂੰ ਲਾਭ ਹੋ ਰਿਹਾ ਕਿ ਨਹੀਂ ਹੋ ਰਿਹਾ। ਤਾਂ ਹਰੇਕ ਦਾ ਯੋਗਦਾਨ ਹੈਗਾ, ਇਹ 'ਚ ਕੋਈ ਸ਼ੱਕ ਨਹੀਂ ਹੈ। ਤਾਂ ਯਾਰ ਹਿੱਤ ਤਾਂ ਦੇਖ ਹਰੇਕ ਦੇ ਹੁੰਦੇ ਨੇ। ਹੁਣ ਜਿਹੜੇ ਸਿਆਸੀ ਆਗੂ ਅੱਗੇ ਲੱਗੇ ਹੋਏ ਨੇ ਉਹਨਾਂ ਦੇ ਵੀ ਹਿੱਤ ਨੇ। ਉਹ ਜਿੱਥੇ ਜਿੱਥੇ ਕਿਸੇ ਮੈਨੂੰ ਪਤਾ ਹੈ ਇਹ ਗੱਲ, ਜਿਹੜੇ ਸਾਡੇ ਪੰਥਕ ਆਗੂ ਨੇ ਉਹਨਾਂ ਨੂੰ ਵੀ ਬੁਰੀ ਲੱਗ ਸਕਦੀ ਹੈ, ਜਿਹੜੇ ਸਾਡੇ ਕਿਸਾਨ ਆਗੂ ਨੇ ਉਹਨਾਂ ਨੂੰ ਵੀ ਬੁਰੀ ਲੱਗ ਸਕਦੀ ਹੈ। ਜਿੱਥੇ ਯਾਰ ਕਿਸਾਨ ਆਗੂਆਂ ਨੂੰ ਇਹ ਲੱਗਦਾ ਹੈ ਵੀ ਯਾਰ ਵੀ ਹੁਣ ਇਹਦੇ 'ਚ ਪੰਥਕ ਵਿਚਾਰਧਾਰਾ ਹਾਵੀ ਹੋ ਰਹੀ, ਉਹ ਨਹੀਂ ਬਿਆਨ ਦਿੰਦੇ, ਨਿਸ਼ਾਨ ਸਾਹਿਬ ਬਾਰੇ ਦਿੰਦੇ ਨੇ। ਜਿੱਥੇ ਪੰਥਕ ਆਗੂਆਂ ਨੂੰ ਇਹ ਲੱਗਦਾ ਵੀ ਯਾਰ ਕਾਮਰੇਡ ਦੁਬਾਰਾ ਉੱਠ ਕੇ ਖੜੇ ਹੋ ਗਏ ਯਾਰ ਪੰਜਾਬ ਦੇ ਵਿੱਚ ਤੇ ਲੋਕਾਂ ਦੇ, ਤੇ ਉੱਥੇ ਉਹ ਨਹੀਂ ਰੌਲਾ ਪਾਉਂਦੇ ਨੇ। ਤਾਂ ਹਰੇਕ ਦੇ ਆਪਦੇ ਹਿੱਤ ਨੇ। ਹਰੇਕ ਇਸ ਅੰਦੋਲਨ ਦੇ ਵਿੱਚ ਨਾ ਯਾਰ ਹਰੇਕ ਬੰਦਾ ਆਪਦੇ ਹਿੱਤ ਨਾਲ ਚੱਲ ਰਿਹਾ। ਪਰ ਵੱਡੀ ਗੱਲ ਇਹ ਆ ਵੀ ਕਿਤੇ ਨਾ ਕਿਤੇ ਅੰਦੋਲਨ ਹਾਈਲਾਈਟ ਹੋ ਰਿਹਾ, ਅੰਦੋਲਨ ਅਗਾਂਹ ਨੂੰ ਵੱਧ ਰਿਹਾ। ਚੰਗੀ ਗੱਲ ਇਹ ਆ, ਮਤਲਬ ਦੇਖੋ ਅਸੀਂ ਤਾਂ ਬੇਨਤੀ ਉਹ ਕਰ ਸਕਦੇ ਨਾ, ਹੁਣ ਮੇਲੇ 'ਚ ਕੀ ਕਹਿੰਦੇ ਵੀ ਚੱਕੇ ਰਾਹੀ ਦੀ ਕੌਣ ਸੁਣਦਾ, ਵੀ ਸਾਡੀ ਤਾਂ ਓਡੀ ਉਹ ਨਹੀਂ ਹੈਗੀ, ਮੇਰੇ ਦਾ ਕੋਈ ਏਡਾ ਸਟੇਚਰ ਨਹੀਂ ਹੈਗਾ ਵੀ ਮੈਨੂੰ ਉਹ ਜਾਣਦੇ ਹੋਣ ਜਾਂ ਮੇਰੀ ਗੱਲ ਉਹਨਾਂ ਤੱਕ ਪਹੁੰਚਦੀ ਹੋਵੇ। ਪਰ ਹਾਂ, ਉਹ ਮੇਰੇ ਜਿਹੜੀ ਦਿਲ ਦੀ ਭਾਵਨਾ ਉਹ ਇਹ ਬੇਨਤੀ ਵੀ ਯਾਰ ਅਜੇ ਆਪਾਂ ਇਹਨਾਂ ਸਾਰੀਆਂ ਗੱਲਾਂ ਨੂੰ ਛੱਡ ਦਈਏ। ਕਿਉਂਕਿ ਕਿਹੜਾ ਬੰਦਾ ਕਿਉਂ ਆਇਆ ਇਸ ਅੰਦੋਲਨ ਦੇ ਵਿੱਚ, ਕਿਹੜਾ ਬੰਦਾ, ਉਹ ਤਾਂ ਹੁਣ ਅੱਜ ਤੋਂ ਹੋਰ ਮਹੀਨੇ 2 ਮਹੀਨੇ ਨੂੰ ਗੱਲਾਂ ਸਪਸ਼ਟ ਹੋ ਹੀ ਜਾਣੀਆਂ ਨੇ ਆਪਾਂ ਨੂੰ ਸਾਰਿਆਂ ਨੂੰ, ਠੀਕ ਹੈ ਨਾ। ਤਾਂ ਆਪਾਂ ਨੂੰ ਇਹ ਵੀ ਦੇਖਣਾ ਵੀ ਕਿਹੜੇ ਬੰਦੇ ਇਹਨਾਂ ਚੋਂ ਆਪਦੀ ਪੋਲੀਟੀਕਲ ਸਪੇਸ ਬਣਾਉਣਗੇ, ਕਿਹੜੇ ਬੰਦੇ ਆਪਦੀ ਕਿਸੇ ਫੀਲਡ 'ਚ ਕਿਸ ਤਰ੍ਹਾਂ ਦੀ ਸਪੇਸ ਬਣਾਉਣਗੇ, ਸਾਰਾ ਕੁਝ ਆਪਣੇ ਸਾਹਮਣੇ ਆ ਹੀ ਜਾਣਾ ਹੈ। ਪਰ ਉਹਨਾਂ ਗੱਲਾਂ ਨੂੰ ਆਪਾਂ ਹੁਣ ਨਾ ਘੜੀਸੀਏ। ਘੱਟੋ ਘੱਟ ਜਿਹੜੇ ਅਗਲੇ 15-20 ਦਿਨ, ਮਹੀਨਾ ਹੈ, ਇਹ ਆਪਾਂ ਇਕੱਠੇ ਇਕਮੁੱਠ ਹੋ ਕੇ, ਚਾਹੇ ਯਾਰ ਕੋਈ ਕਿਸੇ ਕਾਰਨ ਵੀ ਇਸ ਅੰਦੋਲਨ 'ਚ ਆਇਆ, ਪਰ ਉਹਦੀ ਪੋਜ਼ਿਟਿਵ ਸਪੇਸ ਹੈ, ਉਹਦੀ ਪੋਜ਼ਿਟਿਵ ਐਨਰਜੀ ਹੈ, ਉਹਦਾ ਸਾਧਨ ਹੈ ਜੋ ਉਹ ਇਸ ਅੰਦੋਲਨ 'ਚ ਯੋਗਦਾਨ ਪਾਉਣ ਲਈ ਕਰ ਸਕਦਾ ਯਾਰ, ਉਹ ਆਪਾਂ ਉਹਨੂੰ ਵਰਤ ਲਈਏ। ਤੋ ਜੇ ਕਿਤੇ ਕੋਈ ਸੁਣਦਾ ਹੈ ਤਾਂ ਮੇਰੀ ਬੇਨਤੀ ਹੈ ਵੀ ਆਪਦੇ ਹਿੱਤ ਜਿਹੜੇ ਹੈਗੇ ਨੇ, ਵੀ ਠੀਕ ਹੈ ਤੁਹਾਡੇ ਵੀ ਹਿੱਤ ਨੇ, ਸਾਡੇ ਵੀ ਹਿੱਤ। ਹੁਣ ਅਸੀਂ ਵੀ ਦੇਖੋ, ਅਸੀਂ ਵੀ ਦੇਖਦੇ ਹਾਂ। ਹੁਣ ਮਤਲਬ ਮੈਂ ਵਿਆਹਾਂ ਦੇ ਪ੍ਰੋਗਰਾਮ ਲਾ ਰਿਹਾ, ਤਾਂ ਮੈਂ ਪਹਿਲੀ ਵਾਰੀ ਇਹ ਦੇਖਿਆ ਵੀ ਵਿਆਹਾਂ ਦੇ ਵਿੱਚ ਵੀ ਲੋਕ ਕਾਰਾਂ ਦੇ ਉੱਤੇ ਕਿਸਾਨ ਯੂਨੀਅਨ ਦੀਆਂ ਝੰਡੀਆਂ ਲਾ ਕੇ ਆ ਰਹੇ ਨੇ। ਮੈਂ ਪਿਛਲੇ ਹਫ਼ਤੇ ਇੱਕ ਪ੍ਰੋਗਰਾਮ ਗਿਆ ਤੇ ਉੱਥੇ ਲੋਕ ਬੈਚ ਲਾਈ ਫਿਰਨ ਕਿਸਾਨ ਯੂਨੀਅਨ ਦੇ ਆਪਦੇ ਉਹਦੇ ਤੇ। ਔਰ ਮੈਂ ਹੈਰਾਨ ਮੰਨ ਗਿਆ ਇਸ ਗੱਲ ਦਾ ਵੀ ਹੁਣ ਲੋਕ ਵਿਆਹਾਂ ਦੇ ਵਿੱਚ, ਜਿਹੜੀ ਵਿਆਹ ਦੀ ਸਟੇਜ ਆ, ਜਿੱਥੋਂ ਸਿਰਫ ਅੱਗੇ ਅਸੀਂ ਕੇਵਲ ਨੱਚਣ ਟੱਪਣ ਦੀਆਂ ਗੱਲਾਂ ਕਰਦੇ ਸੀਗੇ, ਉੱਥੇ ਹੁਣ ਲੋਕ ਬਾਗੀ ਗੀਤ ਸੁਣ ਰਹੇ ਨੇ। ਬਿਲਕੁਲ, ਮਤਲਬ ਔਰ ਕਿਤੇ ਵੀ 4 ਬੰਦੇ ਇਕੱਠੇ ਹੋ ਰਹੇ ਨੇ, ਭਾਵੇਂ ਉਹ ਨਾਈ ਦੀ ਦੁਕਾਨ ਤੇ ਹੋ ਰਹੇ ਆ, ਹਲਵਾਈ ਦੀ ਦੁਕਾਨ ਤੇ ਹੋ ਰਹੇ ਆ, ਕਿਤੇ ਵਿਆਹ 'ਚ ਹੋ ਰਹੇ ਆ, ਉਹ ਇੱਕ ਦੂਜੇ ਦੀ ਸੁੱਖ ਸਾਂਦ ਪੁੱਛਣ ਪਿੱਛੋਂ ਪਹਿਲਾ ਸਵਾਲ ਇਹੀ ਆ ਵੀ ਹਾਂ ਕੀ ਬਣੂ ਫਿਰ ਧਰਨੇ ਦਾ, ਕੀ ਬਣੂਗਾ। ਉਹ ਵੱਡਾ ਚਰਚਾ ਮੰਨੂ ਕਿ ਨਾ ਮੋਦੀ ਦਾ ਕੀ ਕਰਨਾ। ਤਾਂ ਉਹ ਇਹ ਬੜੇ ਵੱਡੇ ਲੈਵਲ ਤੇ ਯਾਰ ਪੰਜਾਬ ਦੇ ਵਿੱਚ ਇਹ ਨਰੇਟਿਵ ਚੱਲਿਆ ਹੋਇਆ। ਤੇ ਮੈਨੂੰ ਲੱਗਦਾ ਵੀ ਚਾਹੇ ਕੋਈ ਵਕਤੀ ਹੈ, ਚਾਹੇ ਕੋਈ ਸਥਾਈ ਹੈ, ਇਸ ਵਕਤ ਤਾਂ ਯਾਰ ਜਿਹੜਾ ਬੰਦਾ ਜਿਸ ਤਰ੍ਹਾਂ ਦਾ ਯੋਗਦਾਨ ਪਾ ਸਕਦਾ ਉਹਦਾ ਯੋਗਦਾਨ ਲੈ ਲੈਣਾ ਚਾਹੀਦਾ। ਜਿਹੜਾ ਪੈਸੇ ਪੱਖੋਂ ਪਾ ਸਕਦਾ ਉਹ ਤੋਂ ਪੈਸਾ ਲੈ ਲੈਣਾ ਚਾਹੀਦਾ। ਜਿਹੜਾ ਹਾਜ਼ਰੀ ਨਾਲ ਪਾ ਸਕਦਾ ਉਹਦੀ ਹਾਜ਼ਰੀ ਪ੍ਰਵਾਨ ਕਰ ਲੈਣੀ ਚਾਹੀਦੀ ਹੈ। ਜਿਹੜਾ ਲੋਕਾਂ ਨੂੰ ਕੋਈ ਵਧੀਆ ਗੱਲ ਸੁਣਾ ਸਕਦਾ, ਕੋਈ ਵਧੀਆ ਗੀਤ ਸੁਣਾ ਸਕਦਾ, ਉਹਦੇ ਉਸ ਪੱਖ ਨਾਲ ਲੈ ਲੈਣਾ ਚਾਹੀਦਾ। ਜਿਹੜਾ ਮਤਲਬ ਕੋਈ ਪੇਂਟਿੰਗ ਕਰ ਸਕਦਾ, ਕੋਈ ਨਾਅਰੇ ਕੱਢ ਸਕਦਾ, ਜਿਸ ਤਰ੍ਹਾਂ ਦਾ ਵੀ ਕੋਈ ਬੰਦਾ ਯੋਗਦਾਨ ਪਾ ਸਕਦਾ, ਸਾਡੇ ਆਗੂਆਂ ਨੂੰ ਮਤਲਬ ਉਹਨੂੰ ਖੁੱਲੇ ਦਿਲ ਨਾਲ ਉਹਨੂੰ ਪ੍ਰਵਾਨ ਕਰਨਾ ਚਾਹੀਦਾ। ਔਰ ਹੋਰ ਵੀ ਪੰਜਾਬੀਆਂ ਨੂੰ ਮੈਂ ਕਹਿੰਦਾ ਯਾਰ ਬਾਕੀ ਗਿਲੇ ਸ਼ਿਕਵੇ ਜਿਹੜੇ ਆਪਣੇ ਨਾ, ਭਲਾ ਅਸਲ 'ਚ ਪੰਜਾਬੀ ਕੌਮ ਜਿਹੜੀ ਹੈ ਨਾ ਭੋਲਿਆਂ ਦੀ ਕੌਮ ਹੈ। ਅਸੀਂ ਭੋਲੇ ਲੋਕ ਹੁੰਦੇ ਹਾਂ, ਤਾਂ ਹੀ ਅਸੀਂ ਖੇਤੀਬਾੜੀ ਕਰ ਲੈਂਦੇ ਹਾਂ। ਚਲਾਕ ਬੰਦਾ ਖੇਤੀਬਾੜੀ ਨਹੀਂ ਕਰ ਸਕਦਾ। ਚਲਾਕ ਬੰਦਾ ਜਿਹੜਾ ਹੁੰਦਾ ਨਾ, ਉਹ ਹੱਥੀਂ ਮਿਹਨਤ ਵਾਲਾ ਕੰਮ ਕਰ ਹੀ ਨਹੀਂ ਸਕਦਾ।
ਉਹ ਤਾਂ ਸੌਖ ਭਾਲਦਾ ਹੈ। ਤੇ ਭੋਲਾ ਬੰਦਾ ਹੀ ਇਹ ਕੰਮ ਕਰ ਸਕਦਾ। ਅਸੀਂ ਭੋਲਿਆਂ ਦੀ ਕੌਮ ਆ, ਇਸ ਕਰਕੇ ਨਾ ਭੋਲੇ ਬੰਦੇ ਦੀ ਖਾਸੀਅਤ ਇਹ ਹੁੰਦੀ ਆ ਵੀ ਉਹ ਕਈ ਵਾਰੀ ਜਿਹੜੀਆਂ ਡਿਪਲੋਮੈਟਿਕ ਗੱਲਾਂ ਹੁੰਦੀਆਂ ਨੇ ਉਹਨਾਂ 'ਚ ਨਹੀਂ ਆਉਂਦਾ, ਉਹਨੂੰ ਸਮਝ ਨਹੀਂ ਲੱਗਦੀ, ਉਹ ਸਿੱਧਾ ਸਿੱਧਾ। ਇਸੇ ਕਰਕੇ ਅਸੀਂ ਪੰਜਾਬੀ ਆ ਨਾ, ਅਸੀਂ ਗੱਲਾਂ ਭੁੱਲਦੇ ਵੀ ਨਹੀਂ। ਉਹ ਪੁਰਾਣੀ ਕੋਈ ਗੱਲ ਵੀ ਕਿਸੇ ਦੀ ਆ ਜਾਏ ਤਾਂ ਅਸੀਂ ਉਹ ਵੀ ਚੇਤੇ ਕਰ ਲੈਂਦੇ ਹਾਂ। ਉਹਦੇ 'ਚ ਅਸੀਂ ਮੇਨ ਮਕਸਦ ਤੋਂ ਕਈ ਵਾਰੀ ਹਟ ਵੀ ਜਾਂਦੇ ਹਾਂ। ਉਹ ਰੌਲਾ ਜਿਹੜਾ ਹੁੰਦਾ ਸਾਰਾ ਉਸ ਕੰਟਰੋਵਰਸੀ ਤੇ ਚਲੇ ਜਾਂਦਾ। ਜਿਵੇਂ ਪਿੱਛੇ ਜੇ ਗੁਰਦਾਸ ਮਾਨ ਜੀ ਦੀ ਕੰਟਰੋਵਰਸੀ ਹੋ ਗਈ ਵੀ ਇਹਨੂੰ ਨਹੀਂ ਬੋਲਣ ਦੇਣਾ ਜੀ, ਤਾਂ ਉਹਦੇ ਨਾਲ ਕੀ ਹੁੰਦਾ, ਸਾਰਾ ਜਿਹੜਾ ਅੰਦੋਲਨ ਦੀ એનર્ਜੀ ਅਟੈਂਸ਼ਨ ਹੈ ਉਸ ਮੁੱਦੇ ਤੇ ਆ ਜਾਂਦੀ ਹੈ, ਬਜਾਏ ਇਹਦੇ ਕਿ ਉਹ ਮੋਦੀ ਵੱਲ ਫੋਕਸ ਰਹੇ। ਅਸੀਂ ਆਪਸ 'ਚ ਲੜਨ ਤੇ ਉੱਤੇ ਨਾ ਹੋ ਜਾਂਦੇ, ਪਰ ਇਹਦੇ ਨਾਲ ਇੰਨੇ 'ਚ ਵੀ ਚੱਲ ਥੋੜਾ ਜਿਹਾ ਜੋਸ਼ ਵੀ ਬਣਿਆ ਰਹਿੰਦਾ ਨਾ, ਟਾਈਮ ਪਾਸ ਕਰਨ ਨੂੰ ਕੁਝ ਮਸਾਲਾ ਮਸੂਲਾ ਵੀ ਚਾਹੀਦਾ ਹੁੰਦਾ। ਪਰ ਇਹ ਮੈਨੂੰ ਲੱਗਦਾ ਵੀ ਯਾਰ ਆਪਾਂ ਨੂੰ ਜਿਹੜੀ એનર્ਜੀ ਹੈ ਉਹ ਮੋਦੀ ਤੇ ਫੋਕਸ ਰੱਖਣੀ ਚਾਹੀਦੀ ਹੈ, ਇਹਨਾਂ ਬਿੱਲਾਂ ਨੂੰ। ਕਿਉਂਕਿ ਇਹ ਮਸਲਾ ਹੁਣ ਕੱਲਾ ਬਿੱਲਾਂ ਦਾ ਨਹੀਂ ਹੈ, ਸੋਧ ਨੂੰ ਤਾਂ ਮੰਨ ਕੇ ਮਸਲਾ ਤਾਂ ਹੁਣ ਉਹਨਾਂ ਦੀ ਹੈਂਕੜ ਭੰਨਣ ਦਾ ਹੈ, ਟੈਂ ਭੰਨਣ ਦਾ ਹੈ। ਜਿਹੜੀ ਉਹਨਾਂ ਦੀ ਇੱਕ ਉਹਨਾਂ ਨੇ ਇੰਡੀਆ 'ਚ ਮਾਹੌਲ ਕ੍ਰੀਏਟ ਕਰ ਲਿਆ ਸੀ ਵੀ ਇਹ ਤਾਂ ਵੀ ਅਟੱਲ ਹੈ, ਮੋਦੀ ਤਾਂ ਇਹਦਾ ਅਜੇਤੂ, ਇਹਨੂੰ ਤਾਂ ਜਿੱਤਿਆ ਨਹੀਂ ਜਾ ਸਕਦਾ। ਉਹ ਤੋੜਨ ਦਾ, ਉਹ ਅਕਸ ਨੂੰ ਤੋੜਨ ਦਾ ਜਿਹੜਾ ਮੈਂ ਥੋੜਾ ਜਿਹਾ ਕਲੀਅਰ ਕਰਦਾ ਕਿ ਇੰਟਰਵਿਊ ਨੂੰ ਹੈ ਆਪਣੇ ਜਿਹੜੇ ਦੇਖਣ ਸੁਣਨ ਵਾਲੇ ਦਰਸ਼ਕ ਹੈ, ਇਹ ਅਸੀਂ ਗੱਲਾਂ ਬਾਤਾਂ ਹੀ ਕਰ ਰਹੇ ਹਾਂ। ਔਰ ਜਿਵੇਂ ਕਿ ਬਾਬਾ ਜੀ ਨੇ ਦੱਸਿਆ ਕਿ ਵੀ ਹਰ ਵਰਗ ਦਾ ਬੰਦਾ ਹੈ ਇਸ ਅੰਦੋਲਨ ਦੇ ਵਿੱਚ ਆਪਣਾ ਯੋਗਦਾਨ ਪਾ ਰਿਹਾ। ਅਸੀਂ ਵੀ ਆਪਣਾ ਜਿਹੜਾ ਪ੍ਰੋਗਰਾਮ ਇਸੇ ਲਈ ਰੱਖਿਆ ਕਿ ਸਾਡਾ ਪ੍ਰੋਗਰਾਮ ਵੀ ਅਸੀਂ ਵੀ ਆਪਣਾ ਬਣਦਾ ਜਿਹੜਾ ਯੋਗਦਾਨ ਉਹ ਇਸ ਅੰਦੋਲਨ ਦੇ ਵਿੱਚ ਪਾ ਸਕੀਏ। ਇਹ ਪ੍ਰੋਗਰਾਮ ਸਾਡਾ ਜਿਹੜਾ ਅੱਜ ਕਿਸਾਨੀ ਅੰਦੋਲਨ ਨੂੰ ਸਮਰਪਿਤ ਹੈ। ਔਰ ਕਾਫੀ ਸਮਾਂ ਮੈਂ ਬਾਬਾ ਜੀ ਦਾ ਲਿਆ। ਔਰ ਸਾਡੇ ਸੁਣਨ ਵਾਲੇ ਜਿਹੜੇ ਆ ਉਹ ਇਹ ਵੀ ਪੁੱਛ ਰਹੇ ਕਿ ਬਾਬਾ ਜੀ ਦਿੱਲੀ ਹਾਜ਼ਰੀ ਕਦੋਂ ਲਵਾ ਰਹੇ ਆ, ਔਰ ਬਾਬਾ ਜੀ ਕੋ ਸੁਣਾਉਣ ਵੀ, ਇਹ ਵੀ ਸਾਰਿਆਂ ਦੀ ਇੱਛਾ। ਸੋ ਮੈਂ ਅਖੀਰ ਦੇ ਵਿੱਚ ਇਹੀ ਚਾਹੂੰਗਾ ਕਿ ਤੁਸੀਂ ਜਿਹੜੇ, ਕਿਉਂਕਿ ਤੁਹਾਡੇ ਇਸ ਮਸਲੇ ਦੇ ਉੱਤੇ ਤੁਸੀਂ ਵੀ ਜਿਹੜਾ ਉਹ ਆਪਣੇ ਗੀਤ ਲਿਖੇ ਆ, ਗਾਏ ਵੀ ਆ, ਔਰ ਮੈਂ ਚਾਹੁੰਦਾ ਕਿ ਤੁਸੀਂ ਵੀ ਕੁਝ ਸਾਡੇ ਨਾਲ ਜਿਹੜਾ ਉਹ ਸਾਡੇ ਦਰਸ਼ਕਾਂ ਨਾਲ ਸਾਂਝਾ ਜ਼ਰੂਰ ਕਰੋ। ਤੇ ਫਿਰ ਅਸੀਂ ਜਿਹੜਾ ਦਿੱਲੀ, ਇਹ ਜਿਹੜਾ ਸਵਾਲ ਮੇਰੇ ਤੋਂ ਪਹਿਲਾਂ ਵੀ ਬਹੁਤ ਵਾਰੀ ਪੁੱਛਿਆ ਗਿਆ ਵੀ ਮੈਂ ਦਿੱਲੀ ਕਦੋਂ ਜਾ ਰਹੇ, ਕਿਵੇਂ ਜਾ ਰਹੇ। ਅਸਲ 'ਚ ਯਾਰ ਇਹ ਆ ਵੀ ਮੇਰੇ ਕਿਸੇ ਵੀ ਕਿਸਮ ਦੀ ਜਿਹੜੀ ਜਥੇਬੰਦੀ ਹੈ, ਮੇਰੇ ਉਹਦੇ ਨਾਲ ਕੋਈ ਕਿਸੇ ਕਿਸਮ ਦਾ ਕੋਈ ਕੰਟੈਕਟ ਜਾਂ ਲਿੰਕ ਨਹੀਂ ਹੈ। ਤਾਂ ਮੈਨੂੰ ਇਹ ਲੱਗਦਾ ਵੀ ਮੈਂ ਉੱਥੇ ਜਾ ਕੇ ਮਤਲਬ ਨਾ ਮੇਰੀ ਕੋਈ ਇੰਨੀ ਪਬਲਿਕ ਅਪੀਲ ਹੈ ਕਿ ਸਟੇਜ ਤੇ ਮੈਂ ਜਾਊਂਗਾ ਤਾਂ ਲੋਕ ਮੈਨੂੰ ਸੁਣਨਗੇ। ਤਾਂ ਉਸ ਕਰਕੇ ਮੈਨੂੰ ਲੱਗਦਾ ਵੀ ਮੈਂ ਆਪਦਾ ਕੰਮ ਕਰੀ ਜਾਵਾਂ। ਉਹ ਮੈਂ ਕੰਮ ਇੱਥੋਂ ਬੈਠਾ ਆਪਦੇ ਘਰੋਂ ਕਰ ਰਿਹਾ। ਇੱਕ ਗਾਣਾ ਅਸੀਂ ਕਰ ਚੁੱਕੇ ਹਾਂ, ਇੱਕ ਅਸੀਂ ਹੋਰ ਉਹਦੀ ਤਿਆਰੀ 'ਚ ਹਾਂ। ਤੇ ਥੋੜਾ ਜਿਹਾ ਸਾਨੂੰ ਜਿਵੇਂ ਜੇ ਥੋੜਾ ਜਿਹਾ ਉਹਦੇ ਤੇ ਬਜਟ ਵਗੈਰਾ ਕਰਕੇ ਥੋੜੀ ਜਿਹੀ ਦਿੱਕਤ ਆ ਰਹੀ ਹੈ, ਉਹ ਤਾਂ ਅਸੀਂ ਹੱਲ ਕਰ ਰਹੇ ਹਾਂ। ਉਹ ਅਸੀਂ ਇੱਕ ਗੀਤ ਜਿਹੜਾ ਹੈਗਾ ਹੋਰ ਉਹ ਕਰਨ ਜਾ ਰਹੇ ਹਾਂ। ਤਾਂ ਮੈਨੂੰ ਲੱਗਦਾ ਵੀ ਮੈਂ ਕੰਮ ਜਿਹੜਾ ਹੈਗਾ ਕਰੀ ਜਾਂਦਾ। ਬਾਕੀ ਹਾਲ ਫਿਲਹਾਲ ਸ਼ਾਇਦ ਸੰਭਾਵਨਾ ਹੈਗੀ ਹੈ ਅਗਲੇ ਹਫ਼ਤੇ 10 ਦਿਨ 'ਚ ਕੋਈ ਨਾ ਕੋਈ ਦਿੱਲੀ ਦਾ ਮੇਰਾ ਸਿਸਟਮ ਬਣੂਗਾ। ਤੇ ਗੀਤ ਮੈਂ ਜ਼ਰੂਰ ਤੁਹਾਡੀ ਨਜ਼ਰ ਕਰਨਾ ਚਾਹੂੰਗਾ। ਚੋਗਾ ਪਾਉਂਦੇ ਹੱਥ ਹੀ ਦਾਗੀ ਹੋ ਗਏ ਨੇ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ। ਸੇਵਾ ਵਾਂਗੂ ਜਿੰਨਾ ਰਾਜ ਕਮਾਉਣਾ ਸੀ, ਰਣਜੀਤ ਰਾਮ ਤੇ ਗਾਂਧੀ ਫੇਰ ਵਖਾਉਣਾ ਸੀ। ਦਰੀ ਗੈਸ ਬਖਸ਼ਿਸ਼ਾਂ ਜਦ ਤੋਂ ਮਿਲੀਆਂ ਨੇ, ਚੌਧਰੀਆਂ ਦੇ ਘਰ ਦੇ ਲਾਗੀ ਹੋ ਗਏ ਨੇ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ, ਤਾਈਓ ਯਾਰ ਪਰਿੰਦੇ ਬਾਗੀ ਹੋ ਗਏ ਨੇ। ਹੰਝੂ ਗੈਸ ਦਿਆਂ ਗੋਲਿਆਂ ਦਾ ਦੌਰ ਹੈ, ਉੱਤੇ ਪਾਣੀ ਦੀ ਬੁਛਾੜ ਵਾਲਾ ਚੌਰ ਹੈ। ਪੁੱਤ ਬਾਪੂਆਂ ਦੇ ਸੇਕ ਰਿਆ ਮੌਰ ਹੈ, ਲਾਠੀ ਚਾਰਜਾਂ ਦੇ ਹੋ ਗਏ ਆਦੇਸ਼ ਆਮ ਜੀ। ਸਾਨੂੰ ਆਪਣੇ ਹੀ ਕੁੱਟ ਰਹੇ ਸ਼ਰੇਆਮ ਜੀ, ਸਾਨੂੰ ਆਪਣੇ ਹੀ ਕੁੱਟ ਰਹੇ ਸ਼ਰੇਆਮ ਜੀ। ਭਾਵੇਂ ਮੁਗਲਾਂ ਦੇ ਵੇਲੇ ਭਾਵੇਂ ਅੱਜ ਦੇ, ਸੂਰੇ ਉਹੀ ਜੋ ਮੈਦਾਨ ਵਿੱਚ ਗੱਜਦੇ, ਸੂਰੇ ਉਹੀ ਜੋ ਮੈਦਾਨ ਵਿੱਚ ਗੱਜਦੇ। ਜਿਹੜੇ ਛੱਡ ਕੇ ਮੈਦਾਨ ਰਹੇ ਭੱਜਦੇ, ਡਰਪੋਕ ਦੇ ਦਲੀਲਾਂ ਸਮੇਂ ਸਾਰਦੇ ਰਹੇ। ਸਿੱਖ ਗੁਰੂ ਦੇ ਹਕੂਮਤਾਂ ਵੰਗਾਰਦੇ ਰਹੇ, ਬਾਗੀ ਸੂਰਮੇ ਹਕੂਮਤਾਂ ਵੰਗਾਰਦੇ ਰਹੇ। ਬਹੁਤ ਖੂਬ ਬਾਬਾ ਜੀ, ਬਹੁਤ ਥੈਂਕ ਯੂ।
ਥੈਂਕ ਯੂ ਥੈਂਕ ਯੂ ਥੈਂਕ ਯੂ ਸਾਡੇ ਦਰਸ਼ਕ ਵੀ ਜਿਹੜੇ ਉਹ ਤੁਹਾਡੀ ਵਾਹ-ਵਾਹੀ ਕਰ ਰਹੇ ਆ। ਔਰ ਥੈਂਕ ਯੂ ਮੈਂ ਥੈਂਕ ਯੂ ਥੈਂਕ ਯੂ ਥੈਂਕ ਯੂ ਬਹੁਤ-ਬਹੁਤ ਮਿਹਰਬਾਨੀ ਸ਼ੁਕਰਾਨਾ ਤੁਹਾਡਾ ਕਿ ਥੈਂਕ ਯੂ ਸਿਰਫ ਫੋਨ ਕਾਲ ਦੇ ਉੱਤੇ ਹੀ ਤੁਸੀਂ ਆਪਣੇ ਕੀਮਤੀ ਸਮੇਂ ਦੇ ਵਿੱਚੋਂ ਸਾਡੇ ਲਈ ਸਮਾਂ ਕੱਢਿਆ। ਔਰ ਇੱਕ ਗੱਲ ਮੈਨੂੰ ਰਿਹਾ ਨਹੀਂ ਜਾਂਦਾ, ਮੈਂ ਸਾਂਝੀ ਕਰਦਾ ਜੀ ਕਿ ਸਾਡੇ ਬਾਬਾ ਬੇਲੀ ਨੂੰ ਬਾਬਾ ਬੇਲੀ ਦੇ ਨਾਂ ਨਾਲ ਜਾਣਦੇ ਆ, ਬਾਬਾ ਜੀ ਕਹਿੰਦੇ ਅਸੀਂ। ਬਾਬਾ ਬੇਲੀ ਦਾ ਨਾਂ ਹਰਪ੍ਰੀਤ ਹੈ, ਆਪਾਂ ਦੋਨੋਂ ਇੱਕੋ ਨਾਂ ਤੇ। ਇਸ ਗੱਲ ਦੀ ਕਿ ਬਾਬਾ ਜੀ ਦਾ ਮੇਰੇ ਹਮਨਾਮ ਹੈ, ਜਾਂ ਮੈਂ ਉਹਨਾਂ ਦਾ ਆਪਾਂ ਦੋਨੋਂ ਤੇ ਆਪਾਂ ਦੋਨੋਂ ਹੀ ਹਮਨਾਮ ਆ। ਬਿਲਕੁਲ ਬਿਲਕੁਲ ਯਾਰ ਹਰਪ੍ਰੀਤ ਗੱਲ ਪਤਾ ਕੀ ਹੈ, ਪੰਜਾਬੀਆਂ ਕੋਲੇ ਲੈ ਦੇ ਕੇ ਨਾਵਾਂ ਨੂਵਾਂ ਚ ਕੋਈ ਬਾਹਲਾ ਉਹ ਹੈ ਨਹੀਂ। 4-5 ਅਗੇਤਰ ਨੇ, 4-5 ਪਿਛੇਤਰ ਨੇ, ਬਸ ਉਹ ਅੱਗੋਂ ਪਿੱਛੇ ਹੋ ਗਏ ਹਨਾ। ਜਿਵੇਂ ਅਗੇਤਰ ਹੋ ਗਏ ਹਰ, ਮਨ, ਗੁਰ, ਜਸ, ਤੇ ਉਹ ਹੋ ਗਏ ਪਿੱਛੇ ਪਿਛੇਤਰ ਲਾ ਦੇਣੇ ਪ੍ਰੀਤ, ਜੀਤ, ਮੀਤ, ਪਾਲ, ਇੰਦਰ ਹਨਾ। ਬਸ 4-5 ਅਗੇਤਰ ਨੇ, 4-5 ਪਿਛੇਤਰ ਨੇ, ਇਹਨਾਂ ਦਾ ਹੀ ਮੈਚ ਦਾ ਕਾਲਮ ਉਹ ਚੇਂਜ ਕਰ ਕਰਕੇ ਉਹ ਟਰੀ ਜਿਹਾ ਬਣ ਜਾਂਦਾ ਤੇ ਉਹ ਨਾਮ ਜਿਹੜੇ ਨੇ ਚੱਲੀ ਜਾਂਦੇ ਆ। ਤੋ ਕੋਈ ਨਾਮ ਮਾੜੇ ਨਹੀਂ, ਤੁਹਾਡਾ ਮਤਲਬ ਨਾਮ ਨਹੀਂ ਮਿਲਦਾ ਵੀ ਜਿਹੜਾ ਤੁਹਾਡਾ ਕੰਮ ਹੈ ਉਹ ਮਾਇਨੇ ਰੱਖਦਾ। ਤੋ ਤੁਸੀਂ ਬਹੁਤ ਅੱਛਾ ਕੰਮ ਹਰਪ੍ਰੀਤ ਕਰ ਰਹੇ ਹੋ। ਇਹ ਮੈਂ ਇਸ ਤੁਹਾਡਾ ਜਿਹੜਾ ਯਤਨ ਹੈ ਬੀਇੰਗ ਸਟੂਡੈਂਟ, ਇਹਨੂੰ ਮੈਂ ਸ਼ੁਭ ਕਾਮਨਾਵਾਂ ਵੀ ਦਿੰਦਾ। ਮੈਨੂੰ ਲੱਗਦਾ ਵੀ ਮੇਰੇ ਤੋਂ ਬਾਅਦ ਤੁਸੀਂ ਹੋਰ ਮਤਲਬ ਸੱਚੀ ਮੁੱਚੀ ਜਿਹੜੇ ਚੰਗੇ ਲੋਕ ਨੇ ਜਿਨ੍ਹਾਂ ਦੀ ਕੋਈ ਦੇਣ ਹੈ ਸਮਾਜ ਨੂੰ, ਅਸੀਂ ਤਾਂ ਚਲੋ ਹਾਲੇ ਕੀਤਾ ਹੀ ਕੁਛ ਨਹੀਂ, ਤੇ ਫਿਰ ਵੀ ਤੁਸੀਂ ਸਾਨੂੰ ਆਪਦੇ ਪੇਜ ਦੇ ਇਹਨਾਂ ਗੱਲਾਂ ਬਾਤਾਂ ਦੇ ਲਾਇਕ ਸਮਝਿਆ। ਤੋ ਤੁਹਾਡਾ ਯਾਰ ਬਹੁਤ ਬਹੁਤ ਧੰਨਵਾਦ, ਤੁਹਾਡੀ ਸਾਰੀ ਟੀਮ ਦਾ ਧੰਨਵਾਦ ਕਿ ਤੁਸੀਂ ਇੰਨੀ ਮਤਲਬ ਟੈਕਨੀਕਲ ਮੁਸ਼ੱਕਤ ਕਰ ਰਹੇ ਹੋ। ਸੱਚੀ ਮੁੱਚੀ ਐਸੇ ਯਤਨਾਂ ਦੀ ਅੱਜ ਪੰਜਾਬੀ ਨੂੰ ਲੋੜ ਹੈ ਕਿ ਅਸੀਂ ਡਿਜੀਟਲ ਜਿਹੜੀ ਸਾਧਨ ਨੇ ਇਹਨਾਂ ਦਾ ਵੱਧ ਤੋਂ ਵੱਧ ਅਸੀਂ ਉਪਯੋਗ ਕਰ ਸਕੀਏ, ਸਦ ਉਪਯੋਗ ਕਰ ਸਕੀਏ। ਤੋ ਮੈਨੂੰ ਲੱਗਦਾ ਵੀ ਤੁਹਾਡੇ ਇਸ ਪੇਜ ਰਾਹੀਂ ਸਾਨੂੰ ਹੋਰ ਅੱਛੇ ਲੋਕ ਜਿਹੜੇ ਨੇ ਉਹਨਾਂ ਦੇ ਨਾਲ ਅਸੀਂ ਰੂਬਰੂ ਉਹਨਾਂ ਦੇ ਹੁੰਦੇ ਰਹਾਂਗੇ। ਤੁਹਾਡਾ ਧੰਨਵਾਦ। ਸੋ ਦੋਸਤੋ, ਅੱਜ ਅਸੀਂ ਬਾਬਾ ਬੇਲੀ ਜੀ ਨਾਲ ਜਿਹੜਾ ਇਹ ਰੂਬਰੂ ਕੀਤਾ, ਔਰ ਮੈਨੂੰ ਪੂਰੀ ਆਸ ਹੈ, ਉਮੀਦ ਹੈ ਕਿ ਤੁਹਾਨੂੰ ਇਹ ਜਿਹੜੀ ਸਾਡੀ ਵਿਦਿਆਰਥੀ ਰੂਬਰੂ ਲੜੀ ਹੈ ਇਹ ਵਧੀਆ ਲੱਗੀ ਹੋਊਗੀ। ਔਰ ਬਹੁਤ ਸਾਰੀਆਂ ਕਮੀਆਂ ਵੀ ਹੋਣਗੀਆਂ, ਤੁਸੀਂ ਸਾਡਾ ਜਿਹੜਾ ਉਹ ਸਾਥ ਲਗਾਤਾਰ ਦਿੰਦੇ ਰਹਿਣਾ, ਔਰ ਸਾਨੂੰ ਸਾਡੀਆਂ ਕਮੀਆਂ, ਸਾਡੀਆਂ ਗਲਤੀਆਂ ਉਹ ਲਗਾਤਾਰ ਦੱਸਦੇ ਰਹਿਣਾ, ਤਾਂ ਜੋ ਅਸੀਂ ਉਹਨਾਂ 'ਚ ਸੁਧਾਰ ਕਰ ਸਕੀਏ। ਔਰ ਆਉਣ ਵਾਲੇ ਸਮੇਂ ਦੇ ਵਿੱਚ ਅਸੀਂ ਕਿਸੇ ਹੋਰ ਸ਼ਖਸੀਅਤ ਨੂੰ ਇੱਕ ਵਿਦਿਆਰਥੀ ਦੇ ਤੌਰ ਤੇ ਤੁਹਾਡੇ ਸਾਹਮਣੇ ਪੇਸ਼ ਕਰ ਸਕੀਏ। ਔਰ ਮੈਂ ਇੱਕ ਵਾਰ ਫਿਰ ਤੋਂ ਬਾਬਾ ਜੀ ਦਾ ਬਹੁਤ ਬਹੁਤ ਧੰਨਵਾਦ ਕਰਦਾ ਕਿ ਆਪਣੇ ਕੀਮਤੀ ਸਮੇਂ 'ਚ ਸਾਡੇ ਲਈ ਸਮਾਂ ਕੱਢਿਆ, ਔਰ ਸਾਡੇ ਨਾਲ ਇੰਨੀਆਂ ਮੁੱਲਵਾਨ ਗੱਲਾਂ ਕੀਤੀਆਂ, ਔਰ ਆਪਣੇ ਵਿਦਿਆਰਥੀ ਜੀਵਨ ਔਰ ਕਲਾਕਾਰ ਜਿਹੜਾ ਇੱਕ ਗਾਇਕ ਦੇ ਤੌਰ ਤੇ ਜਿਹੜਾ ਜੀਵਨ ਆ ਉਹਨਾਂ ਬਾਰੇ ਗੱਲਾਂ ਸਾਂਝੀਆਂ ਕੀਤੀਆਂ। ਸੋ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ, ਸ਼ੁਕਰੀਆ, ਮਿਹਰਬਾਨੀ, ਅਲਵਿਦਾ। ਥੈਂਕ ਯੂ ਹਰਪ੍ਰੀਤ, ਮਿਹਰਬਾਨੀ ਵੀਰ।